ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਥ ਪੰਜਾਬ ਡਿਸਕਸ਼ਨ ਦੇਖ ਰਹੇ ਸਾਰੇ ਵੀਰਾਂ ਭੈਣਾਂ ਦਾ ਬਹੁਤ ਬਹੁਤ ਸਵਾਗਤ ਹੈ। ਤੇ ਅੱਜ ਆਪਾਂ ਦਿੱਲੀ ਦੀ ਘੇਰਾਬੰਦੀ ਸੀਰੀਜ਼ ਨੂੰ ਜਾਰੀ ਰੱਖਦੇ ਹੋਏ ਗੱਲਬਾਤ ਕਰਾਂਗੇ ਕਿਸਾਨੀ ਮੋਰਚੇ ਦੇ ਬਾਰੇ ਅਤੇ ਇਸ ਵਿੱਚ ਝਲਕ ਰਹੀਆਂ ਸਿੱਖੀ ਰਹੁ ਰਵਾਇਤਾਂ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਵਰਤਾਰੇ ਦੇ ਬਾਬਤ। ਅੱਜ ਸਾਡੇ ਨਾਲ ਵਿਸ਼ੇਸ਼ ਤੌਰ ਤੇ ਜੁੜੇ ਨੇ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ, ਮੇਰੇ ਨਾਲ ਅੱਜ co-host ਹੋਣਗੇ ਵੀਰ ਜੀ ਗੁਰਨਿਸ਼ਾਨ ਸਿੰਘ ਜੀ। ਤੇ ਨਾਲੋਂ ਨਾਲ ਇਹ ਵੀ ਦੱਸ ਦਈਏ ਕਿ ਜਿਨ੍ਹਾਂ ਨੇ ਸਵਾਲ ਪੁੱਛਣੇ ਹੋਣਗੇ ਉਹ ਆਪਣੇ ਸਵਾਲ Q&A ਦੇ ਵਿੱਚ ਰੱਖ ਦਿਓ। ਅਸੀਂ ਕੋਸ਼ਿਸ਼ ਕਰਾਂਗੇ ਕਿ ਭਾਈ ਸਾਹਿਬ ਤੋਂ ਅਸੀਂ ਗੱਲਾਂ ਬਾਤਾਂ ਦੇ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਲੈ ਸਕੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਭਾਈ ਸਾਹਿਬ ਬਾਰੇ ਥੋੜਾ ਦੱਸਣਾ ਚਾਹੁੰਦੇ ਹਾਂ ਸੰਗਤਾਂ ਨੂੰ। ਭਾਈ ਸਾਹਿਬ ਭਾਈ ਕਮਲਜੀਤ ਸਿੰਘ ਇੱਕ ਪੰਥਕ ਸੇਵਾਦਾਰ ਹਨ ਜੋ ਕਿ ਇਸ ਸਮੇਂ ਇੰਟਰਮ ਪ੍ਰਿੰਸੀਪਲ ਦੀ ਸੇਵਾ ਨਿਭਾ ਰਹੇ ਹਨ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਵਿਖੇ। ਭਾਈ ਸਾਹਿਬ ਨੇ ਇੱਕ ਕਿਤਾਬ ਵੀ ਲਿਖੀ ਹੈ ਪ੍ਰਵਾਸੀ ਕਵਿਤਾ ਤੇ ਮਿਥ ਸਿੱਖ ਚਿੰਤਨ ਧਾਰਾ, ਜੋ ਕਿ ਭਾਈ ਸਾਹਿਬ ਜੀ ਦੀ PhD ਦਾ ਵਿਸ਼ਾ ਵੀ ਸੀਗਾ। ਭਾਈ ਸਾਹਿਬ ਦੇ ਹੋਰ ਕਈ ਲੇਖ ਬਹੁਤ ਹੀ ਵੱਖ-ਵੱਖ ਪਬਲੀਕੇਸ਼ਨਸ ਵਿੱਚ ਪਬਲਿਸ਼ ਕੀਤੇ ਗਏ ਹਨ, ਜਿਵੇਂ ਕਿ ਸਿੱਖ ਸਿਆਸਤ। ਭਾਈ ਸਾਹਿਬ ਇਸ ਸਮੇਂ ਸਿੱਖ ਸ਼ਹਾਦਤ ਦੇ ਐਡੀਟਰ ਦੀ ਸੇਵਾ ਵੀ ਨਿਭਾ ਰਹੇ ਹਨ। ਆਪਾਂ ਅੱਜ ਭਾਈ ਸਾਹਿਬ ਨੂੰ ਚਾਹਾਂਗੇ ਕਿ ਆਪਾਂ ਅੱਜ ਦਾ ਵਿਸ਼ਾ ਤੇ ਸਵਾਲ ਜਵਾਬ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ 10 ਕਮੈਂਟ ਸੰਗਤਾਂ ਨਾਲ ਅੱਜ ਦੇ ਵਿਸ਼ੇ ਬਾਰੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ, ਜਿਸ ਤੋਂ ਬਾਅਦ ਆਪਾਂ ਗੱਲਬਾਤ ਸਵਾਲ ਜਵਾਬ ਦੇ ਰਾਹੀਂ ਜਾਰੀ ਰੱਖਾਂਗੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਲਈ ਇਹ ਬੜਾ ਸੁਭਾਗਾ ਸਮਾਂ ਆ ਕਿ ਅਸੀਂ ਉਸ ਵੇਲੇ ਵਿੱਚ ਜੀ ਰਹੇ ਹਾਂ ਜਦੋਂ ਪੰਥ ਨੇ ਆਪਣੇ ਆਪ ਨੂੰ ਦੁਬਾਰਾ ਸੰਗਠਿਤ ਕੀਤਾ ਆ ਤੇ ਦਿੱਲੀ ਵਰਗੀ ਇੱਕ ਵੱਡੀ ਹਕੂਮਤ ਦੇ ਨਾਲ ਮੱਥਾ ਲਾਇਆ ਆ ਤੇ ਉਹਦੇ ਵਿੱਚ ਆਪਣਾ ਪੁਰਾਤਨ ਜਿਹੜਾ ਆ ਜੀਵਨ ਸ਼ੈਲੀ ਆ, ਜਿਹੜੀ ਸੱਭਿਅਤਾ ਆ, ਇਖਲਾਕ ਆ, ਬਹਾਦਰੀ ਆ, ਦਲੇਰੀ ਆ, ਉਹ ਜਿਹੜੇ ਜੰਗੀ ਗੁਣ ਆ ਉਹਨਾਂ ਨੂੰ ਦੁਬਾਰਾ ਧਾਰਨ ਕਰਦੇ ਹੋਏ ਬਿਲਕੁਲ ਆਪਣੇ ਪ੍ਰਚੰਡ ਜਾਹੋ ਜਲਾਲ ਦੇ ਵਿੱਚ ਖਾਲਸਾ ਦਿੱਲੀ ਨੂੰ ਘੇਰ ਕੇ ਬੈਠਾ ਹੋਇਆ ਆ ਤੇ ਇਸ ਮੋਰਚੇ ਦੇ ਵਿੱਚ ਖਾਲਸਾ ਆਪਣੀ ਸੰਪੂਰਨ ਸ਼ਕਤੀ ਜਿਹੜੀ ਆ ਉਹਨੂੰ ਪਾ ਰਿਹਾ ਆ ਤੇ ਇਸ ਪੱਖ ਤੋਂ ਅਸੀਂ ਆਪਣੇ ਆਪ ਨੂੰ ਬੜੇ ਵੱਡੇ ਭਾਗਾਂ ਵਾਲੇ ਮੰਨਦੇ ਹਾਂ। ਇਸ ਮੋਰਚੇ ਬਾਰੇ ਹੁਣ ਤੱਕ ਬਹੁਤ ਵੱਡੇ ਵਿਦਵਾਨਾਂ ਨੇ ਖੂਬਸੂਰਤ ਵਿਚਾਰ ਸੰਗਤ ਨਾਲ ਸਾਂਝੇ ਕੀਤੇ ਹੋਏ ਨੇ ਕਿ ਮੋਰਚਾ ਕਿਵੇਂ ਸ਼ੁਰੂ ਹੋਇਆ। ਮੁੱਖ ਰੂਪ ਵਿੱਚ ਇਹ ਕਿਸਾਨੀ ਮੋਰਚਾ ਆ, ਪਰ ਕਿਉਂਕਿ ਕਿਸਾਨੀ ਮੋਰਚਾ ਜਿਹੜਾ ਆ ਇਹਨੇ ਇੱਕ ਮੌਕਾ ਦਿੱਤਾ ਆ ਕੌਮ ਨੂੰ ਸੰਗਠਿਤ ਹੋਣ ਦਾ, ਕੌਮ ਦੀਆਂ ਜਿਹੜੀਆਂ ਚਿਰ ਤੋਂ ਦੱਬੀਆਂ ਪਈਆਂ ਉਹ ਚੀਜ਼ਾਂ ਜਿਹੜੀਆਂ ਖਾਲਸਾ ਰਾਜ ਦੀ ਸਥਾਪਤੀ ਲਈ ਜ਼ਰੂਰੀ ਸਨ ਤੇ ਉਹ ਇਕੱਤਰ ਨਹੀਂ ਸੀ ਹੋ ਰਹੀਆਂ, ਉਹਨਾਂ ਨੂੰ ਇਕੱਤਰ ਹੋਣ ਦਾ ਮੌਕਾ ਦਿੱਤਾ, ਜਾਗਰਤ ਹੋਣ ਦਾ ਮੌਕਾ ਦਿੱਤਾ। ਤੋ ਇਸ ਸੰਘਰਸ਼ ਦੇ ਆਰੰਭ ਹੋਣ ਨਾਲ ਜੋ ਖਾਲਸਾ ਪੰਥਕ ਰਾਜਨੀਤਿਕ ਮਾਹੌਲ ਆ ਉਹ ਗਰਮ ਹੋਇਆ ਆ ਤੇ ਖਾਲਸਾ ਜਿਹੜੀ ਰਾਜਨੀਤੀ ਹੈ ਕਹਿ ਲਓ ਕਿ ਉਹ ਹੁਣ ਆਪਣੇ ਸਹੀ ਰਾਹ ਦੇ ਉੱਤੇ ਤੁਰਨ ਦੇ ਲਈ ਆਪਣੇ ਕਦਮ ਪੁੱਟ ਚੁੱਕੀ ਹੈ। ਇਸ ਸੰਘਰਸ਼ ਦਾ ਨਤੀਜਾ ਕੋਈ ਵੀ ਨਿਕਲੇ, ਪਰ ਹੁਣ ਜਿਹੜੀ ਪੰਥਕ ਰਾਜਨੀਤੀ ਆ ਉਹਨੇ ਇੱਕ ਨਵੀਂ ਦਿਸ਼ਾ ਤੇ ਨਵਾਂ ਜਿਹੜਾ ਫੇਜ਼ ਹੈ ਉਹਦੇ ਵਿੱਚ ਐਂਟਰ ਹੋਣਾ ਹੈ। ਇਹਦੇ ਸੰਬੰਧੀ ਮੈਂ ਇੱਕ ਦੋ ਛੋਟੀਆਂ ਬੇਨਤੀਆਂ ਇਸ ਸੰਘਰਸ਼ ਦੇ ਸੰਬੰਧੀ ਕਰਨੀ ਚਾਹੁੰਦਾ, ਫਿਰ ਜਿਵੇਂ ਆਪ ਜੀ ਦਾ ਪ੍ਰੋਗਰਾਮ ਆਪਾਂ ਉਸ ਤਰ੍ਹਾਂ ਚੱਲਾਂਗੇ। ਸਭ ਤੋਂ ਪਹਿਲੀ ਗੱਲ ਤੇ ਮੈਂ ਇਹ ਕਹਿਣੀ ਚਾਹੁੰਦਾ ਕਿ ਇਸ ਸੰਘਰਸ਼ ਨੇ ਸਾਰਿਆਂ ਨੂੰ ਉਹਨਾਂ ਦੀ ਥਾਂ ਦਿਖਾ ਦਿੱਤੀ ਹੈ ਕਿ ਕੌਣ ਪੰਥ ਦੇ ਵਿੱਚ ਕਿਸ ਜਗ੍ਹਾ ਤੇ ਖੜਾ ਆ ਤੇ ਇਸ ਸੰਘਰਸ਼ ਦੇ ਵਿੱਚ ਕਹਿ ਲਓ ਕਿ ਇੱਕ ਕਿਸਮ ਦੀ ਇੱਕ ਇਹ ਤਪਦੀ ਭੱਠੀ ਆ ਜਿਹਦੇ ਵਿੱਚ ਅਸ਼ੁੱਧੀਆਂ ਸੜ ਜਾਂਦੀਆਂ ਆ ਤੇ ਸਿਰਫ ਸ਼ੁੱਧਤਾ ਹੀ ਬਾਕੀ ਬਚਦੀ ਆ। ਇਸ ਸੰਘਰਸ਼ ਦੇ ਵਿੱਚ ਕੌਮ ਨੇ ਜਿਵੇਂ ਆਪਣੇ ਆਪ ਨੂੰ ਜਾਗਰਤ ਰੱਖਦਿਆਂ ਪੰਥਕ ਜਜ਼ਬੇ ਦੇ ਨਾਲ ਆਪਣੇ ਲੀਡਰਾਂ ਨੂੰ ਫੜ ਕੇ ਸਿੱਧੇ ਰਾਹ ਤੇ ਰੱਖਿਆ ਹੋਇਆ ਆ ਤੇ ਜਿਹੜੀ ਕੇਂਦਰੀ ਮੰਗ ਆ ਇਸ ਮੋਰਚੇ ਦੀ ਉਹਦੇ ਤੇ ਰੱਖਿਆ ਹੋਇਆ, ਇਹ ਬੜੀ ਵੱਡੀ ਇੱਕ ਪ੍ਰਾਪਤੀ ਹੈ। ਇਸ ਸਮੇਂ ਦੇ ਵਿੱਚ ਜਦੋਂ ਕਿ ਸਾਰਾ ਪੰਥ ਖੇਰੂ ਹੋਇਆ ਪਿਆ ਸੀ, ਉਸ ਵੇਲੇ ਪੰਥ ਨੇ ਇਸ ਤਰ੍ਹਾਂ ਇਕੱਤਰ ਹੋ ਕੇ ਇਹ ਆਪਣਾ ਜਲਾਵਾ ਦਿਖਾਇਆ, ਇਹ ਬਹੁਤ ਵੱਡੀ ਗੱਲ ਹੈ। ਤੇ ਸਿੱਖ ਸੰਘਰਸ਼ ਦੇ ਵਿੱਚ ਦੋ ਤਰ੍ਹਾਂ ਨਾਲ ਕੁੱਦਦੇ ਨੇ ਜਾਂ ਕਹਿ ਲਓ ਕਿ ਦੋ ਤਰ੍ਹਾਂ ਨਾਲ ਆਪਣੀ ਪਰਖ ਦਿੰਦੇ ਨੇ। ਇਹ ਸ਼ਾਂਤਮਈ ਸੰਘਰਸ਼ ਵੀ ਇੱਕ ਰੂਹਾਨੀ ਉਚਾਈ ਦੇ ਨਾਲ ਲੜਦੇ ਨੇ
ਤੇ ਜਿਹੜਾ ਜੰਗਜੂ ਸੰਘਰਸ਼ ਹੈ, ਸ਼ਮਸ਼ੀਰਾਂ ਦੇ ਵਜਦ ਵਾਲਾ ਸੰਘਰਸ਼ ਹੈ, ਉਹ ਵੀ ਆਪਣੀ ਆਤਮਿਕ ਉਚਾਈ ਨਾਲ ਲੜਦੇ ਨੇ। ਤਾਂ ਇਹ ਦੋਵੇਂ ਚੀਜ਼ਾਂ ਹੀ ਖਾਲਸੇ ਦੀਆਂ ਨਾਲੋਂ ਨਾਲ ਚੱਲਦੀਆਂ ਤੇ ਇੱਕੋ ਜਿਹੀ ਪ੍ਰਵਾਨਗੀ ਹੈ ਇਹਨਾਂ ਨੂੰ ਹੁਣ ਤੱਕ ਪੰਥ ਦੇ ਵਿੱਚ। ਪੰਥ ਨੇ ਜਦੋਂ ਸ਼ਮਸ਼ੀਰਾਂ ਦਾ ਵਜਦ ਵਿਖਾਇਆ, ਜਦੋਂ ਆਪਣੇ ਜੰਗੀ ਜੌਹਰ ਵਿਖਾਏ, ਤਾਂ ਉਹ ਵੀ ਇੱਕ ਆਤਮਿਕ ਉਚਾਈ ਦੇ ਵਿੱਚੋਂ ਪ੍ਰਬਲ ਰੂਪ ਦੇ ਵਿੱਚ ਬਹੁਤ ਵੱਡੀਆਂ ਇਤਿਹਾਸਕ ਗਵਾਹੀਆਂ ਵਜੋਂ ਦਰਜ ਕਰਵਾਏ। ਜੇਕਰ ਪੰਥ ਨੇ ਸ਼ਾਂਤਮਈ ਰਹਿੰਦਿਆਂ ਜ਼ਬਰ ਦਾ ਮੁਕਾਬਲਾ ਸਬਰ ਨਾਲ ਕੀਤਾ, ਤਾਂ ਉਦੋਂ ਵੀ ਜਿਹੜਾ ਪੰਥ ਨੇ ਆਪਣੀ ਆਤਮਿਕ ਬੁਲੰਦੀ ਦਾ ਸਥਾਨ ਉਹ ਛੱਡਿਆ ਨਹੀਂ, ਔਰ ਆਤਮਿਕ ਬੁਲੰਦੀ ਤੋਂ ਹੀ ਉਹ ਵਕਤ ਦੀਆਂ ਉਹਨਾਂ ਹਕੂਮਤਾਂ ਨੂੰ ਜਾਂ ਜ਼ਬਰ ਕਰਨ ਵਾਲੇ ਜਰਵਾਣਿਆਂ ਨੂੰ ਉਹ ਮੁਖਾਤਬ ਹੁੰਦੇ ਰਹੇ। ਤੋਂ ਪੰਥ ਦੇ ਵਿੱਚ ਦੋਵੇਂ ਚੀਜ਼ਾਂ ਹੀ ਪ੍ਰਵਾਨ ਹਨ ਤੇ ਇੱਕੋ ਜਿੰਨਾ ਹੀ ਇਹਨਾਂ ਦਾ ਸਤਿਕਾਰ ਹੈ। ਚਾਹੇ ਕਿਸੇ ਦੀ ਜੰਗ ਵਿੱਚ ਸ਼ਹਾਦਤ ਹੁੰਦੀ ਹੈ, ਚਾਹੇ ਸ਼ਾਂਤਮਈ ਰਹਿੰਦਾ ਕੋਈ ਸ਼ਹਾਦਤ ਦਿੰਦਾ ਹੈ, ਇਹ ਦੋਵਾਂ ਤਰ੍ਹਾਂ ਦੀਆਂ ਸ਼ਹੀਦੀਆਂ ਕੌਮ ਦੇ ਵਿੱਚ ਇੱਕੋ ਜਿੰਨੀ ਸਪਿਰਿਟ ਭਰਦੀਆਂ ਹਨ। ਮੌਜੂਦਾ ਸਮੇਂ ਜਿਹੜਾ ਸੰਘਰਸ਼ ਹੈ, ਕਿਉਂਕਿ ਇਸ ਸੰਘਰਸ਼ ਦਾ ਜਿਹੜਾ ਸ਼ੁਰੂਆਤੀ ਪੜਾਅ ਆ ਉਹ ਸਿੱਧਾ ਖਾਲਸਾ ਪ੍ਰਭੂ ਸੱਤਾ ਦੇ ਲਈ ਨਹੀਂ ਸੀ, ਇਸ ਕਰਕੇ ਇਹਦਾ ਜੋ ਸ਼ੁਰੂਆਤੀ ਰੂਪ ਵਿਧਾਨ ਬਣ ਗਿਆ ਉਹਦੇ ਵਿੱਚ ਹੀ ਖਾਲਸਾ ਆਪਣੀ ਸ਼ਕਤੀ ਅਰਪਿਤ ਕਰ ਰਿਹਾ ਹੈ। ਮੁੱਖ ਰੂਪ ਵਿੱਚ ਇਹ ਕਿਸਾਨੀ ਸੰਘਰਸ਼ ਹੈ ਤੇ ਖਾਲਸਾ ਇਸ ਕਿਸਾਨੀ ਸੰਘਰਸ਼ ਦੀ ਸਫਲਤਾ ਦੇ ਵਿੱਚੋਂ ਆਪਣੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਦੇਖ ਰਿਹਾ ਹੈ। ਇਸ ਕਰਕੇ ਖਾਲਸਾ ਆਪਣਾ ਤਨ ਮਨ ਧਨ ਦੇ ਵਿੱਚ ਅਰਪਿਤ ਕਰ ਰਿਹਾ ਹੈ। ਤੋ ਖਾਲਸਾ ਜੀ ਦੇ ਦੁਨੀਆ ਵਿੱਚ ਚੱਲਣ ਦੇ ਜਿਹੜੇ ਤੌਰ ਤਰੀਕੇ ਆ, ਉਹਦੇ ਵਿੱਚ ਸਭ ਤੋਂ ਉੱਚੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਸ ਸੰਘਰਸ਼ ਵਿੱਚ ਦੇਖਣ ਨੂੰ ਮਿਲੀਆਂ, ਜਿਹਦੇ ਵਿੱਚ ਜਿਵੇਂ ਮਹਿਬੂਬ ਸਾਹਿਬ ਵੀ ਇਹ ਕਹਿੰਦੇ ਨੇ ਕਿ ਖਾਲਸੇ ਦਾ ਜਿਹੜਾ ਭਵਿੱਖ ਹੋਏਗਾ, ਭਵਿੱਖ ਦਾ ਇਤਿਹਾਸ ਹੋਏਗਾ, ਉਹ ਸਿਦਕ ਤੇ ਅਰਦਾਸ ਦੇ ਬਾਜ਼ੂਆਂ ਵਾਲਾ ਹੋਏਗਾ। ਉਹਦੇ ਵਿੱਚ ਸਿਦਕ ਤੇ ਅਰਦਾਸ ਦੋ ਉਹਦੀਆਂ ਬਾਹਾਂ ਹੋਣਗੀਆਂ, ਜਿਹਦੇ ਨਾਲ ਉਹ ਇਤਿਹਾਸ ਦੇ ਵਿੱਚ ਆਪਣਾ ਯੋਗਦਾਨ ਪਾਏਗਾ ਜਾਂ ਆਪਣਾ ਜਲਵਾ ਉਹ ਪੇਸ਼ ਕਰੇਗਾ। ਤੇ ਪਰਖ ਦੀ ਘੜੀ ਦੇ ਉੱਤੇ ਫਿਰ ਇਹ ਦੋਵੇਂ ਚੀਜ਼ਾਂ ਜਿਹੜੀਆਂ ਇਤਿਹਾਸ ਵਿੱਚ ਉਹਨੇ ਹੰਡਾਈਆਂ ਨੇ, ਸ਼ਾਂਤਮਈ ਸੰਘਰਸ਼ ਤੇ ਹਥਿਆਰਬੰਦ ਸੰਘਰਸ਼, ਇਹ ਦੋਵੇਂ ਉਹਦੇ ਨਾਲ ਰਹਿਣਗੀਆਂ ਤੇ ਇੱਕੋ ਜਿਹਾ ਮਾਣ ਹਾਸਲ ਕਰਨਗੀਆਂ। ਹੁਣ ਜਿਹੜਾ ਇਹ ਸਿਦਕ ਤੇ ਅਰਦਾਸ ਆ, ਇਹ ਆਪਣੇ ਆਪ ਦੇ ਵਿੱਚ ਬਹੁਤ ਨਿਰਾਕਾਰੀ ਐਬਸਟਰੈਕਟ ਚੀਜ਼ ਹੈ ਤੇ ਇਹਦੇ ਨਾਲ ਹੀ ਸਾਰਾ ਖਾਲਸਾ ਪੰਥ ਇਕੱਤਰ ਹੋਇਆ ਆ। ਜਿੰਨਾ ਵੀ ਦੂਰ ਦਰਾਜ ਬੈਠਾ ਹੋਇਆ ਖਾਲਸਾ ਪੰਥ ਹੈ, ਜਿਹੜਾ ਸਰੀਰਕ ਰੂਪ ਵਿੱਚ ਇਸ ਮੋਰਚੇ ਵਿੱਚ ਸ਼ਾਮਲ ਨਹੀਂ ਹੈ, ਉਹ ਵੀ ਇਹਦੇ ਵਿੱਚ ਸ਼ਾਮਲ ਹੈ। ਉਸ ਅਰਦਾਸ ਤੇ ਸਿਦਕ ਦੀ ਸੂਖਮਤਾਈ ਕਰਕੇ ਉਹਦੀ ਜਿਹੜੀ ਕਹਿ ਲਓ ਕਿ ਐਬਸਟਰੈਕਸ਼ਨ ਆ, ਉਹਦਾ ਫੈਲਾਅ ਇੰਨਾ ਜ਼ਿਆਦਾ ਆ। ਤੇ ਇਹਨੂੰ ਦੇਖਣ ਦੇ ਲਈ ਜੋ ਨਜ਼ਰੀਏ ਸਾਡੇ ਕੋਲ ਮੌਜੂਦ ਨੇ, ਹਿਸਟੋਰੀਕਲ ਇੱਕ ਨਜ਼ਰੀਆ ਹੈ ਸਾਡੇ ਕੋਲ, ਸਾਈਕੋਲੋਜੀਕਲ ਪੈਟਰਨ ਦੀ ਸਟੱਡੀ ਕਰਨ ਵਾਲਾ ਨਜ਼ਰੀਆ ਹੈ ਸਾਡੇ ਕੋਲ, ਹੋਰ ਇਸ ਤਰ੍ਹਾਂ ਦੇ ਪੋਲੀਟੀਕਲ ਚੀਜ਼ਾਂ ਨੁਕਤੇ ਨੇ ਸਾਡੇ ਕੋਲ, ਰਾਜਨੀਤਿਕ ਨੁਕਤੇ ਤੋਂ ਇਹਨਾਂ ਚੀਜ਼ਾਂ ਨੂੰ ਦੇਖਿਆ ਜਾ ਰਿਹਾ, ਆਰਥਿਕ ਨੁਕਤੇ ਤੋਂ ਇਹਨਾਂ ਚੀਜ਼ਾਂ ਨੂੰ ਦੇਖਿਆ ਜਾ ਰਿਹਾ। ਤੇ ਇਹ ਸਾਰੇ ਨੁਕਤੇ ਜਿਹੜੇ ਨੇ ਵੱਖ-ਵੱਖ ਵਿਦਵਾਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕੀਤੇ ਹੁੰਦੇ ਆ। ਹਰ ਇੱਕ ਵਿਦਵਾਨ ਕਿਸੇ ਵਿਸ਼ੇ ਦੀ ਇੱਕ ਖਾਸ ਤਰ੍ਹਾਂ ਦੀ ਕਹਿ ਲਓ ਕਿ ਉਹਦੀ ਮੁਹਾਰਤ ਹੁੰਦੀ ਹੈ ਤੇ ਉਸ ਵਿਸ਼ੇ ਨਾਲ ਸੰਬੰਧਿਤ ਵੋਕੈਬਲਰੀ ਵੀ ਉਹਨੂੰ ਪ੍ਰਾਪਤ ਹੁੰਦੀ ਹੈ। ਤੇ ਉਹ ਇਸ ਕਰਕੇ ਸਾਹਮਣੇ ਜੋ ਵਰਤਾਰਾ ਵਾਪਰ ਰਿਹਾ ਹੁੰਦਾ ਆ, ਉਹਨੂੰ ਆਪਣੇ ਵਿਸ਼ੇ ਦੀ ਵੋਕੈਬਲਰੀ ਵਿੱਚ ਤੇ ਉਹਦੇ ਜਿਹੜੇ ਮਾਪਣ ਪਰਖਣ ਦੇ ਮਾਪਦੰਡ ਉਸ ਵਿਸ਼ੇ ਵਿੱਚ ਉਹਨੂੰ ਪਹਿਲਾਂ ਤੋਂ ਪ੍ਰਾਪਤ ਹੋਏ ਸਿੱਖੇ ਹੋਏ ਮਾਪਦੰਡ ਹੁੰਦੇ ਆ ਜਾਂ ਅਭਿਆਸ ਦੇ ਨਾਲ ਪੱਕੇ ਹੋਏ ਮਾਪਦੰਡ ਹੁੰਦੇ ਆ, ਉਹਦੇ ਨਾਲ ਉਹ ਨਾਪਣ ਦੀ ਕੋਸ਼ਿਸ਼ ਕਰ ਰਹੇ ਆ। ਹਰ ਕੋਈ ਆਪਣੇ ਵਿਸ਼ੇ ਦੇ ਮੁਤਾਬਕ ਇਸ ਦੀ ਠੀਕ ਵਿਆਖਿਆ ਹੀ ਕਰ ਰਿਹਾ ਹੈ, ਪਰ ਉਹ ਸਾਰੀਆਂ ਵਿਆਖਿਆਵਾਂ ਸੀਮਤ ਹਨ, ਕਿਉਂਕਿ ਇਹ ਜਿਹੜੀਆਂ ਮਾਨਸਿਕ ਤੌਰ ਤੇ ਉੱਤੇ ਵਾਪਰਨ ਵਾਲੀਆਂ ਘਟਨਾਵਾਂ ਨੇ, ਜਿਨ੍ਹਾਂ ਨੂੰ ਮਨੋਵਿਗਿਆਨ ਪਕੜਦਾ ਆ, ਉਹਦੀ ਪਕੜ ਤੋਂ ਬਾਹਰ ਆ। ਇਹ ਜਿਹੜੀ ਸਿਦਕ ਤੇ ਅਰਦਾਸ ਦੀ ਜਿਹੜੀ ਨਿਰਾਕਾਰਤਾ ਆ, ਉਹਦੀ ਪਰਾ ਸਰੀਰਕਤਾ ਆ, ਜਿਹੜੀ ਉਹਦੀ ਮੈਟਾਫਿਜ਼ਿਕਸ ਆ, ਜਾਂ ਉਸ ਤੋਂ ਵੀ ਕਹੀਏ ਕਿ ਜਿਹੜੀ ਦੇਵੀ ਉਹਦੇ ਵਿੱਚ ਲੱਛਣ ਨੇ ਉਹਦੇ, ਜਾਂ ਉਹਦੀ ਦਿਵਤਾ ਆ, ਉਹਨੂੰ ਪਕੜਨ ਦੇ ਵਿੱਚ ਇਹ ਸਾਰੇ ਸਬਜੈਕਟਸ ਜਿਹੜੇ ਨੇ, ਇਕਨੋਮਿਕਸ ਆ, ਸਾਈਕੋਲੋਜੀ ਆ, ਹਿਸਟਰੀ ਆ, ਪੋਲੀਟੀਕਲ ਸਾਇੰਸ ਆ, ਜਾਂ ਜਿੰਨੇ ਵੀ ਇਸ ਮੋਰਚੇ ਦੇ ਨਾਲ ਜੁੜੀਆਂ ਹੋਈਆਂ ਸਬਜੈਕਟਸ ਦੀਆਂ ਵੰਨਗੀਆਂ ਨੇ, ਉਹ ਸਾਰੀਆਂ ਇਹਦਾ ਪੂਰਾ ਅੰਦਾਜ਼ਾ ਨਹੀਂ ਲਾ ਸਕਦੀਆਂ। ਇਹਦਾ ਪੂਰਾ ਅੰਦਾਜ਼ਾ ਵੈਸੇ ਤਾਂ ਕੋਈ ਵੀ ਨਹੀਂ ਲਾ ਸਕਦਾ, ਕਿਉਂਕਿ ਗੁਰੂ ਦੀ ਮਿਹਰ ਜਾਂ ਇਹ ਸਿਦਕ ਤੇ ਅਰਦਾਸ ਦੀ ਜਿਹੜੀ ਸੂਖਮਤਾ ਆ, ਉਹਨੂੰ ਪੂਰੀ ਤਰ੍ਹਾਂ ਫੜਨਾ ਕਿਸੇ ਦੇ ਵੱਸ ਦੀ ਗੱਲ ਨਹੀਂ। ਪਰ ਫਿਰ ਵੀ ਜੋ ਅਧਿਆਤਮਕ ਅਨੁਭਵ ਹੁੰਦਾ ਆ, ਜਿਹੜਾ ਖਾਸ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਛਾਂ ਦੇ ਵਿੱਚ ਪਲਣ ਵਾਲੀ ਇੰਟਲੈਕਟ ਆ, ਉਹਦੇ ਲਈ ਇਹ ਜ਼ਰੂਰੀ ਹੋ ਜਾਂਦਾ ਆ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨਿਕਲਣ ਵਾਲੀ ਜੀਵਨ ਜਾਂਚ ਦੇ ਮੁਤਾਬਕ, ਉਸ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਜਿਹੜੀਆਂ ਵਰਤਾਰਿਆਂ ਨੂੰ ਸਮਝਣ ਦੀਆਂ
ਜਿਹੜੀਆਂ ਵਿਧੀਆਂ ਉਹਨੂੰ ਗੁਰੂ ਗ੍ਰੰਥ ਸਾਹਿਬ ਤੋਂ ਮਿਲਦੀਆਂ ਨੇ ਉਹਦੇ ਹਿਸਾਬ ਨਾਲ ਇਹਦੀ ਵਿਆਖਿਆ ਕਰੇ। ਤਾਂ ਅਸੀਂ ਇਹ ਸਮਝਦੇ ਹਾਂ ਕਿ ਜਿਹੜਾ ਸਿਦਕ ਤੇ ਅਰਦਾਸ ਦੀ ਸੂਖਮਤਾ ਆ ਉਹਨੂੰ ਹਜੇ ਤੱਕ ਮਨੋਵਿਗਿਆਨਕ ਜਾਂ ਹੋਰ ਜਿਹੜੇ ਵੀ ਐਨਾਲਿਸਿਸ ਇਹਦੇ ਹੋਏ ਨੇ ਉਹਨਾਂ ਵੱਲੋਂ ਨਹੀਂ ਪਕੜਿਆ ਜਾ ਸਕਿਆ। ਤੇ ਇਸ ਸੰਘਰਸ਼ ਦੀ ਜਿਹੜੀ ਕੇਂਦਰੀ ਸ਼ਕਤੀ ਆ ਉਹ ਇਹੀ ਖਾਲਸੇ ਦਾ ਜਿਹੜਾ ਗੁਣ ਆ, ਸਿਦਕ ਤੇ ਅਰਦਾਸ, ਜਿਹਦੇ ਨਾਲ ਖਾਲਸਾ ਅੱਜ ਉੱਥੇ ਬੈਠਾ ਹੋਇਆ ਆ, ਜਿਹਨੂੰ ਵੱਖ-ਵੱਖ ਤਰੀਕਿਆਂ ਨਾਲ ਕੋਈ ਸਿੰਪੈਥੈਟਿਕ ਪੱਖ ਤੋਂ ਕਹਿੰਦਾ ਕਿ ਦੇਖੋ ਜੀ ਕਿੰਨੇ ਉਹ ਦੁੱਖ ਚੱਲ ਰਹੇ ਆ, ਜਾਂ ਹੋਰ ਬੰਦੇ ਜਿਹੜੇ ਪੋਇਟਿਕ ਲਹਿਜੇ ਵਿੱਚ ਕਹਿਣ ਵਾਲੇ ਬੰਦੇ ਆ ਉਹ ਉਹਨੂੰ ਆਪਣੇ ਤਰੀਕੇ ਨਾਲ ਪੇਸ਼ ਕਰ ਰਹੇ ਆ, ਹਿਸਟੋਰੀਕਲੀ ਜਿਹੜੇ ਬੰਦੇ ਨੂੰ ਦੇਖਦੇ ਆ ਉਹ ਹੋਰ ਤਰੀਕੇ ਨਾਲ ਪੇਸ਼ ਕਰ ਰਹੇ ਆ। ਪਰ ਜਿਵੇਂ ਮੈਂ ਨਿੱਜੀ ਤੌਰ ਤੇ ਉੱਥੇ ਜਾ ਕੇ ਦੇਖਿਆ, ਵਿਚਰ ਕੇ ਦੇਖਿਆ ਆ ਕਿ ਜਿਹੜੇ ਵੀ ਸਿੱਖ ਅਨੁਭਵ ਦੇ ਵਿੱਚ, ਸਿਦਕ ਦੇ ਵਿੱਚ, ਅਰਦਾਸ ਦੇ ਵਿੱਚ ਉੱਥੇ ਜੁੜੇ ਹੋਏ ਨੇ ਉਹ ਅਡੋਲ ਬੈਠੇ ਨੇ। ਨਾ ਤੇ ਉਹਨਾਂ ਨੂੰ ਕਿਸੇ ਕਿਸਮ ਦੀ ਸਿੰਪਥੀ ਦੀ ਜ਼ਰੂਰਤ ਹੈ ਤੇ ਨਾ ਹੀ ਉਹ ਕਿਸੇ ਕਿਸਮ ਦੀ ਜਿੱਤ ਹਾਰ ਦੀ ਕੋਈ ਪ੍ਰਵਾਹ ਮੰਨ ਕੇ ਉੱਥੇ ਬੈਠੇ ਨੇ। ਬਹੁਤ ਸਾਰੇ ਐਸੇ ਸਰੀਰ ਉੱਥੇ ਮੌਜੂਦ ਨੇ ਜਿਹੜੇ ਅਰਦਾਸ ਕਰਕੇ ਉੱਥੇ ਬੈਠੇ ਨੇ, ਮਹਾਰਾਜ ਦਾ ਹੁਕਮਨਾਮਾ ਲੈ ਕੇ ਬੈਠੇ ਨੇ, ਜੋ ਪੁਰਾਤਨ ਸਾਡੇ ਸਿੰਘਾਂ ਦੀ ਜੀਵਨ ਸ਼ੈਲੀ ਨਹੀਂ ਉਹਦੇ ਨਾਲ ਬੈਠੇ ਨੇ। ਤੇ ਉਹਨਾਂ ਦੀ ਜਿਹੜੀ ਇਸ ਤਰ੍ਹਾਂ ਦੀ ਕਮਿਟਮੈਂਟ ਆ ਉਹਨੂੰ ਸਮਝਣਾ ਤੇ ਉਹਨੂੰ ਪਕੜਨਾ ਮੌਜੂਦਾ ਅਕੈਡੈਮਿਕਸ ਦੇ ਬਹੁਤ ਸਾਰੇ ਸਬਜੈਕਟਸ ਰਲ ਕੇ ਵੀ ਮੇਰੇ ਖਿਆਲ ਉਹ ਸਮਰੱਥਾ ਨਹੀਂ ਹਾਸਲ ਕਰਦੇ। ਤੋ ਇਹਦੇ ਵਿੱਚ ਜਿਹੜੀ ਕਮਾਲ ਦੀ ਚੀਜ਼ ਵਾਪਰੀ ਆ ਉਹ ਇਹ ਵਾਪਰੀ ਆ ਕਿ ਸਾਡੀ ਕੌਮ ਨੇ ਸਮੂਹਿਕ ਤੌਰ ਤੇ ਇੱਕ ਉੱਚੇ ਇਖਲਾਕ ਤੇ ਵੱਡੇ ਗੁਣਾਂ ਦਾ ਪ੍ਰਗਟਾਵਾ ਕੀਤਾ ਆ। ਇਹਦਾ ਮੈਂ ਜੇ ਪੱਛਮੀ ਸਭਿਅਤਾ ਨਾਲ ਟੱਕਰਾ ਕਰਕੇ ਦੇਖਦਾ ਤਾਂ ਪੱਛਮੀ ਸਭਿਅਤਾ ਨੇ ਇੰਡੀਵਿਜੂਅਲਸ ਦੇ ਮਹਾਨ ਹੋਣ ਦੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਹੋਈਆਂ ਨੇ। ਪੱਛਮੀ ਸਭਿਅਤਾ ਦੇ ਵਿੱਚ ਇੰਡੀਵਿਜੂਅਲਸ ਬਹੁਤ ਵੱਡੇ ਨੇ, ਪਰ ਜਦੋਂ ਅਸੀਂ ਉਹਨੂੰ ਆਪਣੀ ਕੌਮ ਦੇ ਸਮੂਹਿਕ ਆਪੇ ਦੇ ਸਾਹਮਣੇ ਰੱਖ ਕੇ ਦੇਖਦੇ ਹਾਂ ਤਾਂ ਵੈਸਟ ਦੀਆਂ ਜਿਹੜੀਆਂ ਕੌਮਾਂ ਨੇ ਉਹਦੇ ਸਾਹਮਣੇ ਕਿਤੇ ਵੀ ਨਹੀਂ ਖਲੋਂਦੀਆਂ। ਤਾਂ ਗੁਰੂ ਨੇ ਇੱਕ ਕਰਾਮਾਤ ਕੀਤੀ ਆ ਕਿ ਇਹ ਸਮੂਹਿਕ ਤੌਰ ਤੇ, ਕਿਉਂਕਿ ਜਿਹੜੇ ਇੰਡੀਵਿਜੂਅਲਸ ਹੁੰਦੇ ਆ, ਵੱਡੇ ਇੰਡੀਵਿਜੂਅਲਸ ਹੁੰਦੇ ਆ, ਉਹ ਸਮੂਹਿਕਤਾ ਨੂੰ ਉੱਪਰ ਚੁੱਕਣ ਦੇ ਲਈ ਆਪਣਾ ਸਾਰਾ ਯੋਗਦਾਨ ਵੀ ਪਾ ਦੇਣ ਤਾਂ ਸਮੂਹਿਕਤਾ ਦੇ ਉੱਪਰ ਚੁੱਕਣ ਵਿੱਚ ਉਹਨਾਂ ਦਾ ਯੋਗਦਾਨ ਕਹ ਲਓ ਕਿ 100 ਚੋਂ 1 ਪੈਸਾ ਹੀ ਹੁੰਦਾ ਹੈ। ਇੰਨਾ ਘੱਟ ਯੋਗਦਾਨ ਸਮੂਹਿਕਤਾ ਦੇ ਵਿੱਚ ਉੱਚਾ ਚੁੱਕਣ ਵਿੱਚ ਪਾਇਆ ਜਾ ਸਕਦਾ ਹੁੰਦਾ ਇੱਕ ਇੰਡੀਵਿਜੂਅਲ ਵੱਲੋਂ। ਪਰ ਜਦੋਂ ਸਮੂਹਿਕ ਤੌਰ ਤੇ ਕੋਈ ਕੌਮ ਬਹੁਤ ਉੱਚੇ ਰੁਤਬੇ ਤੇ ਪਹੁੰਚ ਜਾਂਦੀ ਆ ਤਾਂ ਫਿਰ ਉਹਦੇ ਜਿਹੜੇ ਇੰਡੀਵਿਜੂਅਲਸ ਹੁੰਦੇ ਆ ਉਹਨਾਂ ਦੀ ਮਹਾਨਤਾ ਕਹਿ ਲਓ ਕਿ ਹਜ਼ਾਰਾਂ ਗੁਣਾ ਵੱਧ ਜਾਂਦੀ ਹੈ। ਵੱਡੇ ਮਾਹੌਲ ਦੇ ਵਿੱਚ ਛੋਟੇ ਬੰਦੇ ਵੀ ਵੱਡੇ ਬਣ ਜਾਂਦੇ ਆ। ਤੋ ਗੁਰੂ ਮਹਾਰਾਜ ਨੇ ਐਸੀ ਬਖਸ਼ਿਸ਼ ਕੀਤੀ ਹੈ ਕਿ ਸਾਡੀ ਕੌਮ ਦਾ ਸਮੂਹਿਕ ਆਪਾ ਆ ਉਹ ਬਾ ਕਮਾਲ ਆ। ਲੰਬੇ ਸਮੇਂ ਤੋਂ ਇਸ ਸਮੂਹਿਕ ਆਪੇ ਨੂੰ ਪ੍ਰਗਟਾਵਾ ਨਹੀਂ ਸੀ ਮਿਲਿਆ, ਕੋਈ ਮੌਕਾ ਨਹੀਂ ਸੀ ਬਣਦਾ ਜਾਂ ਕੋਈ ਵਿਧ ਨਹੀਂ ਸੀ ਬਣ ਰਹੀ ਜਿਹਦੇ ਨਾਲ ਇਹਨੂੰ ਸਮੂਹਿਕ ਆਪੇ ਦੇ ਉੱਚੇ ਗੁਣ ਆ, ਇਖਲਾਕ ਆ, ਦਲੇਰੀ ਆ, ਸਰਬੱਤ ਦੇ ਭਲੇ ਦੇ ਜਾਂ ਹੋਰ ਜਿੰਨੇ ਵੀ ਫਲਸਫੇ ਦੀਆਂ ਅਸੀਂ ਗੱਲਾਂ ਕਰਾਂਗੇ ਉਹਨਾਂ ਨੂੰ ਪ੍ਰਗਟ ਕਰ ਦੇਣ ਦਾ ਸਬੱਬ ਨਹੀਂ ਸੀ ਬਣ ਰਿਹਾ। ਤੋ ਇਹ ਮਹਾਰਾਜ ਨੇ ਇੱਕ ਬਖਸ਼ਿਸ਼ ਕੀਤੀ ਹੈ ਕਿ ਸਾਡੇ ਸਾਹਮਣੇ ਇਹ ਮੋਰਚਾ ਲੱਗਿਆ ਤੇ ਕੌਮ ਨੇ ਆਪਣੇ ਆਪ ਨੂੰ ਇਹਦੇ ਵਿੱਚ ਸਮੂਹਿਕ ਤੌਰ ਤੇ ਇੱਕ ਉੱਚੇ ਇਖਲਾਕੀ ਰੰਗ ਵਿੱਚ ਪੇਸ਼ ਕੀਤਾ। ਤੇ ਜਿਹੜੀ ਇਹਦੇ ਵਿੱਚ ਅਰਦਾਸ ਦੀ ਨਿਰਾਕਾਰਤਾ ਆ ਉਹਨੇ ਆਪਣੀ ਨਿਰਾਕਾਰਤਾ ਨੂੰ ਬਰਕਰਾਰ ਰੱਖਦਿਆਂ ਹੋਇਆਂ ਕੌਮ ਦੇ ਜਿਹੜਾ ਇੱਕ ਸਾਹਮਣੇ ਵਾਪਰ ਰਹੀਆਂ ਚੀਜ਼ਾਂ ਸੀਗੀਆਂ ਜਾਂ ਕੌਮ ਦਾ ਹੋਣ ਵਾਲਾ ਸਮਾਂ ਆ ਇਹਦੇ ਵਿੱਚ ਉਤਾਰਾ ਕੀਤਾ ਤੇ ਉਹਨੇ ਇੱਕ ਸੁੱਚੇ ਇਖਲਾਕ ਨੂੰ ਸ਼ੁੱਧ ਇਤਿਹਾਸ ਦੀ ਇੱਕ ਗਤੀ ਬਣਾ ਦਿੱਤਾ। ਇਤਿਹਾਸ ਸਾਜਣ ਵਾਲੀ ਇੱਕ ਗਤੀ ਬਣ ਗਈ ਹੈ ਜਿਹੜੀ ਅਰਦਾਸ ਹੈ ਖਾਲਸੇ ਦੀ। ਲੰਮੇ ਸਮੇਂ ਤੋਂ ਖਾਲਸਾ ਰਾਜ ਕਰੇਗਾ, ਖਾਲਸਾ ਆਕੀ ਰਹੇ ਨਾ ਕੋਈ ਦੀ ਅਰਦਾਸ ਕਰਦਾ ਆ ਰਿਹਾ। ਹੋਰ ਜਿੰਨੀਆਂ ਵੀ ਚੀਜ਼ਾਂ ਅਸੀਂ ਗੁਰੂ ਮਹਾਰਾਜ ਕੋਲੋਂ ਜਿੱਥੋਂ ਪ੍ਰਥਮੇ ਖਾਲਸਾ ਜੀ ਕੋ ਵਾਹਿਗੁਰੂ ਚੇਤਾ ਆਵੇ ਤੋਂ ਜਿੱਥੋਂ ਅਰਦਾਸ ਦੇ ਵਿੱਚ ਸਾਡੀਆਂ ਚੀਜ਼ਾਂ ਸ਼ੁਰੂ ਹੁੰਦੀਆਂ ਨੇ। ਅਰਦਾਸ ਦੀ ਪਹਿਲੀ ਮੰਗ ਜਿਹੜੀ ਆ ਉਹ ਖਾਲਸਾ ਜੀ ਕੋ ਵਾਹਿਗੁਰੂ ਚੇਤਾ ਆਵੇ ਦੀ ਹੈ। ਉੱਥੋਂ ਧਰ ਕੇ ਰਾਜ ਕਰੇਗਾ ਖਾਲਸਾ ਤੱਕ ਦਾ ਜਿਹੜਾ ਸਾਰਾ ਸਫ਼ਰ ਹੈ ਅਰਦਾਸ ਦਾ, ਉਹਨੂੰ ਇਹਦੇ ਵਿੱਚ ਆਪਾਂ ਇਤਿਹਾਸਕ ਤੌਰ ਦੇ ਉੱਤੇ ਸੱਚ ਸਾਬਤ ਹੁੰਦਾ ਦੇਖਦੇ ਹਾਂ, ਉਹਨੂੰ ਇੱਕ ਇਤਿਹਾਸਕ ਸੱਚਾਈ ਬਣਦਿਆਂ ਦੇਖਦੇ ਹਾਂ। ਉਸ ਨਿਰਾਕਾਰਤਾ ਨੂੰ ਸਥੂਲਤਾ ਤੇ ਸਰੀਰਕਤਾ ਜਿਹਨੂੰ ਕਹਿ ਲਓ ਕਿ ਉਹ ਐਬਸਟਰੈਕਸ਼ਨ ਨੂੰ ਫਿਜ਼ੀਕਲ ਹਾਲਾਤ ਵਿੱਚ ਪਲਟਦਿਆਂ ਦੇਖਿਆ ਇੱਥੇ ਅਸੀਂ। ਤੇ ਬਹੁਤ ਹੀ ਕਰਾਮਾਤੀ ਚੀਜ਼ਾਂ ਵਾਪਰੀਆਂ ਨੇ। ਜਦੋਂ ਵੀ ਇਸ ਤਰ੍ਹਾਂ ਹੁੰਦਾ ਆ, ਜਦੋਂ ਮਹਾਨ ਸਦਾਚਾਰਕ ਕੀਮਤਾਂ ਜਿਹੜੀਆਂ ਨੇ ਉਹ ਸਮੂਹਿਕਤਾ ਦੇ ਵਿੱਚ ਉਤਰਦੀਆਂ ਨੇ ਤਾਂ ਫਿਰ ਉਹ ਸਦੀਵੀ ਕਾਲ ਲਈ ਉਸ ਸਮੂਹਿਕਤਾ ਨੂੰ ਇੱਕ
कह लो कि डिवाइन विजनरी के तौर पर स्थापित कर देंदियां ने। तो खालसा जी ने इस संघर्ष दे विच अपनी शक्ति नूं क्यों अर्पित किया, इहदा मैं एक छोटा जिहा लॉजिक देना चाहुंदा हां कि खालसा जी ने इतिहास दे विच बादशाही हंडाई हुई है, और वो बादशाही भी इस तरह की सी जिहनूं ਵੱਡੀਆਂ जो उस मौके दीयां शक्तियां सीगियां, सब तो नेड़े साडे ईरान सी ते जां इधर चढ़दे वाले पासे साडे कोल सी अंग्रेज़ सी हुकूमत सी ईस्ट इंडिया कंपनी दी, उस तो बाद इंग्लैंड दी हुकूमत सी, और तिब्बत लद्दाख इन्हां दे नाल ते साडे समझौते होए ही आ। उस तो इलावा ਜਿਹੜੀਆਂ ਵੱਡੀਆਂ हुकूमतां जिवें फ्रांस सीगा ते इंग्लैंड तो बाद जिन्नियां भी ਵੱਡੀਆਂ ताकतां, रशिया सीगा, चीन सीगा, इन्हां ने उस वेले खालसा जी की उस हुकूमत नूं मानता दित्ती कि खालसा जिहड़ा वो एक समर्थ है राज करन दे, और एक बहुत वड्डा राज है। खालसा कौम जिहड़ी एक राजनीतिक कौम है, ते इन्हां दे राज दीयां जिहड़ियां खूबियां ने वो इतिहासकारां ने, समकाली इतिहासकारां ने जां होर बंदियां ने वर्णन कीतियां ने। ते पर उस सारे कुछ दे विचों जो हुण साडे कोल खूबसूरती वापरी कि ਉਹ ਜਿਹੜੀ ਰਾਜਨੀਤਿਕ ਸ਼ਕਤੀ ਉਸ ਵੇਲੇ ਇਤਿਹਾਸ ਵਿੱਚ ਅਸੀਂ ਪ੍ਰਗਟ ਕੀਤੀ ਸੀਗੀ, ਸਮਾਂ ਲੰਘਣ ਦੇ ਨਾਲ ਉਹ ਰਾਜਨੀਤਿਕ ਸ਼ਕਤੀ ਸਾਡੇ ਕੋਲੋਂ ਖੁੱਸੀ, ਤੇ ਹੌਲੀ ਹੌਲੀ ਜਿਹੜਾ ਸਾਡਾ ਹਥਿਆਰਬੰਦ ਸੰਘਰਸ਼ ਮੁੱਕਣ ਤੋਂ ਬਾਅਦ ਕੌਮ ਦੇ ਵਿੱਚ ਰਾਜਨੀਤਿਕ ਚੇਤਨਾ ਜਿਹੜੀ ਹੈ ਇੱਕ ਕਿਸਮ ਦੀ ਕਹਿ ਲਓ ਕਿ ਉਹ ਠੰਡੇ ਬਸਤੇ ਵਿੱਚ ਪੈ ਗਈ। ਤਾਂ ਇਸ ਸੰਘਰਸ਼ ਨੇ ਸਾਨੂੰ ਦੁਬਾਰਾ ਚੇਤਨ ਕੀਤਾ ਆ, ਤੇ ਉਹ ਸ਼ਕਤੀਆਂ ਜਿਹੜੀਆਂ ਆਪਾਂ ਪਿੱਛੇ ਵਰਣਨ ਕਰਕੇ ਆਏ ਹਾਂ ਕਿ ਸਮੂਹਿਕ ਤੌਰ ਤੇ ਇਹਨਾਂ ਸ਼ਕਤੀਆਂ ਨੇ ਕੌਮ ਨੂੰ ਸੁਚੇਤ ਕੀਤਾ, ਜਾਗਰਤ ਕੀਤਾ, ਤੇ ਜਦੋਂ ਇਹ ਕਾਨੂੰਨ ਬਣੇ ਉਸ ਵੇਲੇ ਖਾਲਸਾ ਜੀ ਨੇ ਇਹਨਾਂ ਕਾਨੂੰਨਾਂ ਦੀ ਮਾਰ ਨੂੰ ਮਹਿਸੂਸ ਕੀਤਾ ਕਿ ਹਿੰਦੁਸਤਾਨ ਹੁਣ ਇੱਕ ਕੇਂਦਰੀਕਰਨ ਵੱਲ ਜਾ ਰਿਹਾ ਆ, ਜਿਹਦੇ ਵਿੱਚ ਹਿੰਦੁਸਤਾਨ ਦਾ ਜਿਹੜਾ ਪਹਿਲਾ ਫੈਡਰਲ ਸਟਰਕਚਰ ਆ ਉਹਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਦਿੱਤਾ ਜਾਏਗਾ। ਤੇ ਸਿੱਖ ਕਿਉਂਕਿ ਹਿੰਦੁਸਤਾਨ ਦੇ ਵਿੱਚ ਫੈਡਰਲ ਸਟਰਕਚਰ ਦੀ ਬਹਾਲੀ ਲਈ ਪੂਰੇ ਹਿੰਦੁਸਤਾਨ ਦੀਆਂ ਬਾਕੀ ਕੌਮਾਂ ਤੋਂ ਅੱਗੇ ਲੱਗ ਕੇ ਲੜ ਚੁੱਕੇ ਸਨ ਇੰਦਰਾ ਗਾਂਧੀ ਦੇ ਸਮੇਂ ਤੇ, ਉਸ ਤੋਂ ਬਾਅਦ ਲੰਬੇ ਸਮੇਂ ਤੱਕ ਚੱਲੇ ਸੰਘਰਸ਼ ਦੇ ਵਿੱਚ ਉਸ ਫੈਡਰਲ ਸਟਰਕਚਰ ਦੀ ਬਹਾਲੀ ਤੇ ਉਸ ਤੋਂ ਬਾਅਦ ਵੱਖਰੇ ਖਾਲਸਾ ਰਾਜ ਦੀ ਬਹਾਲੀ ਲਈ ਸਿੱਖਾਂ ਨੇ ਵੱਡੀ ਇੱਕ ਜੰਗ ਲੜ ਲਈ ਸੀਗੀ। ਉਸ ਤੋਂ ਪਿੱਛੇ ਜਿਹੜਾ ਇਤਿਹਾਸ ਦੇ ਵਿੱਚ ਖਾਲਸਾ ਕੌਮ ਦਾ ਜਿਹੜਾ ਰਾਜਨੀਤਿਕ ਇਤਿਹਾਸ ਆ, ਉਹਨਾਂ ਸਾਰੀਆਂ ਚੀਜ਼ਾਂ ਨੇ ਖਾਲਸੇ ਨੂੰ ਉਹਦੀ ਉਹ ਡਿਵਾਈਨ ਵਿਜ਼ਡਮ ਜਿਹੜੀ ਆ ਉਹਦੇ ਵਿੱਚੋਂ ਇਹ ਮਹਿਸੂਸ ਕਰਾਇਆ ਕਿ ਹੁਣ ਹਿੰਦੁਸਤਾਨ ਦੇ ਵਿੱਚ ਜੀਣਾ ਮੁਸ਼ਕਲ ਹੋ ਜਾਏਗਾ ਜਿੱਧਰ ਨੂੰ ਹਿੰਦੁਸਤਾਨ ਦੀ ਹਕੂਮਤ ਚੱਲ ਰਹੀ ਹੈ। ਇਸ ਕਰਕੇ ਖਾਲਸਾ ਜੀ ਨੇ ਇਸ ਸਾਰੇ ਕੁਛ ਦੇ ਵਿੱਚੋਂ ਉਸ ਖਤਰੇ ਨੂੰ ਪੂਰੇ ਹਿੰਦੁਸਤਾਨ ਤੋਂ ਪਹਿਲਾਂ ਮਹਿਸੂਸ ਕਰ ਲਿਆ। ਭਾਵੇਂ ਕਿ ਇਹ ਸੰਘਰਸ਼ ਜਿਹੜਾ ਸ਼ੁਰੂ ਵਿੱਚ ਖੱਬੇ ਪੱਖੀਆਂ ਵੱਲੋਂ ਹੀ ਸੰਘਰਸ਼ ਨੂੰ ਸ਼ੁਰੂ ਕੀਤਾ ਗਿਆ ਸੀਗਾ, ਪਰ ਉਹਦੇ ਬਾਰੇ ਜ਼ਿਆਦਾ ਨੈਗੇਟਿਵ ਨਾ ਹੁੰਦਿਆਂ ਹੋਇਆਂ ਵੀ ਮੈਨੂੰ ਇਸ ਗੱਲ ਕਹਿਣ ਦੇ ਵਿੱਚ ਕੋਈ ਦੁਚਿੱਤੀ ਜਾਂ ਕੋਈ ਔਖ ਨਹੀਂ ਮਹਿਸੂਸ ਹੁੰਦੀ ਕਿ ਆਖਰ ਉਸ ਸੰਘਰਸ਼ ਦਾ ਮਤਲਬ ਕੀ ਬਣਨਾ ਸੀ ਜੇਕਰ ਉਹਦੇ ਵਿੱਚ ਖਾਲਸਾ ਜੀ ਦੀ ਰੂਹ ਸ਼ਾਮਲ ਨਾ ਹੁੰਦੀ। ਤਾਂ ਫਿਰ ਉਸ ਸੰਘਰਸ਼ ਨੇ ਸਿੱਖਾਂ ਦਾ ਜਾਂ ਪੰਜਾਬ ਦਾ ਇਹਨਾਂ ਕਾਨੂੰਨਾਂ ਦੇ ਵਿਰੁੱਧ ਸਿਰਫ ਕਥਾਰਸਿਸ ਕਰਵਾਉਣਾ ਸੀ, ਤੇ ਕਥਾਰਸਿਸ ਕਰਵਾਉਣ ਤੋਂ ਬਾਅਦ ਉਹਨੇ ਸ਼ਾਂਤ ਕਰ ਦੇਣਾ ਸੀਗਾ ਇੱਕ ਵਿਰੋਧ ਦੇ ਨਿਕਲਣ ਦੇ ਨਾਲ ਜਿਹੜਾ ਇਹ ਸਾਰਾ ਹੈਗਾ ਆ ਇਹਨਾਂ ਕਾਨੂੰਨਾਂ ਦੇ ਨਾਲ ਪੈਦਾ ਹੋਇਆ ਜਿਹੜਾ ਵਿਦਰੋਹ ਆ ਉਹਨੂੰ ਕਥਾਰਸਿਸ ਮਿਲਣ ਨਾਲ ਉਹ ਜਿਹੜਾ ਸਾਰਾ ਝਗੜਾ ਆ ਉਹਨੇ ਸ਼ਾਂਤ ਹੋ ਜਾਣਾ ਸੀਗਾ। ਤਾਂ ਇਸ ਕਰਕੇ ਖਾਲਸਾ ਜੀ ਨੇ ਇਹਦੇ ਵਿੱਚ ਸ਼ਾਮਲ ਹੋ ਕੇ ਉਸ ਕਥਾਰਸਿਸ ਤੋਂ ਅਗਲੇ ਪੜਾਅ ਵਿੱਚ ਇਹਨੂੰ ਸੰਘਰਸ਼ ਨੂੰ ਖੜਿਆ ਆ। ਤਾਂ ਖਾਲਸਾ ਜੀ ਨੂੰ ਮਹਿਸੂਸ ਹੋ ਗਿਆ ਕਿ ਇਹਨਾਂ ਕਾਨੂੰਨਾਂ ਦਾ ਸਾਦਾ ਵਿਰੋਧ ਜਿਹੜਾ ਆ ਉਹ ਕਿਸੇ ਤਰ੍ਹਾਂ ਦਾ ਨਿਆਂ ਨਹੀਂ ਸਿਰਜੇਗਾ ਧਰਤੀ ਦੇ ਉੱਤੇ। ਤੇ ਖਾਲਸਾ ਜੀ ਨੇ ਫਿਰ ਇਸ ਸੰਘਰਸ਼ ਨੂੰ ਥੋੜਾ ਕਹਿ ਲਓ ਕਿ ਤਿੱਖਾ ਕੀਤਾ ਤੇ ਦਿੱਲੀ ਸਰਕਾਰ ਨੂੰ ਉਹਨਾਂ ਕਿਵੇਂ ਝੁਕਾਇਆ ਜਾ ਸਕਦਾ ਆ ਉਹ ਰਣਨੀਤੀ ਗੁਰੂ ਨੇ ਕਿਰਪਾ ਕਰਕੇ ਆਪ ਵਰਤਾਈ। ਇੱਕ ਜਾਰਾ ਕਲਾ ਲੋਕਾਂ ਨੇ ਵਰਤਦੀ ਹੋਈ ਦੇਖੀ ਜਦੋਂ ਆਮ ਸਧਾਰਨ ਬੰਦਿਆਂ ਨੇ ਜਿਹੜਾ ਆ ਉਹ ਇੰਨਾ ਵੱਡਾ ਕਹਿ ਲਓ ਕਿ ਮਰਹਲਾ ਸਾਜ ਕੇ ਵਿਖਾ ਦਿੱਤਾ। ਤੇ ਇਹਦੇ ਵਿੱਚ ਲੋਕਾਂ ਨੇ ਆਪ ਦੇਖਿਆ ਵੀ ਜਿਹੜਾ ਸਮੂਹਿਕ ਅਮਲ ਆ ਉਹ ਅਰਦਾਸ ਵਿੱਚ ਪਲਟਿਆ ਤੇ ਉਹਦੇ ਵਿੱਚੋਂ ਇੱਕ ਅਲੌਕਿਕ ਰੌਸ਼ਨੀ ਪ੍ਰਗਟ ਹੋਈ ਜਿਨਨੇ ਖਾਲਸਾ ਜੀ ਨੂੰ ਇੱਕ ਡਿਵਾਈਨ
ਵਿਜ਼ਨਰੀ ਹਸਤੀ ਦੇ ਤੌਰ ਤੇ ਸਥਾਪਿਤ ਕੀਤਾ ਆ। ਜਿਹੜੀਆਂ ਹਿੰਦੁਸਤਾਨ ਦੀਆਂ ਕੌਮਾਂ ਆ ਉਹ ਖਾਲਸਾ ਜੀ ਵੱਲ ਇਸ ਤਰ੍ਹਾਂ ਦੇਖ ਰਹੀਆਂ ਆ ਕਿ ਇਹ ਸਾਨੂੰ ਅਗਵਾਈ ਦੇਣਗੇ ਔਰ ਹਿੰਦੁਸਤਾਨ ਦਾ ਜਿਹੜਾ ਮੌਜੂਦਾ ਸਟਰਕਚਰ ਆ ਉਹਦੇ ਵਿੱਚ ਜਿਹੜੀ ਉਹਨਾਂ ਦੀ ਹਸਤੀ ਘੁੱਟ ਰਹੀ ਆ ਉਹਦੇ ਵਿੱਚੋਂ ਆਜ਼ਾਦੀ ਦਾ ਜਾਂ ਮਾਣ ਨਾਲ ਜੀਣ ਦਾ ਰਾਹ ਸਿੱਖ ਉਹਨਾਂ ਨੂੰ ਦਿਖਾਉਣਗੇ। ਤੇ ਇਸ ਸਾਰੇ ਕੁਛ ਦੇ ਵਿੱਚ ਜੇ ਆਪਾਂ ਕਹੀਏ ਵੀ ਹੋਇਆ ਕੀ ਆ, ਤਾਂ ਥੋੜੇ ਸ਼ਬਦਾਂ ਵਿੱਚ ਜੇ ਕਹਿਣਾ ਹੋਵੇ ਤਾਂ ਮੈਂ ਇਹ ਸਮਝਦਾ ਵੀ ਰੌਥਸ਼ਾਇਲਡ ਤੋਂ ਲੈ ਕੇ ਤੇ ਫੋਰਡ ਤੱਕ, WTO ਤੋਂ ਲੈ ਕੇ ਐਗਰੀਮੈਂਟ ਔਨ ਐਗਰੀਕਲਚਰ ਤੱਕ, ਤੇ ਫੇਸਬੁੱਕ ਤੋਂ ਜੀਓ ਤੱਕ, ਸਾਵਰਕਰ ਤੋਂ ਮੋਦੀ ਤੱਕ, ਮਨੂ ਸਮਰਤੀ ਤੋਂ ਖੇਤੀ ਕਾਨੂੰਨਾਂ ਤੱਕ ਭਾਰਤੀ ਸੰਵਿਧਾਨ, ਇਸ ਸਾਰੇ ਕੁਝ ਨੂੰ ਖਾਲਸਾ ਜੀ ਨੇ ਆਪਣੇ ਇੱਕੋ ਐਕਸ਼ਨ ਦੇ ਨਾਲ ਚੈਲੰਜ ਕੀਤਾ ਆ ਤੇ ਦੁਨੀਆ ਦੇ ਸਾਹਮਣੇ ਉਹਨੂੰ ਬੇਪਰਦ ਕੀਤਾ ਆ। ਉਹਦੇ ਅੰਦਰ ਚੱਲਣ ਵਾਲੀ ਕਮੀਨਗੀ ਨੂੰ, ਉਹਦੇ ਅੰਦਰ ਚੱਲਣ ਵਾਲੀ ਬੇਨਿਆਈ ਨੂੰ, ਉਹਦੇ ਅੰਦਰ ਚੱਲਣ ਵਾਲੀ ਧੱਕੇਸ਼ਾਹੀ ਨੂੰ ਪ੍ਰਗਟ ਕੀਤਾ ਆ, ਜ਼ਾਹਰ ਕੀਤਾ ਆ ਤੇ ਦੁਨੀਆ ਦੇ ਸਾਹਮਣੇ ਉਹਨੂੰ ਅਲਫ ਨੰਗਾ ਜਿਹਨੂੰ ਪੰਜਾਬੀ 'ਚ ਕਹਿ ਦਿੰਦੇ ਵੀ ਉਹ ਕਰਕੇ ਦਿਖਾ ਦਿੱਤਾ ਆ। ਔਰ ਇਹਦੇ ਨਾਲ ਜਿਹੜੀਆਂ ਧਿਰਾਂ ਪੰਜਾਬ ਦੇ ਵਿੱਚ ਸੈਕੂਲਰ ਲਿਬਰਲ ਰੰਗ ਦੇ ਵਿੱਚ ਪੁਰਾਣੇ ਜਿਹੜਾ ਹੁਣੇ ਨੇੜਲੇ ਇਤਿਹਾਸ ਦੇ ਵਿੱਚ ਵਾਪਰਿਆ ਸਿੱਖ ਸੰਘਰਸ਼ ਸੀਗਾ ਉਹਨੂੰ ਨਿੰਦਣ ਤੇ ਰੱਦ ਕਰਨ ਦੀ ਰਾਤ ਦਿਨ ਮਿਹਨਤ ਕਰਦੀਆਂ ਸੀਗੀਆਂ, ਉਹਨਾਂ ਨੂੰ ਵੀ ਇਹ ਕਹਿਣ ਲਈ ਮਜਬੂਰ ਕੀਤਾ ਆ ਕਿ ਉਸ ਵੇਲੇ ਜੋ ਸਿੱਖਾਂ ਨੇ ਸੰਘਰਸ਼ ਹਿੰਦੁਸਤਾਨ ਦੀ ਉਸ ਹਕੂਮਤ ਦੇ ਖਿਲਾਫ ਲੜਿਆ ਸੀਗਾ, ਜਿਹੜੀ ਕੇਂਦਰੀਕਰਨ ਦੇ ਰਾਹ ਪਈ ਹੋਈ ਸੀ, ਜਿਹੜੀ ਅਥੋਰੀਟੇਰੀਅਨ ਮਾਡਲ ਤੇ ਚੱਲ ਰਹੀ ਸੀ, ਜਿਹੜੀ ਤਾਨਾਸ਼ਾਹੀ ਦੇ ਰਸਤੇ ਪਈ ਹੋਈ ਸੀ, ਉਹਨੂੰ ਇੱਕੋ ਵੇਲੇ ਖਾਲਸੇ ਨੇ ਸਾਰੇ ਕੁਛ ਨੂੰ ਚੈਲੰਜ ਕਰਕੇ ਉਹਨਾਂ ਨੂੰ ਇਹ ਮਜਬੂਰ ਕਰ ਦਿੱਤਾ ਕਹਿਣ ਲਈ ਕਿ ਸਿੱਖਾਂ ਨੇ ਜਿਹੜਾ ਪਹਿਲਾ 84 ਵਾਲਾ ਸੰਘਰਸ਼ ਲੜਿਆ ਆ ਉਹ ਬਿਲਕੁਲ ਵਾਜਬ ਸੰਘਰਸ਼ ਸੀਗਾ। ਅੱਜ ਪੰਜਾਬ ਦੀ ਸਾਰੀ ਅਫਸਰਸ਼ਾਹੀ, ਹਿੰਦੁਸਤਾਨ ਦੀਆਂ ਵੱਡੀਆਂ ਪੋਸਟਾਂ ਤੇ ਬੈਠੇ ਹੋਏ ਪੰਜਾਬੀ, ਚਾਹੇ ਉਹ ਹਿੰਦੂ ਹਨ, ਚਾਹੇ ਉਹ ਕਿਸੇ ਵੀ ਕਮਿਊਨਿਟੀ ਨਾਲ ਸੰਬੰਧ ਰੱਖਦੇ ਹਨ, ਸਿੱਖ ਤਾਂ ਕਰ ਹੀ ਰਹੇ ਹਨ, ਉਹ ਵੀ ਇਹ ਸੋਚ ਰਹੇ ਹਨ ਕਿ ਸਿੱਖਾਂ ਦੇ ਕੋਲ ਕੋਈ ਖਾਸ ਚੀਜ਼ ਹੈ ਜਿਹੜਾ ਉਹ ਰਾਜਨੀਤਿਕ ਵਰਤਾਰਿਆਂ ਦੇ ਅੰਦਰ ਚੱਲਣ ਵਾਲੀ ਜਿਹੜੀ ਡੀਪ ਸਟੇਟ ਦੀ ਹਲਚਲ ਆ ਉਹਨੂੰ ਉਹ ਮਹਿਸੂਸ ਕਰ ਲੈਂਦੇ ਆ। ਤੋ ਇਸ ਸੰਘਰਸ਼ ਦੇ ਵਿੱਚ ਜਿਹੜੀ ਮੈਨੂੰ ਇਹ ਕੇਂਦਰੀ ਚੀਜ਼ਾਂ ਲੱਗੀਆਂ ਨੇ, ਇੱਕ ਦੋ ਇਹ ਮੈਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਨੇ। ਇਹਦੇ ਵਿੱਚ ਸਿਦਕ ਆ, ਅਰਦਾਸ ਆ ਤੇ ਖਾਲਸੇ ਦਾ ਇੱਕ ਡਿਵਾਈਨ ਵਿਜ਼ਨ ਆ, ਖਾਲਸੇ ਦੀ ਇੱਕ ਡਿਵਾਈਨ ਹਸਤੀ ਆ ਜਿਹੜੀ ਸੰਗਠਿਤ ਹੋਈ ਆ, ਜਿਹੜੀ ਇਸ ਸੰਘਰਸ਼ ਨੂੰ ਚਲਾ ਵੀ ਰਹੀ ਆ, ਇਤਿਹਾਸ ਸਾਜ ਵੀ ਰਹੀ ਆ ਤੇ ਇਤਿਹਾਸ ਸਾਜਣ ਵਾਲੀ ਉਸ ਗਤੀ ਦੇ ਉੱਤੇ ਪਹਿਰਾ ਵੀ ਰੱਖ ਰਹੀ ਆ ਤੇ ਇਸ ਸਾਰੇ ਇਤਿਹਾਸ ਨੂੰ ਆਪਣੀ ਰੂਹਾਨੀਅਤ ਦੀ ਛਾਂ ਵਿੱਚ ਚੱਲਦਾ ਰੱਖਣ ਵਿੱਚ ਅੱਜ ਤੱਕ ਉਹ ਕਾਮਯਾਬ ਆ। ਹੁਣ ਇਸ ਵੇਲੇ ਦੀ ਗੱਲ ਜੇ ਆਪਾਂ ਕਰੀਏ ਤੇ ਇਸ ਵੇਲੇ ਹਕੂਮਤ ਅੰਦਰੋਂ ਹਾਰ ਚੁੱਕੀ ਆ, ਪਰ ਮੈਂ ਦੇਖਿਆ ਕਿ ਕਈ ਵਾਰੀ ਸਾਡੇ ਨਾਲ ਵੀ ਇਸ ਤਰ੍ਹਾਂ ਹੁੰਦਾ ਆ ਕਿ ਜਦੋਂ ਬੰਦੇ ਨੂੰ ਬਹੁਤ ਜ਼ਿਆਦਾ ਡਰ ਆ ਜਾਵੇ ਤਾਂ ਡਰ ਚੋਂ ਵੀ ਲਲਕਾਰੇ ਮਾਰਨ ਲੱਗ ਜਾਂਦਾ ਹੈ। ਤੋ ਇਹ ਇਸ ਵੇਲੇ ਜਿਹੜੀ ਸਰਕਾਰ ਦੀ ਹਉਂ ਆ, ਹਿੰਡ ਆ, ਉਹ ਸਿਰਫ ਡਰ ਵਿੱਚੋਂ ਲਲਕਾਰਾ ਮਾਰਨ ਵਾਲੀ ਆ, ਅੰਦਰੋਂ ਟੁੱਟ ਚੁੱਕੇ ਆ, ਹਾਰ ਚੁੱਕੇ ਆ। ਖਾਲਸੇ ਦੇ ਇਸ ਇਖਲਾਫ ਦੇ ਸਾਹਮਣੇ ਉਹਨਾਂ ਦੀ ਪੂਰੀ ਤਰ੍ਹਾਂ ਹਾਰ ਹੋ ਚੁੱਕੀ ਆ, ਪਰ ਉਹ ਇਹ ਨਹੀਂ ਚਾਹੁੰਦੇ ਕਿ ਇਹਦਾ ਕ੍ਰੈਡਿਟ ਖਾਲਸਾ ਪੰਥ ਨੂੰ ਜਾਵੇ ਤੇ ਇਹਦੇ ਵਿੱਚੋਂ ਖਾਲਸਾ ਰਾਜਨੀਤੀ ਦਾ ਕੋਈ ਰਾਹ ਨਿਕਲੇ। ਇਸ ਕਰਕੇ ਉਹਨਾਂ ਨੇ ਇਹ ਸੋਚਣਾ ਆ ਕਿ ਇਸ ਸਾਰੇ ਕੁਝ ਦੇ ਵਿੱਚੋਂ ਜੇ ਇਸ ਸੰਘਰਸ਼ ਨੂੰ ਸਮੇਟਣਾ ਆ ਤੇ ਇਹਦੀਆਂ ਮੰਗਾਂ ਮੰਨਣੀਆਂ ਆ ਤਾਂ ਜਿਹੜੀਆਂ ਆਗੂ ਧਿਰਾਂ ਨੇ ਉਹਨਾਂ ਵਿੱਚ ਸਿਰਫ ਉਹੀ ਧਿਰਾਂ ਬਚਣ ਜਿਨ੍ਹਾਂ ਨੂੰ ਅੱਗੇ ਚੱਲ ਕੇ ਸਰਕਾਰ ਆਪਣੇ ਹਿੱਤ ਲਈ ਵਰਤ ਸਕੇ। ਕੋਈ ਵੀ ਸ਼ੁੱਧ ਖਾਲਸਾ ਸਪਿਰਿਟ ਦੀ ਰਿਪਰੈਜ਼ੈਂਟੇਸ਼ਨ ਕਰਨ ਵਾਲੀ ਧਿਰ ਨੂੰ ਇਹਦਾ ਕ੍ਰੈਡਿਟ ਉਹ ਨਹੀਂ ਲੈਣ ਦੇਣਗੇ। ਤੇ ਇਸ ਤੋਂ ਅਗਲੀਆਂ ਕੁਝ ਗੱਲਾਂ ਨੇ ਜਿਹੜੀਆਂ ਮੈਂ ਸਮਝਦਾ ਕਿ ਇਨਸਾਈਟ ਦੇ ਤੌਰ ਤੇ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀ ਚਾਹੁੰਦਾ। ਉਹ ਇਹ ਆ ਕਿ ਹਾਲੇ ਤੱਕ ਇਸ ਸੰਘਰਸ਼ ਦੇ ਵਿਰੋਧ ਦੇ ਵਿੱਚ ਹਿੰਦੁਸਤਾਨ ਦੀ ਜਿਹੜੀ ਡੀਪ ਸਟੇਟ ਆ ਉਹਦੇ ਵੱਡੇ ਖਿਡਾਰੀ ਉਹ ਦ੍ਰਿਸ਼ ਤੇ ਨਹੀਂ ਹੈਗੇ। ਉਹ ਕਿਸੇ ਬਹੁਤ ਹੀ ਠੰਡੀ ਬਰਫ਼ ਵਰਗੀ ਚੁੱਪ ਦੇ ਵਿੱਚ ਬੈਠੇ ਹੋਏ ਨੇ, ਜਿਹਦੇ ਤੋਂ ਇਸ ਸੰਘਰਸ਼ ਤੋਂ ਬਾਅਦ ਵਾਲੀ ਸਥਿਤੀ ਜਿਹੜੀ ਹੋਏਗੀ ਉਹਦੇ ਵਿੱਚ ਕਿਸੇ ਖਤਰਨਾਕ ਸਾਜ਼ਿਸ਼ ਦੀ ਕੰਸੋ ਮਿਲ ਰਹੀ ਹੈ। ਪੰਥ ਨੂੰ ਬਹੁਤ ਜ਼ਿਆਦਾ ਜਾਗਰੂਕ ਹੋ ਕੇ ਇਸ ਸੰਘਰਸ਼ ਤੋਂ ਬਾਅਦ ਵਾਲੀਆਂ ਸਥਿਤੀਆਂ ਨੂੰ ਕੋਈ ਰੂਪ ਰੇਖਾ ਦੇਣੀ ਪਏਗੀ। ਇਸ ਸੰਘਰਸ਼ ਦੇ ਨਾਲ ਪੰਥਕ ਰਾਜਨੀਤੀ ਦਾ ਮੁਹਾਜ ਖੁੱਲਿਆ ਆ ਤੇ ਉਹਦੇ ਵਿੱਚੋਂ ਭਵਿੱਖ ਦੇ ਪੰਜਾਬ ਔਰ ਖਾਲਸਾ ਰਾਜ ਦੇ ਨਕਸ਼ ਤਰਾਸ਼ੇ ਜਾਣ ਦੀ ਮੁਹਿੰਮ ਲਗਭਗ ਪੂਰੇ ਜੋਬਨ ਤੇ ਸ਼ੁਰੂ ਹੋ ਚੁੱਕੀ ਹੈ। ਤੁਹਾਡਾ ਯਤਨ ਵੀ ਲਗਭਗ ਉਸ ਦਿਸ਼ਾ ਵਿੱਚ ਇੱਕ ਯਤਨ ਮੰਨਿਆ ਜਾਵੇਗਾ। ਤੇ ਇਸ ਸਾਰੇ ਕੁਝ ਦੇ ਵਿੱਚ ਸਾਡੇ ਲਈ ਜਿੰਨੀਆਂ ਵੀ ਹਿੰਦੁਸਤਾਨ ਦੀ ਇਸ ਡੀਪ ਸਟੇਟ ਦੇ ਪਿੱਛੇ ਖੜੀਆਂ ਸ਼ਕਤੀਆਂ ਨੇ
ਜਿਨ੍ਹਾਂ ਦੇ ਮੈਂ ਥੋੜ੍ਹੇ ਜਿਹੇ ਸੰਖੇਪ ਜੇ ਨਾਂ ਵੀ ਲਏ ਨੇ, ਰੌਥਸ਼ਾਇਲਡ ਤੋਂ ਲੈ ਕੇ ਤੇ ਬਾਕੀ ਜਿਹੜੇ ਸਾਰੇ ਨਾਂ ਨੇ ਜਿਨ੍ਹਾਂ ਦੇ ਵਿੱਚ ਦੁਨੀਆ ਦੇ ਕਾਰਪੋਰੇਟ ਜਗਤ ਦੇ ਪਿੱਛੇ ਪੈਸੇ ਖਰਚ ਕਰਨ ਵਾਲੇ ਵੱਡੇ ਘਰਾਣੇ, ਕਾਰਪੋਰੇਟ ਕੰਪਨੀਆਂ, ਭਾਰਤੀ ਕਾਰਪੋਰੇਟ ਜਗਤ, ਹਿੰਦੁਸਤਾਨ ਦੀਆਂ ਆਪਣੀਆਂ ਹਿੰਦੂਵਾਦੀ ਜਿਹੜੀਆਂ ਏਜੰਡੇ ਨਾਲ ਜੁੜੀਆਂ ਹੋਈਆਂ ਪਹਿਲਾਂ ਹਨ ਜਾਂ ਪ੍ਰਾਇਓਰਟੀਜ਼ ਹਨ, ਉਹ RSS ਦਾ ਆਪਣਾ ਇੱਕ ਏਜੰਡਾ, ਔਰ ਕਲੈਕਟਿਵ ਹਿੰਦੂ ਮਾਈਂਡ ਜਿਹਨੂੰ ਬੜੀ ਤੇਜ਼ੀ ਦੇ ਨਾਲ ਕਿਸੇ ਕਹਿ ਲਓ ਕਿ ਅਲੋਕਾਰੀ ਸ਼ਕਤੀ ਨੇ ਆਮ ਸਧਾਰਨ ਹਿੰਦੂਆਂ ਤੋਂ ਮੋਦੀ ਭਗਤ ਵਿੱਚ ਟਰਾਂਸਫਾਰਮ ਕੀਤਾ। ਉਹ ਸਾਰਾ ਮੈਕੈਨਿਜ਼ਮ ਜਿਹੜਾ ਆ, ਉਹ ਮੈਕੈਨਿਜ਼ਮ ਤੇ ਵੱਡੀਆਂ ਜਿਹੜੀਆਂ ਸਾਰੀ ਚੀਜ਼ਾਂ ਦਾ ਆਪਾਂ ਨਾਂ ਲੈਣੇ, ਇੰਨੇ ਘਰਾਣੇ ਤੇ ਸਾਰਾ ਜਿਹੜਾ ਕੁਛ ਆ, ਉਹ ਇਸ ਸੰਘਰਸ਼ ਨੂੰ ਦੇਖ ਰਿਹਾ ਆ। ਤੇ ਇਸ ਸੰਘਰਸ਼ ਦਾ ਜੋ ਵੀ ਨਤੀਜਾ ਨਿਕਲੇਗਾ, ਉਸ ਤੋਂ ਬਾਅਦ ਪੰਜਾਬ ਬਾਰੇ ਔਰ ਸਿੱਖਾਂ ਬਾਰੇ ਜਿਹੜੀਆਂ ਵੱਡੀਆਂ ਪਾਲਿਸੀਜ਼ ਬਣਨਗੀਆਂ ਇਹਨਾਂ ਨੂੰ ਨਜਿੱਠਣ ਲਈ ਜਾਂ ਇਹਨਾਂ ਦਾ ਇਤਿਹਾਸ ਵਿੱਚ ਥਾਂ ਨਿਸ਼ਚਿਤ ਕਰਨ ਲਈ, ਇਹਨਾਂ ਨੂੰ ਕੋਈ ਬਣਦਾ ਸਤਿਕਾਰ ਦੇਣ ਲਈ ਜਾਂ ਇਹਨਾਂ ਨੂੰ ਨੇਸਤੋ ਨਾਬੂਦ ਕਰਨ ਲਈ ਜਿਹੜੀਆਂ ਵੀ ਯੋਜਨਾਵਾਂ ਬਣਨੀਆਂ ਹਨ, ਉਹਨਾਂ ਦਾ ਵੀ ਨਾਲ ਹੀ ਆਗਾਜ਼ ਹੋ ਚੁੱਕਾ ਹੈ, ਜਿਹਦੇ ਪ੍ਰਤੀ ਖਾਲਸਾ ਜੀ ਨੂੰ ਹੁਣ ਤੋਂ ਹੀ ਸੰਜੀਦਾ ਹੋਣਾ ਚਾਹੀਦਾ ਆ। ਇਸ ਕਰਕੇ ਮੈਂ ਅੱਜ ਦੇ ਇਸ ਗੱਲਬਾਤ ਨੂੰ ਇਸ ਨੁਕਤੇ ਤੇ ਲਿਆ ਕੇ ਖਤਮ ਕਰਦਾ ਹਾਂ ਕਿ ਇਸ ਸੰਘਰਸ਼ ਦਾ ਨਤੀਜਾ ਕੋਈ ਵੀ ਨਿਕਲੇ, ਜਿਹੜੀ ਪੋਸਟ ਦਿੱਲੀ ਸਿਚੁਏਸ਼ਨ ਆ, ਖਾਲਸੇ ਨੂੰ ਹੁਣ ਉਹਦੇ ਲਈ ਕਮਰ ਕੱਸਾ ਕਰਨਾ ਪਏਗਾ। ਖਾਲਸੇ ਲਈ ਉਹ ਯਕੀਨਨ ਸੁਖਾਵੀਂ ਨਹੀਂ ਹੋਏਗੀ। ਮੇਰੇ ਖਿਆਲ ਨਾਲ ਹੁਣ ਜੰਗ ਦਾ ਆਗਾਜ਼ ਹੋ ਚੁੱਕਾ ਆ ਤੇ ਇਹ ਢਿੱਲੇ ਪੈਰੀ ਨਹੀਂ, ਬਹੁਤ ਹੀ ਚੜ੍ਹਦੀ ਕਲਾ ਨਾਲ ਖਾਲਸਾ ਇਹਦੇ ਨਾਲ ਨਜਿੱਠੇਗਾ। ਯਕੀਨਨ ਖਾਲਸਾ ਚੜ੍ਹਦੀ ਕਲਾ ਵਿੱਚ ਜਾਏਗਾ ਤੇ ਜੋ ਗੁਰੂ ਮਹਾਰਾਜ ਨੇ ਸਾਡੇ ਨਾਲ ਬਚਨ ਬਲਾਸ ਕੀਤੇ ਨੇ, ਜੇਕਰ ਖਾਲਸਾ ਉਹਨਾਂ ਤੇ ਪਹਿਰਾ ਦਿੰਦਾ ਆ ਤੇ ਯਕੀਨਨ ਜਿੱਤ ਖਾਲਸੇ ਦੀ ਹੋਏਗੀ। ਅੱਗੇ ਜੋ ਪ੍ਰੋਗਰਾਮ ਆਪ ਜੀ ਦਾ ਹੈ ਉਸ ਹਿਸਾਬ ਨਾਲ ਅੱਗੇ ਗੱਲ ਸ਼ੁਰੂ ਕੀਤੀ ਜਾਏਗੀ। ਬਹੁਤ ਬਹੁਤ ਧੰਨਵਾਦ ਤੁਹਾਡਾ ਭਾਈ ਸਾਹਿਬ, ਤੁਸੀਂ ਜਿੰਨੀ ਡਿਟੇਲ ਦੇ ਵਿੱਚ ਤੇ ਜਿੰਨੇ ਅਹਿਮ ਤੁਸੀਂ ਕਹਿ ਲਓ ਸਬਜੈਕਟਸ ਨੂੰ ਤੁਸੀਂ ਛੋਇਆ ਤੇ ਕਈਆਂ ਦੇ ਵਿੱਚ ਤੁਸੀਂ ਡਿਟੇਲ ਦੇ ਵਿੱਚ ਵੀ ਗਏ ਹੈਗੇ ਹੋ। ਆਪਾਂ ਹੁਣ ਸਵਾਲ ਜਵਾਬ ਦੇ ਵਿੱਚ ਗੱਲ ਜਾਰੀ ਰੱਖਾਂਗੇ ਤੇ ਆਪਾਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦੇ ਸੀ। ਤੁਸੀਂ ਕਈ ਜਿਵੇਂ ਤੁਸੀਂ ਮਹਿਬੂਬ ਸਾਹਿਬ ਦੀਆਂ ਸਿਦਕ ਤੇ ਅਰਦਾਸ ਦੀ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਅਤੇ ਉਸ ਤੋਂ ਬਾਅਦ ਜਿਵੇਂ ਤੁਸੀਂ ਗਾਹਾਂ ਆਪਣਾ ਖਾਲਸੇ ਦੇ ਵਿਜ਼ਨ ਦੀ ਗੱਲ ਵੀ ਕੀਤੀ ਹੈਗੀ ਆ ਵੀ ਹੁਣ ਜੋ ਇਹ ਸੰਘਰਸ਼ ਹੈ ਵੀ ਕਿੱਥੋਂ ਸ਼ੁਰੂ ਹੋਇਆ ਸੀ, ਫਾਊਂਡੇਸ਼ਨ ਕਿਸ ਕਹਿ ਲਓ ਸਿਧਾਂਤਾਂ ਤੇ ਬਣੀ ਹੈਗੀ ਅਤੇ ਗਾਹਾਂ ਤੁਰ ਕਿਸ ਪਾਸੇ ਨੂੰ ਰਿਹਾ। ਜੇ ਆਪਾਂ ਦੇਖੀਏ ਸਿੱਖ ਦੀ ਜਿਹੜੀ ਕਹਿ ਲਓ ਜਿਹੜੀ ਰੈਵੋਲੂਸ਼ਨਰੀ ਨੇਚਰ ਆ ਸਿੱਖੀ ਦੀ, ਗੁਰਮਤ ਦੀ, ਤੇ ਜਿਹੜੀ ਆਪਣੀ ਸਿੱਖ ਸਿਧਾਂਤਕ ਰਹਿਣੀ ਹੈਗੀ ਆ ਜੋ ਉਸ ਦੇ ਵਿੱਚ ਜੇ ਆਪਾਂ ਪੋਲੀਟੀਕਲ ਸੰਘਰਸ਼ ਨੂੰ ਦੇਖਦੇ ਹੋਈਏ ਗੱਲ ਕਰੀਏ ਤਾਂ ਜੇ ਆਪਾਂ ਨਾਮ ਦੀ ਗੱਲ ਕਰੀਏ ਜਾਂ ਮੀਰੀ ਪੀਰੀ ਦੀ ਗੱਲ ਕਰੀਏ, ਪਾਤਸ਼ਾਹੀ ਦੀ ਗੱਲ ਕਰੀਏ, ਸਰਬੱਤ ਦਾ ਭਲਾ ਜਾਂ ਹਲੀਮੀ ਰਾਜ ਦੀ ਗੱਲ ਕਰੀਏ, ਇਹ ਸਾਰੀਆਂ ਚੀਜ਼ਾਂ ਕਿਵੇਂ ਰਿਲੇਟਡ ਹਨ ਤੇ ਇਹ ਇਸ ਪਾਥ ਦੇ ਉੱਤੇ ਜਿਹੜੀ ਆਪਣੀ ਸਿਧਾਂਤਕ ਰਹਿਣੀ ਹੈਗੀ ਆ ਉਸ ਦੇ ਵਿੱਚ ਇਹ ਕਿੱਦਾਂ ਕਿਸ ਤਰ੍ਹਾਂ ਦੇ ਰੂਪ ਲੈਂਦੀ ਹੈ? ਹਾਂਜੀ, ਜਿਹੜਾ ਸਿੱਖ ਦਾ ਕਿਰਦਾਰ ਆ ਉਹਨੂੰ ਘੜਨ ਦੇ ਵਿੱਚ ਇਹ ਸਾਰੀਆਂ ਜੋ ਚੀਜ਼ਾਂ ਤੁਸੀਂ ਗਿਣੀਆਂ ਨੇ, ਇਹ ਸਾਰੀਆਂ ਹੀ ਉਸ ਕਿਰਦਾਰ ਨੂੰ ਘੜਦੀਆਂ ਨੇ। ਤੇ ਉਹਦੇ ਵਿੱਚ ਜਿਹੜਾ ਮੁੱਢਲਾ ਇੱਕ ਕਹਿ ਲਓ ਕਿ ਐਲੀਮੈਂਟ ਆ ਸਿੱਖ ਦਾ, ਉਹ ਹੈਗਾ ਉਹਦਾ ਇਖਲਾਕ। ਉਸ ਤੋਂ ਬਾਅਦ ਬਾਕੀ ਸਾਰੇ ਗੁਣ ਆ ਜਾਂਦੇ ਆ। ਉਸ ਇਖਲਾਕ ਨੇ ਹੀ ਇੱਕ ਜ਼ਿੰਮੇਵਾਰ ਸ਼ਖਸੀਅਤ ਨੂੰ ਜਨਮ ਦੇਣਾ ਹੁੰਦਾ ਆ। ਤੋ ਜਦੋਂ ਅਰਦਾਸ ਦਾ ਜਲਵਾ ਪ੍ਰਗਟ ਹੁੰਦਾ ਆ, ਅਰਦਾਸ ਆਪਣੀ ਨਿਰਾਕਾਰਤਾ ਨੂੰ ਸਰੀਰਕਤਾ ਵਿੱਚ ਢਾਲਦੀ ਆ, ਕੋਈ ਆਕਾਰ ਗ੍ਰਹਿਣ ਕਰਦੀ ਹੈ, ਸਾਕਾਰਤਾ ਗ੍ਰਹਿਣ ਕਰਦੀ ਆ, ਤਾਂ ਫਿਰ ਉਹ ਸਿੱਖ ਦੇ ਸਰੀਰ ਵਿੱਚ, ਬਾਕੀ ਧਰਮਾਂ ਦੇ ਵਿੱਚ ਵੀ ਅਰਦਾਸ ਦੀ ਹੋਂਦ ਹੈ। ਵੇਦਾਂ ਦੇ ਵਿੱਚ ਅਰਦਾਸ ਹੈ, ਹੋਰ ਧਰਮਾਂ ਦੇ ਵਿੱਚ ਅਰਦਾਸ ਹੈ, ਤੇ ਉੱਥੇ ਵੀ ਟਰਾਂਸਫਾਰਮੇਸ਼ਨ ਵਾਪਰਦੀ ਹੈ। ਪਰ ਆਪਾਂ ਸਿੱਖੀ ਦੇ ਸੰਦਰਭ ਵਿੱਚ ਗੱਲ ਕਰ ਰਹੇ ਹਾਂ ਤਾਂ ਇੱਥੇ ਅਰਦਾਸ ਦੀ ਜਿਹੜੀ ਟਰਾਂਸਫਾਰਮੇਟਿਵ ਪਾਵਰ ਆ ਉਹ ਵੱਡੇ ਕਹਿ ਲਓ ਕਿ ਇੱਕ ਇਤਿਹਾਸਕ ਸੱਚ ਵਜੋਂ ਦੁਨੀਆ ਦੇ ਸਾਹਮਣੇ ਪ੍ਰਗਟ ਹੁੰਦੀ ਹੈ। ਤੇ ਉਹਦੇ ਨਾਲ ਜਿਹੜਾ ਸਿੱਖ ਦਾ ਕਿਰਦਾਰ ਹੈ ਉਹ ਅਸਲੋਂ ਹੀ ਬਦਲ ਜਾਂਦਾ। ਜੇ ਉਹ ਪਹਿਲਾਂ ਚੋਰ ਸੀ ਤੇ ਗੁਰੂ ਦੀ ਸ਼ੋਅ ਦੇ ਨਾਲ ਉਹ ਭਗਤ ਸਾਬਤ ਹੋਇਆ, ਯੋਧਾ ਸਾਬਤ ਹੋਇਆ ਔਰ ਗੁਰੂ ਘਰ ਦਾ ਵੱਡਾ ਸੇਵਕ ਸਾਬਤ ਹੋਇਆ। ਜੇ ਉਹ ਪਹਿਲਾਂ ਆਮ ਸਧਾਰਨ ਵਪਾਰੀ ਸੀ ਤਾਂ ਉਹ ਗੁਰੂ ਘਰ ਦੇ ਲਈ ਵੱਡੀਆਂ ਕੁਰਬਾਨੀਆਂ ਕਰਨ ਵਾਲਾ, ਇੱਕ ਆਪੇ ਦਾ ਤਿਆਗ ਕਰਨ ਵਾਲਾ, ਹਰ ਤਰ੍ਹਾਂ ਨਾਲ ਆਪਣਾ ਪਰਿਵਾਰ ਵਾਰ ਦੇਣ ਵਾਲਾ, ਇਹੋ ਜਿਹਾ ਉਹ ਟਰਾਂਸਫਾਰਮੇਸ਼ਨ ਦੇ ਵਿੱਚ ਲੰਘ ਕੇ ਇੱਕ ਨਵੀਂ ਤਰ੍ਹਾਂ ਦਾ ਸਿੱਖ, ਨਵੀਂ ਤਰ੍ਹਾਂ ਦਾ ਵਿਅਕਤੀ ਬਣ ਗਿਆ। ਔਰ ਉਹਦਾ ਇਖਲਾਕ ਹੁੰਦਾ ਹੈ ਜਿਹੜਾ ਉਹਨੂੰ ਜ਼ਿੰਮੇਵਾਰੀ ਵਿੱਚ ਖੜਦਾ ਹੈ। ਤੋ ਜਿਹੜੀਆਂ ਆਪ ਜੀ ਨੇ ਚੀਜ਼ਾਂ ਗਿਣੀਆਂ ਨੇ, ਇਹ ਸਿੱਖ ਨੂੰ ਉਹਦੀ
ਸੰਸਾਰ ਦੇ ਵਿੱਚ ਇਤਿਹਾਸਿਕ ਤੌਰ 'ਤੇ ਜੋ ਜ਼ਿੰਮੇਵਾਰੀ ਬਣਦੀ ਉਹਦੇ ਲਈ ਤਿਆਰ ਕਰਦੀਆਂ ਨੇ, ਤੇ ਇਹਦੇ ਨਾਲ ਉਹ ਬਹੁਤ ਹੀ ਸਹਿਜ ਰੂਪ ਦੇ ਵਿੱਚ ਤਿਆਗੀ ਬਣ ਜਾਂਦਾ ਆ। ਉਹ ਬਹੁਤ ਸਹਿਜ ਰੂਪ ਦੇ ਵਿੱਚ ਮੌਤ ਨੂੰ ਪਾਰ ਕਰ ਜਾਂਦਾ ਆ। ਜਿੰਨੀਆਂ ਵੀ ਜੰਗਾਂ ਲੜੀਆਂ ਜਾਂਦੀਆਂ ਨੇ, ਉਹਨਾਂ ਜੰਗਾਂ ਦੇ ਕੋਈ ਨਾ ਕੋਈ ਮੋਟਿਵ ਹੁੰਦੇ ਆ, ਕੋਈ ਨਾ ਕੋਈ ਉਹਨਾਂ ਦੇ ਸਾਹਮਣੇ ਨਿਸ਼ਾਨੇ ਹੁੰਦੇ ਆ। ਆਮ ਤੌਰ 'ਤੇ ਜਿਹੜੇ ਫੌਜੀ ਹਨ ਉਹ ਆਪਣੀ ਤਨਖਾਹ ਕਰਕੇ ਫੌਜ ਵਿੱਚ ਭਰਤੀ ਹੁੰਦੇ ਹਨ, ਤੇ ਉਹਨਾਂ ਦਾ ਪਿਛੋਕੜ ਉਹਨਾਂ ਪਰਿਵਾਰਾਂ ਵਿੱਚੋਂ, ਉਹਨਾਂ ਕੌਮਾਂ ਵਿੱਚੋਂ ਹੁੰਦਾ ਆ ਜਿਹੜੀਆਂ ਜੰਗਾਂ ਦੇ ਵਿੱਚ ਸ਼ਾਮਲ ਹੀ ਤਨਖਾਹ ਕਰਕੇ ਹੁੰਦੀਆਂ ਨੇ। ਪਰ ਖਾਲਸਾ ਜੀ ਦੀਆਂ ਜਿਹੜੀਆਂ ਜੰਗਾਂ ਨੇ ਉਹਦਾ ਵੇਖੋ ਕਿਰਦਾਰ ਹੀ ਹੋ ਰਿਹਾ। ਉਹਦੇ ਵਿੱਚ ਲੋਕ ਤਨਖਾਹ ਲੈਣ ਵਾਲੇ ਵੀ ਸ਼ਾਮਲ ਹੋਣਗੇ, ਪਰ ਉਹਦੇ ਵਿੱਚ ਜਿਹੜਾ ਸਰਵੋਤਮ ਥਾਂ ਆ ਉਹ ਉਹਨਾਂ ਲੋਕਾਂ ਨੂੰ ਆ ਜਿਹੜੇ ਆਪਾ ਵਾਰਨ ਦੀ ਭਾਵਨਾ ਨਾਲ, ਗੁਰੂ ਤੋਂ ਆਪਣਾ ਸਿਰ ਵਾਰਨ ਦੀ ਭਾਵਨਾ ਦੇ ਨਾਲ, ਜਿਵੇਂ ਮਹਾਰਾਜ ਵਿੱਚ ਆਉਂਦਾ ਨਾ ਕਿ ਸੀਸ ਵੜੇ ਕਰ ਆਸਣ ਦੀਜੈ, ਤੇ ਜਿਹੜਾ ਵਿਣ ਸਿਰ ਸੇਵ ਕਰੀਜੇ ਵਾਲੀ ਗੱਲ, ਜਾਂ ਕਹਿ ਲਓ ਕਿ ਗੁਰੂ ਨੂੰ ਆਪਣਾ ਭਾਵ ਇਸ ਤਰ੍ਹਾਂ ਆਪਾ ਭਾਵ ਮਿਟਾ ਕੇ ਮੁਰਦਾ ਹੋਏ ਮੁਰੀਦ ਆਪਣੇ ਆਪ ਨੂੰ ਮੁਰਦਾ ਕਰਕੇ ਗੁਰੂ ਦੇ ਸਾਹਮਣੇ ਪ੍ਰਵਾਨ ਹੋਣ ਦੀਆਂ ਜਿਹੜੀਆਂ ਰਵਾਇਤਾਂ ਨੇ ਉਹ ਫਿਰ ਸਿੱਖ ਦਾ ਕਿਰਦਾਰ ਇੱਕ ਵੱਖਰੇ ਤਰੀਕੇ ਨਾਲ ਘੜਦੀਆਂ ਨੇ। ਤੇ ਇਸ ਸਾਰੀ ਪ੍ਰੈਕਟਿਸ ਦੇ ਨਾਲ ਸਿੱਖ ਨੂੰ ਸਿਦਕ ਮਿਲਦਾ ਆ। ਸਿੱਖ ਨੂੰ ਬਾਕੀ ਜਿਹੜੀ ਸੂਰਬੀਰਤਾ ਆ ਉਹਦੇ ਗੁਰੂ ਦੇ ਸਾਹਮਣੇ ਆਉਣ ਦੇ ਨਾਲ, ਗੁਰੂ ਦੇ ਇਤਿਹਾਸ ਦੇ ਵਹਿਣ ਦੇ ਨਾਲ ਕਮਜ਼ੋਰ ਬੰਦਿਆਂ ਵਿੱਚ ਵੀ ਸ਼ਾਮਲ ਹੋ ਜਾਂਦੀ ਹੈ। ਪਰ ਜਿਹੜੀ ਜੀਵਨ ਦੀ ਉੱਚਤਾ ਆ ਉਹਦੇ ਲਈ ਥੋੜਾ ਜਿਹਾ ਸਿਮਰਨ, ਬੰਦਗੀ, ਅਰਦਾਸ, ਸਿਦਕ, ਇਹਨਾਂ ਚੀਜ਼ਾਂ ਦੀ ਜ਼ਿਆਦਾ ਲੋੜ ਪੈਂਦੀ ਹੈ। ਤੋ ਜਿਹੜੀ ਸੂਰਬੀਰਤਾ ਆ ਉਹ ਕਹਿ ਲਓ ਕਿ ਉਹ ਸੈਕੰਡਰੀ ਚੀਜ਼ ਆ। ਪ੍ਰਾਇਮਰੀ ਚੀਜ਼ ਨਾਮ ਸਿਮਰਨ ਤੇ ਅਰਦਾਸ, ਸਿਦਕ, ਇਹ ਚੀਜ਼ਾਂ ਆ ਜਿਨ੍ਹਾਂ ਦੇ ਉੱਤੇ ਫਿਰ ਜਦੋਂ ਸੂਰਬੀਰਤਾ ਦਾ ਨਾਲ ਗੁਰੂ ਦੇ ਇਤਿਹਾਸ ਦੇ ਵਿੱਚੋਂ ਜਾਂ ਹੋਰ ਜਿੰਨੀਆਂ ਵੀ ਚੀਜ਼ਾਂ ਪੰਥ ਦੇ ਵਿੱਚ ਮੌਜੂਦ ਨੇ, ਇੰਸਟੀਟਿਊਸ਼ਨਸ ਨੇ ਜਿਹੜੇ ਸਾਡੇ, ਉਹਨਾਂ ਦੇ ਵਿੱਚੋਂ ਖਾਸ ਤੌਰ ਤੇ ਸਾਡਾ ਜਿਹੜਾ ਇਤਿਹਾਸ ਗਾਇਨ ਦਾ ਇੰਸਟੀਚਿਊਟ ਆ, ਢਾਡੀ ਪਰੰਪਰਾ ਦਾ, ਜਾਂ ਕਥਾ ਦੇ ਰਾਹੀਂ ਜਿਹੜਾ ਇਤਿਹਾਸ ਸਰਵਣ ਕਰਾਇਆ ਜਾਂਦਾ ਹੈ, ਜਾਂ ਆਮ ਲੈਕਚਰ ਜਿਹੜਾ ਪ੍ਰਚਾਰਕਾਂ ਵੱਲੋਂ ਕੀਤਾ ਜਾਂਦਾ, ਉਹ ਸਾਰਾ ਕੁਝ ਜਿਹੜਾ ਇੱਕ ਉਹ ਇਤਿਹਾਸ ਸਾਜਣ ਵਾਲੀਆਂ ਗਤੀਆਂ ਨੂੰ ਇੱਕ ਸਿੱਖ ਦੇ ਅੰਦਰ ਇਕੱਤਰ ਕਰਦਾ ਆ, ਤੇ ਉਹਦੇ ਨਾਲ ਫਿਰ ਸਿੱਖ ਦੀ ਸ਼ਖਸੀਅਤ ਬਣਦੀ ਆ। ਤੇ ਫਿਰ ਸਿੱਖ ਜਿਹੜਾ ਆ, ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਆ, ਕਿ ਉਹਦਾ ਸ਼ਾਂਤਮਈ ਸ਼ਹਾਦਤ ਜਾਂ ਉਹਦੀ ਜੰਗ ਦੇ ਵਿੱਚ ਦਿੱਤੀ ਹੋਈ ਸ਼ਹਾਦਤ, ਦੋਵੇਂ ਇੱਕੋ ਜਿੰਨਾ ਮਾਣ ਰੱਖਦੀਆਂ ਹੋਈਆਂ ਆਪਣਾ ਇਤਿਹਾਸ ਯੋਗਦਾਨ ਪਾਉਂਦੀਆਂ। ਹਾਂਜੀ ਜੀ, ਮੈਂ ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਜੀ। ਠੀਕ ਜੀ, ਤੁਸੀਂ ਬੜੇ ਸਹੀ ਤਰੀਕੇ ਨਾਲ ਸਾਰਾ ਕਵਰ ਕਰ ਲਿਆ ਹੈਗਾ ਜੀ। ਹੁਣ ਆਪਣਾ ਅਗਲਾ ਸਵਾਲ ਭੈਣ ਜੀ ਤੁਹਾਡੇ ਤੋਂ ਪੁੱਛਣਗੇ। ਹਾਂਜੀ ਭਾਈ ਸਾਹਿਬ ਜੀ, ਜਿਵੇਂ ਆਪਾਂ ਦੇਖਦੇ ਹਾਂ ਕਿ ਨੌਜਵਾਨੀ ਦਾ ਜਿਹੜਾ ਰਿਐਕਸ਼ਨ ਹੈ ਇਸ ਮੋਰਚੇ ਦੇ ਪ੍ਰਤੀ, ਕਿੰਨੇ ਗੀਤ ਆਉਂਦੇ ਨੇ ਤੇ ਉਹਨਾਂ ਦੇ ਟੌਪਿਕ ਹੁੰਦੇ ਆ ਜਿਵੇਂ ਜੰਗ ਹਿੰਦ ਪੰਜਾਬ ਦਾ ਜਾਂ ਦਿੱਲੀ ਤਖਤ। ਤਾਂ ਇਸ ਦੇ ਬਾਬਤ ਤੁਹਾਨੂੰ ਕੀ ਲੱਗਦਾ ਭਾਈ ਸਾਹਿਬ ਕਿ ਸਿੱਖ ਮਨਾਂ ਦੇ ਵਿੱਚ ਤੇ ਜਿਹੜੇ ਪੰਜਾਬ ਦੇ ਵਸਨੀਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਦਿੱਲੀ ਦੀ ਕਿਹੋ ਜਿਹੀ ਇਮੇਜ ਬਣੀ ਹੋਈ ਹੈ ਕਿ ਜਦੋਂ ਵੀ ਅਸੀਂ ਦਿੱਲੀ ਨਾਲ ਮੱਥਾ ਲਾਉਂਦੇ ਹਾਂ ਤਾਂ ਉਹ ਬਹੁਤ ਹੀ ਨਿਆਰੇਪਣ ਨਾਲ ਲੜਦੇ ਆ। ਤਾਂ ਇਹ ਵੀ ਗੱਲ ਰੱਖੀ ਜਾਂਦੀ ਆ ਕਿ ਦਿੱਲੀ ਨਾਲ ਜਿਵੇਂ ਪੰਜਾਬ ਲੜਦਾ ਹੈ ਉਵੇਂ ਕੋਈ ਹੋਰ ਨਹੀਂ ਲੜ ਸਕਦਾ। ਤਾਂ ਤੁਹਾਨੂੰ ਕੀ ਲੱਗਦਾ ਭਾਈ ਸਾਹਿਬ ਕਿ ਇਹ ਗੱਲ ਕਿੱਥੇ ਜਾ ਕੇ ਖੜਦੀ ਆ? ਹਾਂਜੀ, ਇਹ ਇੱਕ ਬੜਾ ਇੰਪੋਰਟੈਂਟ ਕਹਿ ਲਓ ਕਿ ਗੱਲ ਵਾਪਰੀ ਆ। ਇਹਦੀ ਮਹੱਤਤਾ ਹੌਲੀ ਹੌਲੀ ਪਛਾਣੀ ਜਾਏਗੀ। ਇਹਨੂੰ ਮੈਂ ਗੱਲ ਨੂੰ ਇਸ ਪਾਸੇ ਸ਼ੁਰੂ ਕਰਦਾ ਹਾਂ ਕਿ ਇਹਨੂੰ ਸਮਝਣ ਦੇ ਲਈ ਆਪਾਂ ਨੂੰ ਥੋੜਾ ਜਿਹਾ ਮਨੋਵਿਗਿਆਨਕ ਚੀਜ਼ਾਂ ਦੀ ਮਦਦ ਲੈ ਲੈਣੀ ਚਾਹੀਦੀ ਹੈ, ਕਿਉਂਕਿ ਇਹ ਕੋਈ ਜ਼ਿਆਦਾ ਆਪਾਂ ਇਹਨੂੰ ਰੂਹਾਨੀਅਤ ਵਾਲੇ ਉਹਨਾਂ ਰੂਹਾਨੀਅਤ ਦੀ ਛਾਂ ਵਾਲੀਆਂ ਚੀਜ਼ਾਂ ਦੇ ਮੁਕਾਬਲੇ ਤੇ ਜਾਂ ਉਹ ਤੋਂ ਘੱਟ ਵੱਧ ਕਰਨ ਦੀ ਥਾਂ ਤੇ ਆਪਾਂ ਇਹਨੂੰ ਜਿਹੜਾ ਸਿੱਧਾ ਹੀ ਜਿਹੜੇ ਵੀ ਕਲਚਰ ਦੇ ਫਿਨੋਮੀਨਾ ਹੁੰਦੇ ਆ ਉਹਨਾਂ ਨੂੰ ਸਮਝਣ ਦੇ ਲਈ ਜਿਹੜੀਆਂ ਵਿਧੀਆਂ ਪ੍ਰਚਲਿਤ ਨੇ ਉਹਨਾਂ ਦੇ ਨੁਕਤੇ ਤੋਂ ਦੇਖਿਆ ਜਾਵੇ ਤਾਂ ਜਿਹੜੀ ਮਨੋਵਿਗਿਆਨਕ ਤੌਰ ਤੇ ਅਸੀਂ ਕਹਿੰਦੇ ਵੀ ਇੱਕ ਅਨਕੌਂਸ਼ੀਅਸ ਦਾ ਇੱਕ ਰਿਸਪੌਂਸ ਆ, ਸਬਕੌਂਸ਼ੀਅਸ ਦਾ ਤੇ ਅਨਕੌਂਸ਼ੀਅਸ ਦਾ ਕੌਂਸ਼ੀਅਸ ਰਿਸਪੌਂਸ ਹੈ। ਬੜੇ ਲੰਬੇ ਅਰਸੇ ਤੋਂ ਪੰਜਾਬ ਦਾ ਦਿੱਲੀ ਨਾਲ ਇਸ ਤਰ੍ਹਾਂ ਦਾ ਵਾਹ ਰਿਹਾ ਆ, ਜਿਹਦੇ ਵਿੱਚ ਕਦੇ ਅਸੀਂ ਦਿੱਲੀ ਜਿੱਤੀ ਹੈ ਤੇ ਕਦੇ ਅਸੀਂ ਦਿੱਲੀ ਦੇ ਰਾਹੀਂ ਸ਼ਹੀਦ ਕੀਤੇ ਗਏ ਆ, ਕਦੇ ਅਸੀਂ ਦਿੱਲੀ ਦੇ ਨਾਲ ਮੱਥਾ ਲਾ ਕੇ ਉਹਦੇ ਨਾਲ ਟਾਕਰਾ ਲਿਆ ਆ। ਤੇ ਉਹ ਜਿਹੜਾ ਸਾਰਾ ਇਤਿਹਾਸ ਸੀਗਾ ਉਹ ਸਾਡੇ ਅਨਕੌਂਸ਼ੀਅਸ ਮਾਈਂਡ ਵਿੱਚ, ਸਬਕੌਂਸ਼ੀਅਸ ਮਾਈਂਡ ਵਿੱਚ ਪਿਆ ਹੋਇਆ ਸੀ, ਜਿੱਥੇ ਦਿੱਲੀ ਦਾ ਇੱਕ ਕਹਿ ਲਓ ਕਿ ਪ੍ਰਤੀਕ ਐਸਾ ਆ ਜਿਨਨੇ ਜ਼ੁਲਮ ਦਾ ਰੂਪ ਅਖਤਿਆਰ ਕੀਤਾ ਹੋਇਆ।
तो दिल्ली एक ਜ਼ਾਲਮ ਪ੍ਰਤੀਕ ਵਜੋਂ ਔਰੰਗਜ਼ੇਬ ਦੇ ਤੇ ਹੋਰ ਜਿੰਨੇ ਵੀ ਪਿੱਛੇ ਦਿੱਲੀ ਦੇ ਬਾਦਸ਼ਾਹ ਹੋਏ ਨੇ ਮੁਗਲ ਸਲਤਨਤ ਦੇ, ਉਹਨਾਂ ਦੀ ਤੇ ਹੁਣ ਤੇ ਆਜ਼ਾਦ ਹਿੰਦੁਸਤਾਨ ਵਿੱਚ ਜਿਹੜੇ ਦਿੱਲੀ ਦੇ ਹਾਕਮ ਹੋਏ ਨੇ, ਉਹਨਾਂ ਦੀ ਜਿਹੜੀ ਪੰਜਾਬ ਦੇ ਨਾਲ ਸੀਗੀ ਵਰਤੋਂ ਵਿਹਾਰ ਦੀ ਇੱਕ ਲੜੀ, ਇੱਕ ਪਰੰਪਰਾ, ਉਹਦੇ ਵਿੱਚੋਂ ਪੰਜਾਬ ਨੇ ਅੱਜ ਦੀ ਦਿੱਲੀ ਨੂੰ ਵੀ ਦੇਖਿਆ। ਤੇ ਇਹ ਇੱਕ ਪੰਜਾਬ ਦੇ ਸੱਭਿਆਚਾਰ ਦਾ ਬਹੁਤ ਹੀ ਉੱਤਮ ਚੇਤਨਤਾ ਵਿੱਚ ਜਾ ਕੇ ਕੀਤਾ ਗਿਆ ਪ੍ਰਗਟਾਵਾ ਆ। ਚੇਤਨਤਾ ਦੇ ਵਿੱਚ ਕਹਿ ਲਓ ਕਿ ਕਈ ਰੰਗ ਹੁੰਦੇ ਆ। ਜਿਹੜੀ ਮਨੋਵਿਗਿਆਨ ਦੀ ਪੜ੍ਹਾਈ ਹੈ ਉਹ ਇਹ ਦੱਸਦੀ ਹੈ ਕਿ ਜਿਹੜਾ ਮਨੁੱਖ ਦਾ ਮਨ ਆ, ਇਹਦੇ ਵਿੱਚ ਬਹੁਤ ਸਾਰੇ ਰੋਗ ਵੀ ਨੇ। ਬੇਸਿਕਲੀ ਸਾਈਕੋਲੋਜੀ ਰੋਗਾਂ ਦਾ ਹੀ ਅਧਿਐਨ ਕਰਦੀ ਹੈ, ਪਰ ਇਹਦੇ ਵਿੱਚ ਆਪਾਂ ਇਹ ਦੇਖੀਏ ਤਾਂ ਕੁਛ ਹਿੱਸਾ ਮਨ ਦਾ ਐਸਾ ਵੀ ਹੁੰਦਾ ਜਿਹੜਾ ਨਿਰੋਗ ਹੁੰਦਾ ਹੈ, ਉੱਤਮ ਹੁੰਦਾ ਆ। ਤਾਂ ਇੱਥੇ ਜੋ ਪੰਜਾਬ ਨੇ ਰਿਸਪੌਂਸ ਦਿੱਤਾ ਆ, ਪੰਜਾਬ ਦੀ ਕ੍ਰੀਏਟਿਵ ਇੰਪਲਸ ਹੈ, ਜਿਹੜੀ ਕ੍ਰੀਏਟੀਵਿਟੀ ਹੈ, ਸਿਰਜਣਾਤਮਕਤਾ ਆ, ਉਹਨੇ ਦਿੱਲੀ ਨੂੰ ਇੱਕ ਜ਼ੁਲਮ ਦਾ ਪ੍ਰਤੀਕ ਬਣਾਇਆ ਤੇ ਸਿੰਘਾਂ ਨੂੰ, ਸਿੱਖ ਇਤਿਹਾਸ ਨੂੰ ਉਸ ਜ਼ੁਲਮ ਦੇ ਖਾਤਮੇ ਦਾ ਪ੍ਰਤੀਕ ਬਣਾਇਆ। ਤੇ ਇਹਨਾਂ ਦੋਵਾਂ ਨੂੰ ਇੱਕ ਦੂਜੇ ਦੇ ਸਾਹਮਣੇ ਬਰਾਬਰ ਰੱਖ ਕੇ ਉਸ ਟਕਰਾਅ ਦੇ ਵਿੱਚੋਂ ਉਹਨਾਂ ਨੇ ਆਪਣਾ ਸੰਗੀਤ ਦਾ ਜਿਹੜਾ ਮੰਡਲ ਆ ਉਹਨੂੰ ਸਾਜਣ ਦੀ ਕੋਸ਼ਿਸ਼ ਕੀਤੀ ਹੈ। ਇਹਦੇ ਵਿੱਚ ਜਿਹੜੇ ਇਹ ਨਵਾਂ ਸਿੰਬਲਿਜ਼ਮ ਪੈਦਾ ਹੋ ਰਿਹਾ ਆ, ਇਹਦੀ ਸਟੱਡੀ ਕਰਨ ਦੇ ਲਈ ਜਿਹੜੇ ਸਾਡੇ ਅਕੈਡਮਿਕ ਡਿਪਾਰਟਮੈਂਟਸ ਹੈਗੇ ਆ, ਖਾਸ ਤੌਰ ਤੇ ਪੰਜਾਬੀ ਸਾਹਿਤ ਔਰ ਪੰਜਾਬੀ ਸੱਭਿਆਚਾਰ ਦੇ ਡਿਪਾਰਟਮੈਂਟਸ ਹੈ ਜਿਹੜੀ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਨੇ, ਸਰਕਾਰੀ ਜਾਂ ਗੈਰ ਸਰਕਾਰੀ, ਉਹਨਾਂ ਦੇ ਵਿੱਚ ਇਹਨੂੰ ਸਟੱਡੀ ਕਰਨ ਦੇ ਲਈ ਬਹੁਤ ਸਮਰੱਥਾ ਆ। ਪਰ ਉਹਨਾਂ ਦੀ ਬੇਈਮਾਨੀ ਹੈ ਤੇ ਉਹ ਕਦੇ ਵੀ ਇਹਨਾਂ ਚੀਜ਼ਾਂ ਦੇ, ਕਿਉਂਕਿ ਸਰਕਾਰ ਦਾ ਇੱਕ ਕਹਿ ਲਓ ਕਿ ਬਹੁਤ ਵਾਈਟਲ ਔਰਗਨ ਹੁੰਦੀ ਹੈ ਐਜੂਕੇਸ਼ਨ, ਤਾਂ ਉਹ ਸਰਕਾਰ ਦੇ ਲਈ ਲੋਕਾਂ ਨੂੰ ਟੇਮ ਕਰਦੀ ਹੈ ਐਜੂਕੇਸ਼ਨ। ਇਸ ਕਰਕੇ ਉਹ ਇਹਨੂੰ ਇਮਾਨਦਾਰੀ ਨਾਲ ਸਟੱਡੀ ਨਹੀਂ ਕੀਤਾ ਜਾਂਦਾ ਉੱਥੇ। ਪਰ ਕਿਉਂਕਿ ਉੱਥੇ ਸਿੱਖ ਬੰਦੇ ਬੈਠੇ ਹੋਏ ਨੇ ਤੇ ਉਹਨਾਂ ਦਾ ਨੈਤਿਕ ਫਰਜ਼ ਬਣਦਾ ਆ, ਤੇ ਉਹਨਾਂ ਦੀ ਜ਼ਮੀਰ ਤੇ ਇਹਦਾ ਬੋਝ ਵੀ ਬਣਾਉਣਾ ਚਾਹੁੰਦਾ ਹਾਂ ਮੈਂ ਕਿ ਉਹ ਇਹਨੂੰ ਸਟੱਡੀ ਕਰਵਾਉਣ ਜਿੰਨਾ ਉਹ ਕਰਾ ਸਕਦੇ ਆ, ਜਿੱਥੇ ਵੀ ਇਹਦੇ ਤੇ ਐਮਫਿਲ PhD ਦਾ ਖੋਜ ਕਾਰਜ ਹੋ ਸਕਦਾ। ਤਾਂ ਇਸ ਸਿੰਬਲਿਜ਼ਮ ਦੀ ਠੀਕ ਸਮਝ ਹੋਣੀ ਚਾਹੀਦੀ ਹੈ। ਉਹਦੇ ਲਈ ਜੋ ਵੀ ਸਾਨੂੰ ਅਕੈਡਮਿਕ ਤੌਰ ਤੇ ਕਿਸੇ ਵੈਸਟਰਨ ਆਥਰ ਦੀ ਮਦਦ ਲੈਣੀ ਪਵੇ, ਜਾਂ ਸਾਨੂੰ ਇੱਥੋਂ ਦੀਆਂ ਆਪਣੀਆਂ ਜਿਹੜੀਆਂ ਸੱਭਿਆਚਾਰ ਵਿੱਚ ਹੁਣ ਤੱਕ ਥਿਊਰੀਜ਼ ਬਣੀਆਂ ਨੇ, ਸਟੱਡੀ ਕੀਤਾ ਗਿਆ, ਉਹਨਾਂ ਦੀ ਮਦਦ ਲੈਣੀ ਪਵੇ, ਤੇ ਸੰਸਥਾਗਤ ਤੌਰ ਤੇ ਤੇ ਨਿੱਜੀ ਤੌਰ ਤੇ ਉਹਦੀ ਸਟੱਡੀ ਹੋਣੀ ਚਾਹੀਦੀ ਹੈ। ਮੁੱਖ ਤੌਰ ਤੇ ਦਿੱਲੀ ਨੂੰ ਇਹਦੇ ਵਿੱਚ ਜਿਹੜਾ ਸਿੰਬਲਿਜ਼ਮ ਹੈ ਉਹਦੇ ਵਿੱਚ ਜ਼ਾਲਮ ਦੇ ਤੌਰ ਤੇ ਪ੍ਰਤੀਕ ਬਣਾਇਆ ਜਾ ਰਿਹਾ, ਤੇ ਸਿੰਘਾਂ ਦੀ ਜਿਹੜੀ ਪੁਰਾਣੀ ਇਤਿਹਾਸਕ ਚੜ੍ਹਤ ਆ ਉਹਦੇ ਸਾਹਮਣੇ ਉਹਨੂੰ ਹਾਰਦਿਆਂ ਤੇ ਫਿੱਕਾ ਪੈਂਦਿਆਂ ਵਿਖਾਇਆ ਜਾ ਰਿਹਾ। ਇਹ ਇੱਕ ਬੜੀ ਇੰਪੋਰਟੈਂਟ ਗੱਲ ਹੈ। ਜਿਹੜਾ ਪਿੱਛੇ ਸਾਡਾ ਸੰਘਰਸ਼ ਸੀਗਾ ਉਹਦੇ ਵਿੱਚ ਇਹ ਵਾਲਾ ਪੱਖ ਜਿਹੜਾ ਆ ਇਹ ਬਹੁਤ ਹੀ ਲਿਮਟਡ ਸੀਗਾ। ਬਹੁਤ ਥੋੜੇ ਗਿਣੇ ਚੁਣੇ ਜਿਹੜੇ ਲੋਕ ਸੀਗੇ ਉਹਨਾਂ ਨੇ, ਤੇ ਬਹੁਤ ਹੀ ਜ਼ਿਆਦਾ ਕਹਿ ਲਓ ਕਿ ਸੂਖਮ ਰੂਪ ਦੇ ਵਿੱਚ ਕਲਮ ਜਿਹੜੀ ਆ ਉਹ ਚਲਾਉਣ ਦੀ ਕੋਸ਼ਿਸ਼ ਕੀਤੀ। ਕੁਝ ਸੀਗੇ ਨਿਧੜਕ ਸੂਰਮੇ, ਜਿਹੜੇ ਨਿਰਮਲ ਸਿੰਘ ਚੋਲਾ ਵਰਗੇ ਜਾਂ ਹੋਰ ਇਸ ਤਰ੍ਹਾਂ ਦੇ ਸੂਰਮੇ ਸੀਗੇ ਜਿਨ੍ਹਾਂ ਨੇ ਇੱਥੇ ਕਲਮ ਚਲਾਈ, ਤੇ ਉਹਨਾਂ ਨੂੰ ਹਕੂਮਤ ਨੇ ਜਿਹੜਾ ਉਹ ਆਪਣੇ ਜ਼ੁਲਮ ਦੇ ਨਾਲ ਖਤਮ ਕਰ ਦਿੱਤਾ। ਪਰ ਇੱਥੇ ਜਿਹੜਾ ਆ ਉਹ ਜਿੰਨਾ ਵੀ ਸਾਡਾ ਸੈਕੂਲਰ ਤੇ ਇਹ ਜਿਹੜਾ ਸੀਗਾ ਵਰਲਡ ਸੀਗਾ, ਉਹਨਾਂ ਨੇ ਜਿਹੜਾ ਪੰਜਾਬ ਦੇ ਵਿੱਚ ਪੁਰਾਣਾ 84 ਤੋਂ ਬਾਅਦ ਇੱਕ ਵਿਸ਼ੇਸ਼ ਸੱਭਿਆਚਾਰਕ ਪਾਲਿਸੀ ਦੇ ਤਹਿਤ ਜੱਸੋਵਾਲ ਤੇ ਹੋਰ ਬੰਦਿਆਂ ਦੇ ਰਾਹੀਂ ਪੰਜਾਬ ਦੀ ਗਾਇਕੀ ਨੂੰ, ਪੰਜਾਬ ਦੀ ਸਾਰੀ ਸੰਗੀਤ ਦੀ ਇੰਡਸਟਰੀ ਨੂੰ ਖਰਾਬ ਕਰਨ ਦੇ ਲਈ ਬਹੁਤ ਵੱਡੇ ਯਤਨ ਹੋਏ, ਸਰਕਾਰੀ ਤੇ ਗੈਰ ਸਰਕਾਰੀ ਤੇ ਲੁਕਵੇਂ ਰੂਪ ਵਿੱਚ ਡੀਪ ਸਟੇਟ ਵੱਲੋਂ। ਉਹਨਾਂ ਸਾਰੀਆਂ ਜਿਹੜੀਆਂ ਪ੍ਰਚਲਿਤ ਧਾਰਨਾਵਾਂ ਸੀਗੀਆਂ ਜਾਂ ਉਹ ਸਟਰਕਚਰ ਸੀਗਾ, ਉਹਨੂੰ ਤੋੜਦਿਆਂ ਹੋਇਆਂ ਪੰਜਾਬ ਦੀ ਸਿਰਜਣਾਤਮਕਤਾ ਨੇ ਆਪ ਮੁਹਾਰੇ ਬਿਨਾਂ ਕਿਸੇ ਦੀ ਕਾਲ ਤੋਂ ਬਹੁਤ ਹੀ ਪਹਿਲ ਕਦਮੀ ਕਰਦਿਆਂ ਹੋਇਆਂ ਇਸ ਸਾਰੇ ਸੰਘਰਸ਼ ਦੇ ਵਿੱਚ ਵੱਡਾ ਯੋਗਦਾਨ ਪਾਇਆ ਆ। ਤੇ ਉਹ ਜਿਹੜਾ ਨੈਰੇਟਿਵ ਸ਼ੁਰੂ ਦੇ ਵਿੱਚ ਇਹਦਾ ਸਥਾਪਿਤ ਹੋ ਰਿਹਾ ਸੀਗਾ ਕੁਛ ਇੱਕ ਖਾਸ ਉਦਮਾਂ ਦੇ ਨਾਲ, ਜਿਹੜਾ ਇਸ ਸੰਘਰਸ਼ ਨੂੰ ਜਦੋਂ ਪੰਜਾਬ ਦੇ ਵਿੱਚ ਰੇਲਵੇ ਲਾਈਨਾਂ ਰੋਕੀਆਂ ਗਈਆਂ ਤਾਂ ਉੱਥੇ ਇੱਕ ਹੁਲਾਰਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਇਹ ਸੰਘਰਸ਼ ਜਿਹੜਾ MSP ਦੀ ਲੜਾਈ ਨਹੀਂ ਆ, ਇਹ ਸੰਘਰਸ਼ ਜਿਹੜਾ ਆ ਉਹ ਹਿੰਦੁਸਤਾਨ ਦੀਆਂ ਕੇਂਦਰੀਕਰਨ ਦੀਆਂ ਨੀਤੀਆਂ ਦੇ ਖਿਲਾਫ ਹੈ। ਤੇ ਇਹ ਸੰਘਰਸ਼ ਜਿਹੜਾ ਉਹ ਫੈਡਰਲ ਸਟਰਕਚਰ ਦੇ ਵਿੱਚ ਪੰਜਾਬ ਦੇ ਵਿਸ਼ੇਸ਼ ਹੱਕਾਂ ਦੀ ਬਹਾਲੀ ਲਈ ਜਾਂ ਪੰਜਾਬ ਦੀ ਹੋਂਦ ਦਾ ਸੰਘਰਸ਼ ਆ।
ਇਹ ਵਾਲਾ ਜਿਹੜਾ ਨੈਰੇਟਿਵ ਸੀਗਾ ਉਹਨੂੰ ਫੋਲੋ ਕੀਤਾ ਇਹ ਪੰਜਾਬ ਦੀ ਕ੍ਰੀਏਟਿਵ ਇੰਪਲਸ ਨੇ, ਤੇ ਇਹਨਾਂ ਗੀਤਾਂ ਦੇ ਵਿੱਚ ਉਹਨੂੰ ਬਹੁਤ ਜ਼ਬਰਦਸਤ ਪ੍ਰਗਟਾਵਾ ਮਿਲਿਆ। ਤੇ ਇਹ ਮੈਂ ਵੱਡਾ ਯੋਗਦਾਨ ਮੰਨਦਾ ਹਾਂ ਪੰਜਾਬ ਦੀ ਕ੍ਰੀਏਟੀਵਿਟੀ ਦਾ ਇਸ ਸੰਘਰਸ਼ ਦੇ ਵਿੱਚ। ਵੈਸੇ ਵੀ ਤੁਸੀਂ ਇੱਕ ਗੱਲ ਕੀਤੀ ਹੈ ਕਿ ਇਤਿਹਾਸਕ ਤੌਰ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਕਲਚਰਲ ਤੌਰ ਤੇ ਸੀਗੀਆਂ ਉਹ ਬਹੁਤ ਹੀ ਵਿਰਲੀਆਂ ਸੀਗੀਆਂ, ਤੇ ਜਾਂ ਜੇ ਹੁੰਦੀਆਂ ਵੀ ਸੀਗੀਆਂ ਤਾਂ ਉਹ ਕਹਿ ਲਓ ਵੀ ਸਰਕਾਰ ਵੱਲੋਂ, ਸਰਕਾਰ ਦੇ ਮਾਊਥਪੀਸ ਬਣ ਕੇ ਕਈ ਗਾਇਕਾਂ ਜਾਂ ਕਲਾਕਾਰਾਂ ਨੇ ਉਹਨਾਂ ਦਾ ਜੋ ਨੈਰੇਟਿਵ ਸੀਗਾ ਉਸ ਨੂੰ ਮੂਹਰੇ ਲੈ ਕੇ ਆਏ ਸੀਗੇ। ਇਸ ਵਾਰ ਆਪਾਂ ਉਸ ਦੇ ਨਾਲੋਂ ਕਾਫੀ ਬਦਲਾਵ ਦੇਖਿਆ, ਜੋ ਤੁਸੀਂ ਦੱਸ ਰਹੇ ਹੈਗੇ ਹੋ ਵੀ ਸੰਗਤਾਂ ਆਪ ਮੂਹਰੇ ਆ ਕੇ ਆਪਣੀਆਂ ਸੇਵਾ ਨਿਭਾ ਰਹੀਆਂ, ਆਪਣਾ ਜੋ ਵੀ ਉਹਨਾਂ ਦਾ ਟੈਲੈਂਟ ਹੈਗਾ ਉਸ ਨੂੰ ਯੂਜ਼ ਕਰ ਰਹੀਆਂ ਹੈਗੀਆਂ ਸੰਘਰਸ਼ ਦੇ ਵਿੱਚ ਸੇਵਾ ਦੇ ਤੌਰ ਤੇ। ਲੇਕਿਨ ਹੁਣ ਜੋ ਇਹ ਸਾਰਾ ਕੁਝ ਮੂਹਰੇ ਆ ਰਿਹਾ ਤੇ ਇਹਨਾਂ ਨਾਲ ਨੌਜਵਾਨ ਵੀ ਬਹੁਤ ਜੁੜ ਰਹੇ ਨੇ, ਤਾਂ ਇਸ ਦਾ ਸਟੇਟ ਦਾ ਕੀ ਰਿਸਪੌਂਸ ਰਿਹਾ ਹੈਗਾ, ਤੇ ਸਟੇਟ ਨੇ ਇਸ ਨੂੰ ਦਬਾਉਣ ਦੀ ਕੋਈ ਕੋਸ਼ਿਸ਼ ਕੀਤੀ ਹੈ ਜਾਂ ਕਰ ਰਹੇ ਨੇ, ਜਾਂ ਉਹਨਾਂ ਦਾ ਕਿਸ ਤਰ੍ਹਾਂ ਦਾ ਰਿਸਪੌਂਸ ਰਿਹਾ ਸਾਰੀਆਂ ਗੱਲਾਂ ਦਾ? ਜੇ ਆਪਾਂ ਦੇਖੀਏ ਵੀ ਨੌਜਵਾਨਾਂ ਦਾ ਕੀ ਰਿਸਪੌਂਸ ਆ, ਤੇ ਇੱਕ ਤੇ ਨੌਜਵਾਨਾਂ ਦਾ ਇਹ ਕ੍ਰੀਏਟਿਵ ਪੱਖ ਆ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹ 'ਚ ਗੀਤ ਆ, ਉਹ ਗੀਤ ਗਾਉਣ ਵਾਲੇ, ਪਹਿਲਾਂ ਲਿਖਣ ਵਾਲੇ, ਫਿਰ ਉਹਨਾਂ ਗੀਤਾਂ ਨੂੰ ਗਾਉਣ ਦੀ ਜੁਰਤ ਕਰਨ ਵਾਲੇ, ਉਹ ਗਿਣਵੇਂ ਚੁਣਵੇਂ ਨਾਂ ਨੇ, ਤੇ ਹੁਣ ਉਹਨਾਂ ਨੇ ਕਹਿ ਲਓ ਕਿ ਇੱਕ ਲੱਕ ਬੰਨ ਲਿਆ। ਤੇ ਉਸ ਤੋਂ ਬਾਅਦ ਫਿਰ ਆ ਜਾਂਦਾ ਹੈ ਕਿ ਨੌਜਵਾਨਾਂ ਨੇ ਹੋਰ ਕੀ ਕੀ ਕੀਤਾ, ਤੇ ਫਿਰ ਆਪਾਂ ਕਹਾਂਗੇ ਕਿ ਨੌਜਵਾਨਾਂ ਨੇ ਬੈਰੀਕੇਡ ਤੋੜੇ। ਨੌਜਵਾਨ ਇਸ ਸੰਘਰਸ਼ ਨੂੰ ਪੰਜਾਬ ਤੋਂ ਕੱਢ ਕੇ ਦਿੱਲੀ ਦੇ ਬੂਹੇ ਤੱਕ ਲੈ ਕੇ ਗਏ। ਨੌਜਵਾਨਾਂ ਦਾ ਇਸ ਸੰਘਰਸ਼ ਦੇ ਵਿੱਚ ਬਹੁਤ ਵੱਡਾ ਰੋਲ ਹੈ, ਮਹੱਤਵਪੂਰਨ ਰੋਲ ਹੈ। ਹੁਣ ਵੀ ਉੱਥੇ ਨੌਜਵਾਨ, ਜਿਵੇਂ ਇੱਕ ਗੀਤ ਨੌਜਵਾਨਾਂ ਦੀ ਇਸ ਚੀਜ਼ ਨੂੰ ਰਿਪਰੈਜ਼ੈਂਟ ਕਰਦਾ ਵੀ ਅਜੇ ਪੁੱਤ ਪੁੱਤ ਆ ਕੇ ਬਿਠਾਏ ਹੋਏ ਨੇ, ਉਹਦੀ ਇੱਕ ਲਾਈਨ ਹੈ ਵੀ ਇਹ ਜਿਹੜੇ ਬੰਦੇ ਸਾਡੇ ਬੱਚੇ ਆ, ਇਹਨਾਂ ਨੂੰ ਤੇ ਬਹੁਤ ਅਸੀਂ ਪਲੋਸ ਕੇ ਬਿਠਾਇਆ ਹੋਇਆ ਹੈ, ਭਾਵ ਕਿ ਇਹ ਕਿਸੇ ਵੀ ਤਰ੍ਹਾਂ ਦੀ ਸਥਿਤੀ ਦੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੋ ਕੇ ਆਏ। ਤੋ ਇਹਦੇ ਵਿੱਚ ਤੁਸੀਂ ਉਹ ਜਦੋਂ ਬੈਰੀਕੇਡ ਟੁੱਟ ਰਹੇ ਸੀਗੇ, ਉੱਥੇ ਨੌਜਵਾਨ, ਜਿਵੇਂ ਨਵਦੀਪ ਦੀ ਗੱਲ ਹੈ ਕਿ ਉਹਨੇ ਵਾਟਰ ਕੈਨਨ ਬੰਦ ਕੀਤੀ, ਇਵੇਂ ਗੁਰਦਾਸਪੁਰ ਦਾ ਸਿੰਘ ਹੈ ਜਿਹਨੇ ਥੱਲੇ ਵੜ ਕੇ ਪਾਈਪ ਵੱਢਿਆ ਸੀਗਾ ਇੱਥੇ, ਉਹ ਨਵਦੀਪ ਹੋਰਾਂ ਨੇ ਹਰਿਆਣੇ ਦੇ ਵਿੱਚ ਕੀਤਾ ਸੀਗਾ ਸ਼ਾਇਦ ਕੁਰੂਕਸ਼ੇਤਰ। ਤੇ ਜਿਹੜਾ ਇੱਥੇ ਗੁਰਦਾਸਪੁਰ ਸਿੰਘ ਦਾ ਮੈਨੂੰ ਯਾਦ ਭੁੱਲ ਗਿਆ ਨਾਂ, ਉਹਨੇ ਸ਼ੰਭੂ ਬੈਰੀਅਰ ਤੇ ਕੀਤਾ ਸੀਗਾ। ਇਸੇ ਤਰ੍ਹਾਂ ਹੀ ਇੱਕ ਸਿੰਘ ਜਿਹੜਾ ਆ ਉਹ ਪਾਣੀ ਦੀ ਪਛਾਰ ਦੇ ਸਾਹਮਣੇ ਖੜਾ ਹੁੰਦਾ ਹੈ, ਤੇ ਜਦੋਂ ਪਾਣੀ ਦੀ ਪਛਾਰ ਮੁੱਕ ਜਾਂਦੀ, ਬੰਦ ਹੁੰਦੀ ਹੈ, ਤਾਂ ਫਿਰ ਉਹ 5-10 ਕਦਮ ਅੱਗੇ ਵੱਧ ਕੇ ਫਿਰ ਲਲਕਾਰਦਾ ਵੀ ਹੁਣ ਮਾਰੋ, ਆਪਣੀ ਹਿੱਕ ਚੌੜੀ ਕਰਕੇ ਡਾਉਂਦਾ ਹੈ। ਤਾਂ ਨੌਜਵਾਨਾਂ ਨੇ ਇਹ ਉੱਥੇ ਕੀਤਾ। ਫਿਰ ਨੌਜਵਾਨ ਜਿਹੜੇ ਨੇ ਉਹ ਉੱਥੇ ਚੌਕਸੀ ਦੇ ਵਜੋਂ ਆਪਣੀ ਭੂਮਿਕਾ ਨਿਭਾ ਰਹੇ ਨੇ, ਟੀਮਾਂ ਬਣੀਆਂ ਹੋਈਆਂ ਨੇ ਜਿਹੜੀਆਂ ਉੱਥੇ ਪਹਿਰਾ ਦਿੰਦੀਆਂ ਆ, ਜਾਂ ਜਿਹੜੇ ਬਾਹਰੋਂ ਅਨਸਰ ਗਲਤ ਵੜ ਜਾਂਦੇ ਆ ਉਹਨਾਂ ਨੂੰ ਚੈੱਕ ਕਰਦੇ ਆ। ਫਿਰ ਜਿਹੜੀ ਵੀ ਉੱਥੇ ਬਜ਼ੁਰਗਾਂ ਦੀ ਕੋਈ ਸੇਵਾ ਕਰਨੀ ਆ ਨਾਲ, ਹੋਰ ਉਹਨਾਂ ਨੂੰ ਸੇਵਾਵਾਂ ਬੇਸਾਬੀ। ਨੌਜਵਾਨਾਂ ਦਾ ਜਿਹੜਾ ਅੱਜ ਕੱਲ੍ਹ ਯੋਗਦਾਨ ਬਹੁਤ ਤਰ੍ਹਾਂ ਦਾ ਆ, ਜ਼ਿਆਦੀ ਤਰ੍ਹਾਂ ਦਾ ਆ, ਥੋੜੀ ਤਰ੍ਹਾਂ ਦਾ ਨਹੀਂ। ਤੇ ਹਰ ਥਾਵਾਂ ਤੇ ਨੌਜਵਾਨਾਂ ਨੇ ਬੜੀ ਪੋਜ਼ਿਟਿਵ ਭੂਮਿਕਾ ਜਿਹੜੀ ਉਹ ਨਿਭਾਈ ਹੈ। ਹੁਣ ਦੂਜੇ ਪਾਸੇ ਆ ਜਾਂਦਾ ਵੀ ਸਰਕਾਰ ਨੇ ਇਹਦੇ ਵਿਰੁੱਧ ਕੀ ਕੀਤਾ। ਤਾਂ ਹਕੂਮਤ ਦਾ ਕੰਮ ਹੁੰਦਾ ਆ ਆਪਣੀ ਇਮੇਜ ਨੂੰ ਬਰਕਰਾਰ ਰੱਖਣਾ ਤੇ ਉਹਨਾਂ ਦੇ ਵਿਰੁੱਧ ਉੱਠਣ ਵਾਲੀਆਂ ਆਵਾਜ਼ਾਂ ਨੂੰ ਦਬਾਉਣਾ। ਤੇ ਉਹਦੇ ਵਿੱਚ ਹੁਣੇ ਜਿਹੜਾ NIA ਦੇ ਨੋਟਿਸ ਗਏ ਆ, ਉਸ ਤੋਂ ਪਹਿਲਾਂ ਕੁਛ ਗਾਇਕਾਂ ਨੂੰ ਨਿੱਜੀ ਤੌਰ ਤੇ ਵੱਖ-ਵੱਖ ਪੁਲਿਸ ਅਫਸਰਾਂ ਵੱਲੋਂ ਕਿਹਾ ਗਿਆ ਕਿ ਤੁਸੀਂ ਇਹ ਵਾਲੀ ਚੀਜ਼ਾਂ ਬੰਦ ਕਰੋ, ਜਾਂ ਜਿਹੜੇ ਸਰਕਾਰ ਦੇ ਸੀਗੇ ਹੱਥਕੰਡੇ ਜਿਨ੍ਹਾਂ ਦੇ ਵਿੱਚ ਇਨਕਮ ਟੈਕਸ ਆ ਜਾਂ ਹੋਰ ਇਸ ਤਰ੍ਹਾਂ ਦੀ ਜਿਹੜੀਆਂ ਤਫਤੀਸ਼ ਵਾਲੀ ਏਜੰਸੀਜ਼ ਨੇ, ਉਹਨਾਂ ਦੇ ਨੋਟਿਸ ਵਗੈਰਾ ਗਏ, ਉਹਨਾਂ ਦੇ ਛਾਪੇ ਵੀ ਪਏ, ਜਿਵੇਂ ਆੜ੍ਹਤੀਆਂ ਨੂੰ ਛਾਪੇ ਮਾਰੇ ਗਏ ਇਨਕਮ ਟੈਕਸ ਵੱਲੋਂ ਤੇ ਹੋਰ ਤਫਤੀਸ਼ ਕਰਨ ਵਾਲੀਆਂ ਏਜੰਸੀਆਂ ਵੱਲੋਂ। ਇਸ ਤਰ੍ਹਾਂ ਹੀ ਜਿਹੜੇ ਬੰਦਿਆਂ ਨੂੰ ਫਿਲਮ ਇੰਡਸਟਰੀ ਦੇ ਕਿਸੇ ਜਾਂ ਮਿਊਜ਼ਿਕ ਇੰਡਸਟਰੀ ਦੇ ਕਿਸੇ ਵੱਡੇ ਹਸਤੀ ਵੱਲੋਂ ਟੈਲੀਫੋਨ ਕਰਾ ਕੇ ਜਾਂ ਨਿੱਜੀ ਤੌਰ ਤੇ ਉਹਨੂੰ ਸੱਦ ਕੇ ਉਹਨਾਂ ਨੂੰ ਪ੍ਰੇਰਨਾ ਕਰਨ ਦੇ ਲਈ ਯਤਨ ਕੀਤੇ ਗਏ। ਬੜੀ ਤਰ੍ਹਾਂ ਦੇ, ਹਰ ਤਰ੍ਹਾਂ ਦੇ ਹੱਥ ਕੰਡੇ, ਕਿਉਂਕਿ ਸਰਕਾਰ ਦੇ ਕੋਲ ਬਹੁਤ ਜ਼ਿਆਦੀਆਂ ਟੀਮਾਂ ਹੁੰਦੀਆਂ ਆ, ਬੜੀ ਤਰ੍ਹਾਂ ਨਾਲ ਉਹ ਬੰਦੇ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਦੇ ਆ। ਤਾਂ ਜਿਸ ਤਰ੍ਹਾਂ ਦਾ ਵੀ ਕਿਸੇ ਦਾ ਫੀਲਡ ਸੀਗਾ, ਜਿਸ ਤਰ੍ਹਾਂ ਦੀ ਕਿਸੇ ਦੀ ਹਸਤੀ ਸੀਗੀ, ਜੋ ਉਹਦਾ ਸਮਾਜਿਕ ਰੁਤਬਾ ਸੀਗਾ, ਉਹਦੇ ਮੁਕਾਬਲੇ ਦਾ ਬੰਦਾ ਉਹਦੇ ਮਗਰ ਲਾਇਆ ਗਿਆ। ਕਈਆਂ ਨੂੰ ਫਿਲਮ ਪ੍ਰੋਡਿਊਸਰਾਂ ਨੇ, ਕਈਆਂ ਨੂੰ ਮਿਊਜ਼ਿਕ ਪ੍ਰੋਡਿਊਸਰਾਂ ਨੇ ਜਾਂ ਫਾਈਨੈਂਸਰਾਂ ਨੇ, ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਆਪਣਾ ਬਿਜ਼ਨਸ ਖਰਾਬ ਹੋਏਗਾ, ਤੁਸੀਂ ਇਹ ਵਾਲੀਆਂ ਚੀਜ਼ਾਂ ਨਾ ਕਰੋ। ਕੁਛ ਇੱਕ ਬੰਦਿਆਂ ਦਾ ਮੈਨੂੰ ਇਸ ਤਰ੍ਹਾਂ ਦਾ ਹੈਗਾ ਆ, ਕਹਿ ਲਓ ਕਿ ਜਾਣਕਾਰੀ ਨਿੱਜੀ ਤੌਰ ਤੇ, ਜਿਨ੍ਹਾਂ ਦੇ ਨਾਲ ਇਸ ਤਰ੍ਹਾਂ ਹੋਇਆ। ਤਾਂ ਹਕੂਮਤ ਇਸ ਤਰ੍ਹਾਂ ਦੇ ਹੱਥਕੰਡੇ ਵਰਤਦੀ ਹੁੰਦੀ ਹੈ। ਤੇ ਪਰ ਮੈਨੂੰ ਕੋਈ ਇਸ ਤਰ੍ਹਾਂ ਦਾ ਬੰਦਾ ਨਹੀਂ ਟੱਕਰਿਆ ਜਿਹੜਾ ਡਰ ਗਿਆ ਹੋਵੇ ਤੇ ਜਿਹਨੇ ਇਹ ਰਾਹ ਛੱਡ ਦਿੱਤਾ ਹੋਵੇ। ਉਹ ਸਗੋਂ ਜ਼ਿਆਦਾ ਜ਼ੋਰ ਦੇ ਨਾਲ ਉਹ ਲੱਗੇ ਹੋਏ ਆ, ਲਿਖਣ ਵਾਲੇ ਵੀ ਤੇ ਗਾਉਣ ਵਾਲੇ ਵੀ, ਮਿਊਜ਼ਿਕ ਦੇਣ ਵਾਲੇ ਵੀ। ਕਈ, ਜਿਵੇਂ ਇੱਕ ਵੱਡਾ ਪੁਲ ਹੁੰਦਾ ਆ, ਤਾਂ ਉਸ ਪੁਲ ਨੂੰ ਖੜਾ ਕਰਨ ਦੇ ਲਈ ਕਈ ਬੁਰਜੀਆਂ ਜ਼ਮੀਨ ਦੇ ਵਿੱਚ ਥੱਲੇ ਜਿਹੜੀਆਂ ਉਹ ਦੱਬੀਆਂ ਹੁੰਦੀਆਂ, ਉਹ ਦਿਸਦੀਆਂ ਨਹੀਂ ਹੁੰਦੀਆਂ,
ਤੋ ਇਸ ਸਾਰੇ ਕੁਛ ਦੇ ਵਿੱਚ ਬਹੁਤ ਸਾਰੇ ਐਸੇ ਸੇਵਾਦਾਰ ਨੇ, ਐਸੇ ਨੌਜਵਾਨ ਨੇ ਜਿਨ੍ਹਾਂ ਨੂੰ ਉਹਨਾਂ ਬੁਰਜੀਆਂ ਦੀ ਤਰ੍ਹਾਂ ਆਪਾਂ ਦੇਖ ਸਕਦੇ ਹਾਂ ਕਿ ਉਹਨਾਂ ਦਾ ਸ਼ਾਇਦ ਇਤਿਹਾਸ ਵਿੱਚ ਕਿਤੇ ਨਾਂ ਵੀ ਨਹੀਂ ਆਏਗਾ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੋਏਗਾ। ਤੇ ਹੋ ਸਕਦਾ ਹੈ ਸਰਕਾਰ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਦੇਵੇ ਤੇ ਉਹਨਾਂ ਦਾ ਕਿਸੇ ਨੂੰ ਪਤਾ ਵੀ ਨਾ ਹੋਵੇ ਕਿ ਇਹਨਾਂ ਬੰਦਿਆਂ ਦਾ ਇਹ ਯੋਗਦਾਨ ਸੀ। ਪਰ ਕਿਉਂਕਿ ਸਰਕਾਰ ਦੇ ਖੁਫੀਆ ਏਜੰਸੀਆਂ ਦੇ, ਤਫਤੀਸ਼ ਕਰਨ ਵਾਲੀ ਏਜੰਸੀਆਂ ਦੇ ਸਾਧਨ ਜ਼ਿਆਦਾ ਹੁੰਦੇ, ਇਸ ਕਰਕੇ ਪਤਾ ਲਾ ਲੈਂਦੇ ਆ ਤੇ ਚੁੱਪ ਚਪੀਤੇ ਹੀ ਸੇਵਾ ਕਰਨ ਵਾਲੇ ਬਹੁਤ ਸਾਰੇ ਬੰਦਿਆਂ ਦਾ ਨੁਕਸਾਨ ਜਿਹੜਾ ਉਹ ਕਰ ਦਿੰਦੇ ਆ। ਤੋ ਇਸ ਤਰ੍ਹਾਂ ਦਾ ਬਹੁਤ ਕਹਿ ਲਓ ਕਿ ਇਹ ਸਾਡੇ ਲਈ ਤੇ ਸਵਾਗਤਯੋਗ ਹੀ ਆ ਕਿ ਅਸੀਂ ਇਹਦਾ ਸਵਾਗਤ ਹੀ ਕਰਾਂਗੇ ਤੇ ਇਹਦੀ ਸ਼ਾਬਾਸ਼ ਦੇਵਾਂਗੇ ਤੇ ਇਹਦੇ ਵਿੱਚ ਇਹਨੂੰ ਜਿਹੜਾ ਆਪਾਂ ਸਤਿਕਾਰ ਦੇਵਾਂਗੇ ਕਿ ਹਾਂ ਬਹੁਤ ਸਾਰੇ ਬੰਦਿਆਂ ਨੇ ਇਹਦੇ ਵਿੱਚ, ਨੌਜਵਾਨਾਂ ਨੇ ਯੋਗਦਾਨ ਪਾਇਆ ਆ। ਬਾਕੀ ਹੁਕੂਮਤ ਦੇ ਕੰਮ ਜਿਹੜੇ ਨੇ ਉਹ ਤੇ ਉਹਨਾਂ ਨੂੰ ਦਬਾਉਣ ਵਾਲੇ ਹੈਗੇ ਹੀ ਨੇ, ਉਹ ਮੈਂ ਤੁਹਾਨੂੰ ਦੱਸ ਦਿੱਤੇ। ਹੋਰ ਵੀ ਕਈ ਨੇ ਜਿਹੜੇ ਮੇਰੇ ਧਿਆਨ 'ਚ ਨਹੀਂ ਇਸ ਵੇਲੇ ਆ ਰਹੇ। ਬੜੀ ਤਰ੍ਹਾਂ ਦੇ ਯਤਨ ਹੋ ਰਹੇ ਉਹਨਾਂ ਨੂੰ ਦਬਾਉਣ ਦੇ ਲਈ, ਉਹਨਾਂ ਨੂੰ ਇਸ ਰਾਹ ਤੋਂ ਹਟਾਉਣ ਦੇ ਲਈ। ਹਾਂਜੀ ਭਾਈ ਸਾਹਿਬ, ਆਪਾਂ ਗੱਲ ਕਰਦੇ ਸੀ NIA ਦੀ, ਤਾਂ ਲਿਸਟ ਜਾਰੀ ਹੋਈ ਹੈ NIA ਦੀ ਹੁਣ, ਤੇ ਉਹਦੇ 'ਚੋਂ ਬਹੁਤੇ ਜਿਹੜੇ ਨਾਮ ਨੇ ਉਹ ਸਿੱਖ ਸੇਵਾਦਾਰਾਂ ਦੇ ਨੇ, ਜਿਵੇਂ ਕਿ ਆਪਣੇ KTV ਦੇ ਹੋ ਗਏ, ਭਾਈ ਜਸਵੀਰ ਸਿੰਘ ਹੋ ਗਏ। ਤੇ ਪਰ ਮੋਰਚੇ ਦੇ ਵਿੱਚੋਂ ਇਹ ਗੱਲ ਬਹੁਤ ਵਾਰੀ ਕਹੀ ਜਾਂਦੀ ਆ ਕਿ ਇਹ ਮੋਰਚਾ ਸਾਂਝਾ ਹੈ, ਸਾਰੇ ਧਿਰਾਂ ਦਾ ਹੈ, ਇਕੱਲੇ ਸਿੱਖਾਂ ਦਾ ਨਹੀਂ ਗਾ। ਪਰ ਜਦੋਂ ਹੁਣ NIA ਦੀ ਲਿਸਟ ਜਾਰੀ ਹੋਈ ਤੇ ਉਹਦੇ ਵਿੱਚ ਬਹੁਤੇ ਸਿੱਖ ਸੀਗੇ, ਤਾਂ ਇਹ ਗੱਲ ਸਾਫ਼ ਹੁੰਦੀ ਆ ਕਿ ਦਿੱਲੀ ਦੀ ਜਿਹੜੀ ਨਿਗਾਹ, ਉਹਦੇ ਤੇ ਪਤਾ ਹੈ ਕਿ ਉਹਨਾਂ ਨੂੰ ਕਿ ਇਹਨੂੰ ਲੀਡ ਕੌਣ ਕਰ ਰਿਹਾ ਹੈ। ਤਾਂ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਭਾਈ ਸਾਹਿਬ ਕਿ ਜਿਵੇਂ ਇਹ ਜਿਹੜੀ ਲਿਸਟ ਜਾਰੀ ਹੋਈ ਹੈ, ਇਹ ਸਿਰਫ ਸਿੱਖਾਂ ਦੇ ਉੱਪਰ ਹੀ ਕਿਉਂ ਜਾਰੀ ਹੋਈ ਆ? ਬਾਕੀ ਵੀ ਜਿਹੜੇ ਉੱਥੇ ਆਪਣਾ ਹਿੱਸਾ ਜਿੰਨਾ ਕੁ ਪਾ ਰਹੇ ਆ, ਉਹਨਾਂ ਦੇ ਉੱਪਰ ਕਿਉਂ ਨਹੀਂ ਕੋਈ ਉਹਨਾਂ ਦੀ ਨਿਗਾਹ ਜਾਂਦੀ? ਹਾਂ, ਇਹ ਵੀ ਕਾਫੀ ਕੀਮਤੀ ਸਵਾਲ ਹੈ ਤੁਹਾਡਾ ਜੀ, ਕਿ ਇਹ ਮੋਰਚਾ ਕੀ ਹੈ, ਇਹਨੂੰ ਕੌਣ ਲੜ ਰਿਹਾ, ਇਹਦੀ ਮੁੱਖ ਸ਼ਕਤੀ ਕੌਣ ਹੈ। ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਜਿਹੜੇ ਸਾਡੇ ਇਸ ਮੋਰਚੇ ਦੀ ਅਗਵਾਈ ਕਰਨ ਵਾਲੀ ਧਿਰ ਆ ਉਹਨਾਂ ਦੀ। ਤਾਂ ਮੋਰਚੇ ਦੀ ਅਗਵਾਈ ਕਰਨ ਵਾਲੀ ਜਿਹੜੀ ਧਿਰ ਆ, ਉਹ ਇਸ ਮੋਰਚੇ ਦੀ ਤਕਨੀਕੀ ਲੋੜ ਆ, ਉਹ ਇਸ ਮੋਰਚੇ ਦੀ ਸਿਧਾਂਤਕ ਲੋੜ ਨਹੀਂ ਆ। ਇਸ ਗੱਲ ਨੂੰ ਜ਼ਿਆਦਾ ਵਿਆਖਿਆ ਮੈਂ ਨਹੀਂ ਦਿਆਂਗਾ, ਸਿਰਫ ਇਹਨੂੰ ਇਸ ਸੈਂਟੈਂਸ ਨੂੰ ਹੀ ਸਮਝਣ ਦੀ ਆਪਾਂ ਕੋਸ਼ਿਸ਼ ਕਰੀਏ ਕਿ ਕਈ ਵਾਰ ਕਈ ਚੀਜ਼ਾਂ ਤਕਨੀਕੀ ਤੌਰ ਤੇ ਸਾਨੂੰ ਉੱਥੇ ਰੱਖਣੀਆਂ ਪੈਂਦੀਆਂ, ਤਾਂ ਅਸੀਂ ਉਹਨਾਂ ਨੂੰ ਉੱਥੇ ਰੱਖਿਆ ਹੋਇਆ ਆ ਕਿਉਂਕਿ ਉਹ ਸਟੇਟ ਦੇ ਨਾਲ ਡਾਇਲਾਗ ਦੇ ਵਿੱਚ ਹਨ। ਤੇ ਇੰਨੀ ਜਿਹੜੀ ਡਾਈਵਰਸ ਪਾਰਟੀਸਪੇਸ਼ਨ ਆ, ਵਰਸਟਾਈਲ ਪਾਰਟੀਸਪੇਸ਼ਨ ਆ, ਸਟੇਟ ਉਹਦੇ ਨਾਲ ਸਿੱਧੀ ਗੱਲ ਨਹੀਂ ਕਰ ਸਕਦੀ। ਇਸ ਕਰਕੇ ਉਹ ਤਕਨੀਕੀ ਲੋੜ ਦੀ ਪੂਰਤੀ ਕਰਦੇ ਆ ਜਿਹੜੇ ਸਾਡੀ ਭਾਵਨਾ ਨੂੰ ਸਰਕਾਰ ਤੱਕ ਲੈ ਕੇ ਜਾਂਦੇ ਆ। ਉਹਨਾਂ ਨਾਲੋਂ ਵੱਧ ਕਾਬਲ ਬੰਦੇ ਉੱਥੇ ਸਿਰਫ ਭਾਂਡੇ ਮਾਂਜਦੇ ਆ, ਉਹਨਾਂ ਨਾਲੋਂ ਵੱਧ ਕਾਬਲ ਬੰਦੇ ਉੱਥੇ ਲੰਗਰ 'ਚ ਸਿਰਫ ਦਾਲ ਵਰਤਾਉਂਦੇ ਆ, ਉਹਨਾਂ ਨਾਲੋਂ ਵੱਧ ਕਾਬਲ ਬੰਦੇ ਜਿਹੜੇ ਉੱਥੇ ਸਾਡੇ ਇਸ ਵੇਲੇ ਮਹੱਤਵਪੂਰਨ ਆਗੂ ਦੇ ਤੌਰ ਤੇ ਵਿਚਰ ਰਹੇ ਆ, ਉਹਨਾਂ ਨਾਲੋਂ ਵੱਧ ਕਾਬਲ ਬੰਦੇ ਉੱਥੇ ਝਾੜੂ ਲਾਉਣ ਦੀ ਸੇਵਾ ਕਰਦੇ ਆ, ਪਾਣੀ ਪਿਆਉਣ ਦੀ ਸੇਵਾ ਕਰਦੇ ਆ, ਜਾਂ ਕਿਸੇ ਪਤੀਲੇ 'ਚ ਖੁਰਪਾ ਫੇਰਨ ਦੀ ਸੇਵਾ ਕਰਦੇ ਆ। ਇਹ ਗੱਲ ਦਾ ਅਸੀਂ ਦਾਅਵਾ ਵੀ ਕਰਦੇ ਹਾਂ ਤੇ ਇਸ ਗੱਲ ਦੇ ਵਿੱਚ ਸੱਚਾਈ ਨੂੰ ਅਸੀਂ ਸਮਾਂ ਆਉਣ ਤੇ ਸਾਬਤ ਵੀ ਕਰ ਦਿਆਂਗੇ। ਹੁਣ ਆ ਜਾਂਦੀ ਹੈ ਗੱਲ ਕਿ ਇਸ ਸੰਘਰਸ਼ ਨੂੰ ਸਾਂਝਾ ਸੰਘਰਸ਼ ਕਿਉਂ ਕਿਹਾ ਜਾ ਰਿਹਾ ਹੈ। ਇਸ ਸੰਘਰਸ਼ ਨੂੰ ਸਾਂਝਾ ਸੰਘਰਸ਼ ਖਾਲਸਾ ਕਹਿ ਰਿਹਾ ਹੈ, ਇਹ ਸਾਂਝਾ ਸੰਘਰਸ਼ ਹੈ। ਤੇ ਖਾਲਸਾ ਆਪਣਾ ਜਿਹੜਾ, ਕਿਉਂਕਿ ਖਾਲਸੇ ਨੂੰ ਪਤਾ ਆ ਕਿ ਜਿਹੜੀ ਖਾਲਸੇ ਦੀ ਪ੍ਰਭੂ ਸੱਤਾ ਦੀ ਲੜਾਈ ਹੈ ਉਹ ਧਰਨਿਆਂ ਦੇ ਰਾਹ ਪੈ ਕੇ ਨਹੀਂ ਲੜੀ ਜਾਣੀ, ਉਹ ਤੇਗੀ ਤੁਲਦੀ ਆ ਖਾਲਸੇ ਦੀ ਪ੍ਰਭੂ ਸੱਤਾ। ਜਦੋਂ ਵੀ ਖਾਲਸੇ ਨੇ ਪ੍ਰਭੂ ਸੱਤਾ ਹਾਸਲ ਕੀਤੀ ਆ ਉਹ ਤੇਗਾਂ ਦੇ ਭਾਈ ਕੀਤੀ ਆ, ਤੇ ਹੁਣ ਵੀ ਇਦਾਂ ਹੀ ਹੋਏਗਾ ਤੇ ਉਹ ਤੋਂ ਖਾਲਸਾ ਪਿੱਛੇ ਨਹੀਂ ਹਟੇਗਾ। ਪਰ ਇਹਦੇ ਵਿੱਚ ਸੰਭਾਵਨਾਵਾਂ ਨੇ ਕੌਮ ਦੇ ਇਕੱਤਰ ਹੋਣ ਦੀਆਂ ਤੇ ਕੌਮ ਦੇ ਰਾਹ ਖੁੱਲ ਰਹੇ ਨੇ। ਇਸ ਕਰਕੇ ਖਾਲਸਾ ਇਹਨੂੰ ਸਾਂਝਾ ਮੋਰਚਾ ਰੱਖਣ ਦੇ ਲਈ ਆਪਣਾ ਕਹਿ ਲਓ ਕਿ ਉਹ ਕਮਿਟਡ ਆ ਖਾਲਸਾ। ਕਿ ਦੂਜੀ ਗੱਲ ਇਹ ਵੀ ਖਾਲਸੇ ਦੇ ਵਿੱਚ ਇਹ ਸ਼ਕਤੀ ਹੈ ਕਿ ਜਿਹੜੇ ਬੰਦੇ ਰੱਬ ਨੂੰ ਨਹੀਂ ਮੰਨਦੇ ਉਹਨਾਂ ਨੂੰ ਅਕੋਮੋਡੇਟ ਕਰ ਸਕਦਾ ਹੈ, ਦੂਸਰੇ ਧਰਮਾਂ ਦੇ ਬੰਦਿਆਂ ਨੂੰ ਅਕੋਮੋਡੇਟ ਕਰ ਸਕਦਾ ਹੈ, ਔਰ ਦੂਸਰੇ ਧਰਮਾਂ ਦੇ ਬੰਦਿਆਂ ਨੂੰ ਖਾਲਸੇ ਦੀ ਇਸ ਸਪਿਰਿਟ ਦਾ, ਖਾਲਸੇ ਦੇ ਅਮਲ ਤੋਂ ਕਈ ਸਦੀਆਂ ਤੋਂ ਪਤਾ ਆ। ਇਹ ਗੱਲ ਜੇ ਕੋਈ ਬੇਈਮਾਨੀ ਨਾਲ ਕਹੀ ਜਾਵੇ ਜਿੰਨੀ ਮਰਜ਼ੀ ਕਹੀ ਜਾਵੇ। ਹੁਣ ਤੀਜੀ ਗੱਲ ਆ ਜਾਂਦੀ ਆ ਕਿ ਇਹਦੇ ਵਿੱਚ ਐਸੈਟ ਕਿਹਦਾ ਲੱਗ ਰਿਹਾ ਆ। ਇਹਦੇ ਵਿੱਚ ਜਿਹੜਾ ਐਸੈਟ ਲੱਗ ਰਿਹਾ ਆ, ਜਿਹੜਾ ਇਹਦੇ ਵਿੱਚ ਸਰਮਾਇਆ ਲੱਗ ਰਿਹਾ ਆ, ਉਹ ਸਾਰਾ ਹੀ ਖਾਲਸੇ ਦਾ ਲੱਗ ਰਿਹਾ ਆ। ਨਾ ਤੇ ਹੁਣ ਇਸ ਵੇਲੇ USSR ਪਾਵਰ ਵਿੱਚ ਆ ਤੇ ਉਹ ਕਿਸੇ ਕਿਸਮ ਦੀ ਖੱਬੇ ਪੱਖੀ ਜਥੇਬੰਦੀਆਂ ਦੀ ਮਾਇਕ ਮਦਦ ਕਰ ਰਿਹਾ ਹੋਵੇ, ਜਾਂ ਖੱਬੇ ਪੱਖੀ ਜਥੇਬੰਦੀਆਂ ਨੇ ਸਟੇਜ ਵੱਲੋਂ ਇੱਧਰ ਨੂੰ ਕਿਸੇ ਤਰ੍ਹਾਂ ਦੀ ਮਾਇਕ ਸਹਾਇਤਾ ਦੀ ਕੋਈ ਕਹਿ ਲਓ ਕਿ ਪੇਸ਼ਕਸ਼ ਕੀਤੀ ਹੋਵੇ। ਉਹਨਾਂ ਨੇ ਪੈਸੇ ਇਕੱਤਰ ਜ਼ਰੂਰ ਕੀਤੇ ਹੋਣਗੇ, ਖਾਲਸੇ ਦਾ ਪੈਸਾ ਉਹਨਾਂ ਕੋਲ ਗਿਆ ਹੋਏਗਾ, ਪਰ ਕਿਸੇ ਕਿਸਮ ਦੇ ਲੰਗਰ ਵਿੱਚ ਉਹਨਾਂ ਦਾ ਕੋਈ ਇੱਕ ਚਵਾਨੀ ਦਾ ਯੋਗਦਾਨ ਨਹੀਂ ਹੈ। ਇਹ ਗੱਲ ਮੈਂ ਕੋਈ ਲੇਖਾ ਜੋਖਾ ਕਰਨ ਲਈ ਨਹੀਂ ਕਹਿ ਰਿਹਾ,
ਇਹ ਗੱਲ ਨੂੰ ਉਹ ਆਪ ਵੀ ਮੰਨਣਗੇ, ਜੇ ਨਾ ਮੰਨਣ ਤਾਂ ਉਹਨਾਂ ਦੀ ਬੇਈਮਾਨੀ ਨਾ ਮੰਨਣ। ਪਰ ਇਹ ਗੱਲ ਹੈ ਕਿ ਜਿਹੜਾ ਇੱਥੇ ਸਰਮਾਇਆ ਖਰਚ ਹੋ ਰਿਹਾ ਉਹ ਖਾਲਸੇ ਦਾ ਹੋ ਰਿਹਾ, ਪਰ ਖਾਲਸਾ ਇਹਨੂੰ ਸਾਂਝਾ ਰੱਖਣ ਦੇ ਲਈ ਉਹ ਯਤਨਸ਼ੀਲ ਆ। ਖਾਲਸੇ ਦੀ ਗੱਲ ਉੱਥੇ ਨਹੀਂ ਹੋ ਰਹੀ। ਸ਼ੁਰੂ ਦੇ ਵਿੱਚ ਫਤਿਹ ਬੁਲਾਉਣ ਤੋਂ ਵਰਜਿਆ ਗਿਆ, ਬੋਲੇ ਸੋਨੇਹਾਲ ਦਾ ਜਕਾਰਾ ਲਾਉਣ ਤੋਂ ਵਰਜਿਆ ਗਿਆ। ਖਾਲਸੇ ਨੇ ਸਾਰਾ ਕੁਝ ਬਰਦਾਸ਼ਤ ਕੀਤਾ ਕਿਉਂਕਿ ਖਾਲਸਾ ਇਸ ਸੰਘਰਸ਼ ਨੂੰ ਸ਼ਾਂਤਮਈ ਸੰਘਰਸ਼ ਰੱਖਦੇ ਹੋਏ ਸਬਰ ਤੇ ਸਿੱਧਕ ਦੇ ਨਾਲ ਲੜਨਾ ਚਾਹੁੰਦਾ ਆ। ਇਸ ਕਰਕੇ ਖਾਲਸਾ ਇਸ ਸੰਘਰਸ਼ ਦੇ ਵਿੱਚ ਬਹੁਤ ਹੀ ਵਿਲੱਖਣ ਕਿਸਮ ਦਾ ਪੋਸਚਰ ਲੈ ਕੇ ਬੈਠਾ ਹੋਇਆ ਆ। ਇਹ ਗੱਲ ਨਹੀਂ ਕਿ ਜਿਹੜੀ ਸਿੱਖ ਸਪਿਰਿਟ ਆ ਉਹਨੂੰ ਕਿਸੇ ਗੱਲ ਦੀ ਸਮਝ ਨਹੀਂ ਲੱਗ ਰਹੀ ਜਾਂ ਉਹਦੀਆਂ ਕੋਈ ਐਸੀਆਂ ਮਜਬੂਰੀਆਂ ਨੇ ਕਿ ਉਹ ਇਹਨਾਂ ਦੇ ਥੱਲੇ ਲੱਗ ਕੇ ਚੱਲ ਰਿਹਾ। ਇਹੋ ਜਿਹੀ ਗੱਲ ਬਿਲਕੁਲ ਨਹੀਂ ਹੈ। ਖਾਲਸਾ ਵੇਖ ਕੇ ਅਣਡਿੱਠ ਕਰਦਾ ਰਿਹਾ ਆ ਤੇ ਇਸ ਵੇਲੇ ਵੀ ਉਹ ਇਸ ਤਰ੍ਹਾਂ ਕਰ ਰਿਹਾ ਆ। ਪਰ ਖਾਲਸੇ ਦੀ ਇਹ ਪੋਜੀਸ਼ਨ ਆ ਕਿ ਉਹ ਨਿਰਭਉ ਨਿਰਵੈਰ ਹੋ ਕੇ ਪੂਰੇ ਮੋਰਚੇ ਦੇ ਵਿੱਚ ਦੀ, ਜਿੱਥੋਂ ਈਸਟਰਨ ਪੈਰੀਫੇਰਲ ਵੇ ਜਿਹੜਾ ਆ ਉੱਥੋਂ ਮੋਰਚਾ ਸ਼ੁਰੂ ਹੁੰਦਾ ਆ ਤੇ ਜਿੱਥੇ ਅਖੀਰ ਤੇ ਖਾਲਸੇ ਦੇ ਘੋੜੇ ਵੱਜੇ ਹੋਏ ਆ, ਪੂਰੇ ਮੋਰਚੇ ਦੇ ਵਿੱਚ ਜਿਹੜਾ ਉਹ ਜਾਹੋ ਜਲਾਲ ਆ, ਜਿਹੜਾ ਉਹ ਆਭਾ ਮੰਡਲ ਆ, ਉਹ ਖਾਲਸੇ ਦੀ ਡਿਵਿਨਿਟੀ ਕਰਕੇ ਆ, ਖਾਲਸੇ ਦੀ ਰੂਹਾਨੀਅਤ ਕਰਕੇ ਆ। ਤੇ ਉਸ ਆਭਾ ਮੰਡਲ ਤੋਂ ਬਾਹਰ ਆ ਕੇ ਪੰਜਾਬ ਦਾ ਤੇ ਆਪਣੇ ਘਰ ਦਾ ਤੇ ਆਪਣੇ ਜੀਆ ਜਨਤਾ ਚੇਤਾ ਆਉਂਦਾ ਆ। ਮੈਂ ਨਿੱਜੀ ਤੌਰ ਤੇ ਵੀ ਕਹਿ ਸਕਦਾ ਤੇ ਮੈਂ ਹਜ਼ਾਰਾਂ ਬੰਦੇ ਇੱਥੇ ਖੜੇ ਕਰ ਸਕਦਾ ਹਾਂ ਜਿਹੜੇ ਇਹ ਕਹਿਣਗੇ ਕਿ ਜਦੋਂ ਅਸੀਂ ਇਸ ਮੋਰਚੇ ਦੇ ਆਭਾ ਮੰਡਲ ਵਿੱਚ ਸ਼ਾਮਲ ਹੋ ਜਾਂਦੇ ਹਾਂ ਉਸ ਵੇਲੇ ਸਾਨੂੰ ਬਾਕੀ ਜ਼ਿੰਦਗੀ ਆਪਣਾ ਬਾਕੀ ਸਾਰਾ ਕੁਝ ਭੁੱਲ ਜਾਂਦਾ ਆ। ਉਸ ਵੇਲੇ ਮੋਰਚੇ ਦਾ ਜਿਹੜਾ ਇਹ ਸਾਰਾ ਮਾਹੌਲ ਆ ਉਹ ਸਾਨੂੰ ਪ੍ਰਭਾਵਿਤ ਕਰਦਾ ਆ। ਮੋਰਚੇ ਦੇ ਜਿਹੜੀਆਂ ਖਾਲਸੇ ਦੀਆਂ ਰਵਾਇਤਾਂ ਉਹ ਸਾਨੂੰ ਪ੍ਰਭਾਵਿਤ ਕਰਦੀਆਂ ਆ। ਉਸ ਮੋਰਚੇ ਦਾ ਜਿਹੜਾ ਆਭਾ ਮੰਡਲ ਆ, ਜਿਹੜਾ ਉਹਦਾ ਇੱਕ ਔਰਾ ਆ, ਉਹ ਭਾਵੇਂ ਕਿ ਥੋੜੇ ਕਿਲੋਮੀਟਰਾਂ ਦੇ ਵਿੱਚ ਹੀ ਆ ਪਰ ਹੈ ਬਹੁਤ ਜ਼ਬਰਦਸਤ ਤੇ ਉਹਦੀਆਂ ਵਾਈਬ੍ਰੇਸ਼ਨਸ ਨੇ ਉਹ ਸਰੀਰਕ ਤੌਰ ਤੇ ਮਹਿਸੂਸ ਕੀਤੀਆਂ ਜਾ ਸਕਦੀਆਂ ਨੇ ਤੇ ਅਸੀਂ ਕੀਤੀਆਂ ਹੋਈਆਂ ਨੇ। ਜਿਹੜੇ ਵੀ ਸਰੀਰ ਉੱਤੇ ਜਿਵੇਂ ਬੰਦੇ ਉੱਥੇ ਹਾਜ਼ਰ ਨੇ ਉਹ ਸਾਰੇ ਉਹ ਵਾਈਬ੍ਰੇਸ਼ਨ ਨੂੰ ਮਹਿਸੂਸ ਕਰਦੇ ਨੇ ਤੇ ਉਹ ਵਾਈਬ੍ਰੇਸ਼ਨ ਨਿਰਸੰਦੇਹ ਯਕੀਨੀ ਤੌਰ ਤੇ ਬੇਸ਼ੱਕ ਖਾਲਸੇ ਦੀ ਉਸ ਰਹਿਤਲ ਵਿੱਚੋਂ ਆਈਆਂ ਨੇ। ਇਸ ਮੋਰਚੇ ਦੀ ਕੇਂਦਰੀ ਸ਼ਕਤੀ ਖਾਲਸੇ ਵੱਲੋਂ ਆ ਰਹੀ ਆ, ਸਿੱਖਾਂ ਵੱਲੋਂ ਆ ਰਹੀ ਆ, ਸਿੱਖ ਪੰਥ ਵੱਲੋਂ ਆ ਰਹੀ ਆ, ਮਾਇਕ ਤੌਰ ਤੇ ਵੀ ਤੇ ਹੋਰ ਕਈ ਤਰੀਕਿਆਂ ਦੇ ਨਾਲ, ਹਰ ਤਰ੍ਹਾਂ ਨਾਲ। ਜਿਹੜਾ ਉੱਥੇ ਇੰਨਾ ਵੱਡੇ ਪੱਧਰ ਤੇ ਇਕੱਠ ਹੈ ਉਹ ਇਕੱਠ ਖੱਬੇ ਪੱਖੀ ਜਾਂ ਕਿਸਾਨ ਯੂਨੀਅਨ ਦਾ ਕੇਡਰ ਕਰਕੇ ਨਹੀਂ ਹੈ। ਬਹੁਤ ਸਾਰੇ ਲੋਕ ਕਿਸਾਨ ਯੂਨੀਅਨ ਦੇ ਲੀਡਰਾਂ ਨੂੰ ਜਾਣਦੇ ਤੱਕ ਨਹੀਂ ਆ। ਬਹੁਤ ਸਾਰੇ ਬੰਦਿਆਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੇ ਇਲਾਕੇ ਵਿੱਚ ਕਿਹੜੀ ਕਿਸਾਨ ਯੂਨੀਅਨ ਕੰਮ ਕਰ ਰਹੀ ਹੈ ਤੇ ਉਹਦਾ ਆਗੂ ਕੌਣ ਹੈ ਤੇ ਉਹਦੇ ਵਿੱਚ ਕਿੰਨੇ ਬੰਦੇ ਸ਼ਾਮਲ ਆ। ਤੁਸੀਂ ਉੱਥੇ ਜਾਓ ਹਜ਼ਾਰਾਂ ਬੰਦੇ ਐਸੇ ਮਿਲਣਗੇ ਜਿਹੜੇ ਕਿਸੇ ਦੇ ਸੱਦੇ ਤੇ ਨਹੀਂ ਗਏ, ਉਹ ਆਪਣੇ ਆਪ ਗਏ, ਉਹ ਉਸ ਮੋਰਚੇ ਦੀ ਚੜ੍ਹਦੀ ਕਲਾ ਲਈ ਗਏ, ਸੱਚੇ ਮਨੋਂ ਅਰਦਾਸ ਕਰਕੇ ਗਏ, ਜਾਂ ਫਿਰ ਜਿਹੜਾ ਪੁਰਾਣਾ ਸਿੱਖ ਇਤਿਹਾਸ ਉਹਨਾਂ ਦੇ ਅੰਦਰ ਜਿੰਨਾ ਜ਼ੋਰ ਮਾਰਦਾ ਸੀਗਾ ਉਹਦੇ ਹਿਸਾਬ ਨਾਲ ਗਏ। ਔਰ ਸਾਰੇ ਸ਼ੋਭਿਆਂ ਤੋਂ ਗਏ, ਸਾਰੀਆਂ ਬਰਾਦਰੀਆਂ ਤੋਂ ਗਏ, ਹਰ ਕੋਈ ਗਿਆ। ਇਹ ਜਿਹੜਾ ਸਾਂਝਾਪਣ ਆ ਖੱਬਾ ਪੱਖ ਇਹਨੂੰ ਨਹੀਂ ਰੱਖ ਸਕਦਾ। ਹੋਰ ਕੋਈ ਵੀ ਜਥੇਬੰਦੀ ਉੱਥੇ ਜਿਹੜੀ ਮੌਜੂਦ ਆ ਉਹ ਇਸ ਸਾਂਝੇਪਣ ਨੂੰ ਨਹੀਂ ਰੱਖ ਸਕਦੀ। ਜੇ ਇਹ ਸਾਂਝਾਪਣ ਬਣਿਆ ਹੋਇਆ ਆ ਤਾਂ ਉਹ ਖਾਲਸੇ ਕਰਕੇ ਬਣਿਆ ਹੋਇਆ, ਕਿਉਂਕਿ ਖਾਲਸਾ ਵਿਰੋਧਾਂ ਨੂੰ ਸਮਾ ਸਕਦਾ ਹੈ। ਖਾਲਸੇ ਦੇ ਰੂਹਾਨੀ ਕੇਂਦਰ ਦੇ ਵਿੱਚ ਅੱਲਾ ਤੇ ਰਾਮ ਦਾ ਗਾਇਨ ਇੱਕੋ ਕੀਰਤਨੀਆਂ ਕਰ ਸਕਦਾ ਆ। ਇਹ ਦੁਨੀਆ ਦੇ ਵਿੱਚ ਅੱਲਾ ਦੇ ਨਾਂ ਤੇ ਬਣੇ ਹੋਏ ਘਰਾਂ ਵਿੱਚ ਰਾਮ ਦਾ ਨਾਂ ਨਹੀਂ ਲਿਆ ਜਾ ਸਕਦਾ ਤੇ ਰਾਮ ਦੇ ਨਾਂ ਤੇ ਬਣੇ ਹੋਏ ਘਰਾਂ ਦੇ ਵਿੱਚ ਅੱਲਾ ਦਾ ਨਾਂ ਨਹੀਂ ਲਿਆ ਜਾ ਸਕਦਾ ਤੇ ਖੱਬੇ ਪੱਖੀਆਂ ਦੇ ਘਰਾਂ ਦੇ ਵਿੱਚ ਕਿਸੇ ਦਾ ਵੀ ਨਾਂ ਨਹੀਂ ਲਿਆ ਜਾ ਸਕਦਾ, ਨਾ ਅੱਲਾ ਦਾ ਨਾ ਰਾਮ ਦਾ। ਪਰ ਉੱਥੇ ਜਾ ਕੇ ਹਰ ਕਿਸੇ ਦਾ ਨਾਂ ਲਿਆ ਜਾ ਸਕਦਾ ਆ। ਜਿਹੜੀ ਖੱਬੇ ਪੱਖ ਦੀ ਜਿਹੜੀ ਮਟੀਰੀਅਲਿਸਟਿਕ ਜਾਂ ਜਿਹੜੀ ਉਹਨਾਂ ਦੀ ਫਲਸਫਾ ਆ ਉਹਦੇ ਨਾਲੋਂ ਤੇ ਲੰਗਰ ਹੀ ਵੱਡਾ ਆ। ਜਿਹੜੀ ਦਾਸ ਕੈਪੀਟਲ ਦਾ ਸਾਰਾ ਹੀ ਤਾਰੋ ਮਦਾਰ ਹੈ ਜਿਸ ਗੱਲ ਤੇ ਖੜਾ ਆ, ਕੱਲਾ ਲੰਗਰ ਹੀ ਸਿੱਖਾਂ ਨੂੰ ਉਹ ਤੋਂ ਅਗਾਂਹ ਲੈ ਜਾਂਦਾ ਆ। ਇਹਦੀ ਵਿਆਖਿਆ ਸਿੱਖਾਂ ਨੇ ਜੇ ਨਹੀਂ ਕੀਤੀ, ਪਰ ਜਦੋਂ ਸਿੱਖ ਕਰਨਗੇ ਇਹ ਸਾਰੇ ਕੁਝ ਨੂੰ ਉਹ ਢੇੜ ਕੇ ਰੱਖ ਦੇਣਗੇ। ਇਹ ਤੋਂ ਵੱਡੀਆਂ ਚੀਜ਼ਾਂ ਖਾਲਸੇ ਨੂੰ ਗੁਰੂ ਸਾਹਿਬ ਨੇ ਦਿੱਤੀਆਂ ਹੋਈਆਂ ਨੇ। ਤੇ ਬਾਕੀ ਇਹ ਕੋਈ ਗੱਲ ਨਹੀਂ ਆ। ਇਹ ਜਿਸ ਤਰ੍ਹਾਂ ਦੀ ਅਗਲੀ ਗੱਲ ਮੈਂ ਕਰਨੀ ਚਾਹੁੰਦਾ ਇਸ ਸਾਰੇ ਕੁਝ ਤੋਂ ਬਾਅਦ ਕਿ ਪ੍ਰੋਪੇਗੰਡਾ ਹੁੰਦਾ ਹੈ ਬੜੀ ਤਰ੍ਹਾਂ ਦਾ। ਹਰ ਕੋਈ ਕਹਿੰਦਾ ਹੈ ਕਿ ਕ੍ਰੈਡਿਟ ਵਾਰ ਜਿਹੜੀ ਹੁੰਦੀ ਆ ਉਹ ਹਰ ਕੋਈ ਚਾਹੁੰਦਾ ਹੈ ਕਿ ਇਹ ਕ੍ਰੈਡਿਟ ਜਿਹੜਾ ਆ ਉਹ ਸਾਨੂੰ ਨਾ ਜਾਵੇ। ਖਾਸ ਤੌਰ ਤੇ ਹਕੂਮਤ ਚਾਹੁੰਦੀ ਹੈ ਵੀ ਸਿੱਖਾਂ ਨੂੰ ਉਹਦਾ ਕ੍ਰੈਡਿਟ ਨਾ ਜਾਵੇ। ਜਦੋਂ ਇਹ ਸਿੱਖਾਂ ਨੂੰ ਇਹਦਾ ਕ੍ਰੈਡਿਟ ਜਾਣ ਤੋਂ ਕਿਸੇ ਗੱਲ ਕਰਕੇ ਰੁਕਦਾ ਆ ਤਾਂ ਉਹਦੇ ਉੱਤੇ ਹਕੂਮਤ ਵੀ ਇਨਵੈਸਟਮੈਂਟ ਕਰਦੀ ਹੈ, ਮਾਈਂਡ ਵੀ, ਐਸੈਟਸ ਵੀ ਤੇ ਹੋਰ ਕਈ ਕੁਝ। ਤੋਂ ਆਪਣੀ ਤਕਨੀਕੀ ਸਹਾਇਤਾ ਨਾਲ ਉਸ ਨੈਰੇਟਿਵ ਨੂੰ ਵਧਾਉਂਦੀ ਵੀ ਆ ਜਿਹਦੇ ਨਾਲ ਇਹ ਸਾਰਾ ਕੁਝ ਸਿੱਖੀ ਦੁਆਲੇ ਕੇਂਦਰਿਤ ਨਾ ਹੋਵੇ। ਤੇ ਪਰ ਖਾਲਸੇ ਨੂੰ ਇਹਦਾ ਕੋਈ ਫਰਕ ਨਹੀਂ ਹੈ। ਖਾਲਸਾ ਕਿਸੇ ਕੈਲਕੂਲੇਸ਼ਨ ਵਿੱਚੋਂ ਉੱਥੇ ਆਪਣਾ ਯੋਗਦਾਨ ਨਹੀਂ ਪਾ ਰਿਹਾ ਜਾਂ ਕਿਸੇ ਵੀ ਕਿਸਮ ਦੀ ਕਹਿ ਲਓ ਕਿ ਇੱਛਾ ਦੇ ਵਿੱਚੋਂ ਖਾਲਸਾ ਇਸ ਤਰ੍ਹਾਂ ਨਹੀਂ ਕਰ ਰਿਹਾ। ਖਾਲਸੇ ਦਾ ਇਹ ਬਹੁਤ ਨੈਚੁਰਲ ਤੇ ਕ੍ਰੀਏਟਿਵ ਰਿਸਪੌਂਸ ਆ। ਇਹਦੀ ਵਿਆਖਿਆ ਦੇ ਲਈ ਆਪਾਂ ਵੱਖਰੀ ਗੱਲਬਾਤ ਅੱਗੇ ਕਰਾਂਗੇ।
ਨਾਲੇ ਭਾਈ ਸਾਹਿਬ ਜੀ ਤੁਸੀਂ ਬਹੁਤ ਹੀ ਡਿਟੇਲ ਦੇ ਵਿੱਚ ਬਹੁਤ ਚੀਜ਼ਾਂ ਕਹਿ ਲਓ ਜਿਹੜੀਆਂ ਮੋਰਚੇ ਦੀਆਂ ਜਿਹੜੀਆਂ ਸਮਝ ਕਹਿ ਲਓ ਜਾਂ ਜਿਹੜੀ ਅਸਲੀਅਤ ਹੈਗੀ ਆ ਬਾਹਰ ਨਹੀਂ ਸੀਗੀ, ਉਹ ਤੁਸੀਂ ਕਾਫੀ ਗੱਲਾਂ ਛੂਈਆਂ ਨੇ, ਤੇ ਇਹਦੇ ਵਿੱਚੋਂ ਕਈ ਚੀਜ਼ਾਂ ਜਿਹੜੀਆਂ ਆਪਾਂ ਨੂੰ ਡਿਟੇਲ ਦੇ ਵਿੱਚ ਜਾਣ ਦੀ ਵੀ ਲੋੜ ਹੈਗੀ ਆ। ਲੇਕਿਨ ਆਪਾਂ ਇੱਕ ਗੱਲ ਤੁਹਾਨੂੰ ਪੁੱਛਣਾ ਚਾਹੁੰਦੇ ਆ ਵੀ ਹੁਣ ਜਿਹੜਾ 26 ਤਰੀਕ ਦੀ ਜਿਹੜੀ ਗੱਲ ਹੋ ਰਹੀ ਆ ਵੀ ਦਿੱਲੀ ਵੱਲ ਨੂੰ ਕੂਚ ਕਰਨ ਦੀ, ਤੇ ਉਸ ਦੇ ਵਿੱਚ ਕਿਸਾਨੀ ਜਿਹੜੇ ਆਗੂ ਸਨ ਜਾਂ ਜਿਵੇਂ ਤੁਸੀਂ ਦੱਸਿਆ ਹੈਗਾ ਵੀ ਜਿਨ੍ਹਾਂ ਨੂੰ ਹੁਣ ਮੂਹਰੇ ਹੀ ਲਾਇਆ ਹੋਇਆ ਹੈਗਾ ਆ, ਉਹਨਾਂ ਦੀ ਕਾਲ ਆਈ ਸੀ ਵੀ ਆਪਾਂ ਤਿਰੰਗੇ ਹੇਠ ਜਾਣਾ ਹੈਗਾ, ਤੇ ਉਸ ਦੇ ਪ੍ਰਤੀ ਆਪਣੇ ਨੌਜਵਾਨਾਂ ਦਾ, ਸੰਗਤਾਂ ਦਾ, ਉਸ ਦੇ ਪ੍ਰਤੀ ਉਹਨਾਂ ਨੂੰ ਕੀ ਜਵਾਬ ਸੀ ਜਾਂ ਉਸ ਦੇ ਪ੍ਰਤੀ ਸੰਗਤਾਂ ਦੇ ਕੀ ਰਿਸਪੌਂਸ ਸੀਗੇ ਇਸ ਪੂਰੀ ਗੱਲਬਾਤ ਬਾਰੇ? ਹਾਂਜੀ, ਉਹ ਰਿਸਪੌਂਸ ਸਾਰੇ ਜਿਹੜੇ ਨੇ ਉਹ ਤੇ ਸੋਸ਼ਲ ਮੀਡੀਆ ਤੇ ਵੀ ਸਾਰੇ ਨਸ਼ਰ ਹੋ ਚੁੱਕੇ ਆ ਕਿ ਸਿੱਖਾਂ ਨੇ ਉਹਨੂੰ ਨਹੀਂ ਮੰਨਿਆ। ਖਾਲਸੇ ਨੇ ਇਹ ਜ਼ਰੂਰ ਕਿਹਾ ਕਿ ਸਾਰੇ ਬੰਦੇ ਆਪੋ ਆਪਣਾ ਝੰਡਾ ਲਾ ਲੈਣ, ਕੋਈ ਗੱਲ ਨਹੀਂ। ਜਦੋਂ ਪਹਿਲਾਂ ਕਿਹਾ ਗਿਆ ਸਟੇਜ ਤੋਂ ਕਿ ਜਿਹੜੇ ਖਾਲਸਾਈ ਝੰਡੇ ਆ ਇਹ ਨਾ ਲਾਏ ਜਾਣ ਤੇ ਇਹਦਾ ਕਰਕੇ ਕੋਈ ਭੁਲੇਖਾ ਪੈਂਦਾ ਆ, ਤੇ ਇਹਨੂੰ ਕੋਈ ਦੂਰ ਅੰਦੇਸ਼ੀ ਤੇ ਨਹੀਂ ਕਿਹਾ ਜਾ ਸਕਦਾ, ਪਰ ਇਹਦਾ ਫਾਇਦਾ ਦੂਰ ਅੰਦੇਸ਼ੀ ਵਾਲੀ ਗੱਲ ਵਾਂਗੂ ਹੋਇਆ। ਜਿਵੇਂ ਬਹੁਤ ਡੂੰਘੇ ਕਿਸੇ ਸਟ੍ਰੈਟਜੀਸ਼ੀਅਨ ਨੇ ਇਹ ਗੱਲ ਕਹੀ ਹੋਵੇ, ਇਹਦਾ ਅਸਰ ਇੰਝ ਹੋਇਆ। ਬੇਸ਼ੱਕ ਇਹ ਗੱਲ ਕਿਸੇ ਵੱਡੇ ਸਟ੍ਰੈਟਜੀਸ਼ੀਅਨ ਨੇ ਨਹੀਂ ਸੀ ਕਹੀ, ਉਹ ਸਟ੍ਰੈਟਜੀਕਲੀ ਇਹ ਗੱਲ ਨਹੀਂ ਸੀ ਕਹੀ ਗਈ, ਉਹ ਸ਼ਾਇਦ ਉਹਨਾਂ ਦਾ ਕੋਈ ਨੈਚੁਰਲ ਰਿਸਪੌਂਸ ਸੀਗਾ ਜਦੋਂ ਉਹਨਾਂ ਨੇ ਖਾਲਸਾਈ ਝੰਡੇ ਲਾਉਣ ਤੋਂ ਰੁਕਿਆ ਸੀ। ਪਰ ਉਹਦੇ ਨਾਲ ਖਾਲਸਾਈ ਝੰਡਿਆਂ ਦੀ ਜਿਹੜੀ ਗੱਲ ਆ ਉਹ ਪ੍ਰੋਮੀਨੈਂਟ ਬਣ ਗਈ, ਤੇ ਫਿਰ ਸਿੱਖਾਂ ਨੇ, ਗੈਰ ਸਿੱਖਾਂ ਨੇ, ਹਰ ਕਿਸੇ ਨੇ ਖਾਲਸਾਈ ਝੰਡੇ ਜਿੱਦ ਕੇ ਲਾਏ। ਜੇ ਉੱਥੇ ਈਵਨ ਕਿ ਖਾਲਸਾਈ ਝੰਡੇ ਬਣਾ ਕੇ ਸੈਂਕੜਿਆਂ ਦੀ ਗਿਣਤੀ ਵਿੱਚ ਭੇਜੇ ਗਏ, ਤੇ ਅਸੀਂ ਆਪ ਉਹ ਝੰਡੇ ਜਿਹੜੇ ਆ ਸਾਡੇ ਕੋਲ ਵੀ ਆਏ ਤੇ ਅਸੀਂ ਉਹ ਵੰਡੇ ਵੀ, ਤੇ ਹਰ ਇੱਕ ਤੰਬੂ ਦੇ ਉੱਤੇ, ਹਰ ਇੱਕ ਟਰਾਲੀ ਦੇ ਉੱਤੇ, ਹਰ ਬੰਦੇ ਦੇ ਹੱਥ ਵਿੱਚ ਖਾਲਸਾਈ ਝੰਡਾ ਉਹਨਾਂ ਦਿਨਾਂ ਵਿੱਚ ਦੇਖਣ ਨੂੰ ਮਿਲਿਆ। ਤੇ ਚਲੋ ਹੁਣ ਅਗਲੀ ਗੱਲ ਕਰੀਏ ਤਿਰੰਗੇ ਦੀ, ਤੇ ਇਸ ਸੰਘਰਸ਼ ਦੇ ਵਿੱਚ ਹਰ ਤਰ੍ਹਾਂ ਦਾ ਬੰਦਾ ਮੌਜੂਦ ਆ। ਇਸ ਸੰਘਰਸ਼ ਦੇ ਵਿੱਚ ਨੈਸ਼ਨਲਿਸਟਿਕ ਬੰਦੇ ਵੀ ਮੌਜੂਦ ਆ। ਉਹਨਾਂ ਦੀ ਹੋਂਦ ਹਸਤੀ ਜਿਹੜੀ ਆ ਉਹ ਨੈਸ਼ਨਲਿਜ਼ਮ ਦੇ ਰਾਹ ਤੇ ਚੱਲ ਕੇ ਜਾਂ ਨੈਸ਼ਨਲਿਸਟਿਕ ਜੁੱਤੀ ਵਿੱਚ ਪੈਰ ਪਾ ਕੇ ਹੀ ਉਹਨਾਂ ਦੀ ਹੋਂਦ ਬਚਦੀ ਆ, ਤੇ ਫਿਰ ਉਹਨਾਂ ਨੇ ਇਹ ਚੀਜ਼ਾਂ ਕਰਨੀਆਂ ਨੇ। ਪਰ ਖਾਲਸਾ ਇਹਨੂੰ ਅਕਮੋਡੇਟ ਕਰਦਾ ਆ। ਖਾਲਸਾ ਇੰਨੀ ਕੁ ਖੁੱਲ੍ਹ ਦਿੰਦਾ ਆ ਕਿ ਖਾਲਸਾ ਆਪਣਾ ਝੰਡਾ ਤੇ ਲਾਵੇਗਾ, ਪਰ ਜੇ ਕਿਸੇ ਦੀ ਇਹਦੇ ਨਾਲ ਕਹਿ ਲਓ ਕਿ ਸ਼ਾਂਤੀ ਉਹਨੂੰ ਏਦਾਂ ਮਿਲਦੀ ਆ, ਤੇ ਫਿਰ ਜਿਹੜੇ ਬੰਦੇ ਤਿਰੰਗਾ ਝੰਡਾ ਲਾਉਣਾ ਚਾਹੁੰਦੇ ਨੇ ਉਹ ਲਾ ਲੈਣ। ਖਾਲਸਾ ਕਿਸੇ ਨੂੰ ਤਿਰੰਗਾ ਝੰਡਾ ਲਾਉਣ ਤੋਂ ਰੋਕਣ ਲਈ ਨਹੀਂ ਜਾਏਗਾ, ਪਰ ਜਿੱਥੇ ਸਿੱਖ ਸਪਿਰਿਟ ਹੋਏਗੀ ਉੱਥੇ ਝੰਡੇ ਖਾਲਸੇ ਦੇ ਝੂਲਣਗੇ, ਤੇ ਵਿੱਚ ਸ਼ਹੀਦੀ ਝੰਡਿਆਂ ਫਿਰ ਮੇਰਾ ਝੰਡਾ ਤਾਂ, ਫਿਰ ਉਹ ਗੱਲ ਨੂੰ ਜਿਹੜਾ ਖਾਲਸਾ ਆ ਉਹ ਆਪਣੇ ਤਨੋਂ ਮਨੋਂ ਸਮਰਪਿਤ ਹੋ ਕੇ ਹੀ ਪੇਸ਼ ਆਉਂਦਾ ਹੈ। ਬਾਕੀ ਕਿਸੇ ਦੇ ਝੰਡੇ ਲਾਉਣ ਤੋਂ ਖਾਲਸਾ ਨਹੀਂ ਰੋਕਦਾ। ਖਾਲਸਾ ਕਹਿੰਦੇ ਆਪੋ ਆਪਣੇ ਝੰਡੇ ਲਾਓ, ਜਿਹੜੇ ਵੀ ਕਿਸੇ ਧਰਮ ਦਾ ਝੰਡਾ ਹੈਗਾ, ਜਿਹੜੇ ਵੀ ਬੰਦੇ ਸ਼ਾਮਲ ਨੇ ਉਹਨਾਂ ਦੀ ਇੱਕ ਯੂਨੀਅਨ ਦਾ ਝੰਡਾ ਹੈ ਉਹ ਲਾ ਲਵੇ, ਕਿਸੇ ਦਾ ਕੋਈ, ਅਸੀਂ ਕਿਸੇ ਨੂੰ ਨਹੀਂ ਰੋਕਦੇ। ਪਰ ਸਿੱਖ ਜਿਹੜੇ ਨੇ ਉਹਨਾਂ ਦਾ ਫਸਟ ਰਿਸਪੌਂਸ ਜਿਹੜਾ ਆ ਉਹੀ ਹੋਏਗਾ, ਤੇ ਜੇ ਕਿਸੇ ਨੇ ਗਿਣਤੀ ਕਰਨੀ ਹੋਵੇ ਤਾਂ ਉਹ ਕਰ ਲਵੇ, ਵਿੱਚ ਕਿੰਨੇ ਰਾਸ਼ਟਰਵਾਦੀ ਨੇ ਤੇ ਕਿੰਨੇ ਸਿੱਖ ਨੇ, ਉਹ ਝੰਡਿਆਂ ਤੋਂ ਵੀ ਗਿਣਤੀ ਹੋ ਜਾਣੀ ਹੈ। ਜੀ ਬਿਲਕੁਲ। ਤੇ ਭਾਈ ਸਾਹਿਬ, ਇੱਕ ਜਦੋਂ ਆਪਾਂ ਹਰਿੰਦਰ ਮਹਿਬੂਬ ਸਾਹਿਬ ਦੀ ਗੱਲ ਕਰਦੇ ਹੈਗੇ, ਉਹਨਾਂ ਦਾ ਇੱਕ ਕਨਸੈਪਟ ਸੀਗਾ ਪਹਿਲ ਤਾਜ਼ਗੀ ਦਾ। ਜੇ ਆਪਾਂ ਇਸ ਕਰੰਟ ਮੋਰਚੇ ਦੇ ਰਿਲੇਸ਼ਨ ਦੇ ਵਿੱਚ ਉਸ ਕਨਸੈਪਟ ਨੂੰ ਸਮਝਣਾ ਹੋਵੇ, ਤੇ ਜਿਹੜੇ ਆਪਣੇ ਸੰਗਤਾਂ ਦੇ ਵਿੱਚ ਅੱਜ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੂੰ ਉਹ ਕਨਸੈਪਟ ਨਾਲ ਫੈਮਿਲੀਅਰ ਨਹੀਂ ਹੈਗੇ, ਜੇ ਤੁਸੀਂ ਇੱਕ ਉਹ ਕਨਸੈਪਟ ਸਮਝਾ ਸਕਦੇ ਹੈਗੇ ਥੋੜਾ ਬਰੀਫ ਦੇ ਵਿੱਚ, ਤੇ ਬਾਕੀ ਉਸ ਦਾ ਇਸ ਮੋਰਚੇ ਦੇ ਨਾਲ ਕੀ ਰੈਲੇਵੈਂਸ ਹੈਗਾ, ਜੇ ਉਹ ਤੁਸੀਂ ਸੰਗਤਾਂ ਨਾਲ ਸਾਂਝਾ ਕਰ ਸਕਦੇ? ਹਾਂਜੀ, ਇਹ ਵੀ ਇੱਕ ਕਾਫੀ ਇੰਪੋਰਟੈਂਟ ਸਵਾਲ ਹੈ। ਮਹਿਬੂਬ ਸਾਹਿਬ ਨੇ ਇੱਕ ਆਪਣਾ ਸਟਰਕਚਰ ਦਿੱਤਾ ਆ, ਤੇ ਉਹਦੀ ਇੱਕ ਖਾਸ ਕਿਸਮ ਦੀ ਵੋਕੈਬਲਰੀ, ਉਹਨੂੰ ਤਕਨੀਕੀ ਤੌਰ ਤੇ ਫਿਲੋਸੋਫੀਕਲੀ ਪੇਸ਼ ਕਰਨ ਦੇ ਲਈ, ਵੱਡੇ ਫੈਲਾਅ ਨੂੰ ਥੋੜੇ ਸ਼ਬਦਾਂ ਵਿੱਚ ਕਹਿਣ ਦੇ ਲਈ ਉਹਨਾਂ ਨੇ ਤਕਨੀਕੀ ਸ਼ਬਦਾਵਲੀ ਘੜੀ, ਤੇ ਉਹਦੇ ਵਿੱਚੋਂ ਪਹਿਲ ਤਾਜ਼ਗੀ ਇੱਕ ਬੜਾ ਵੱਡਾ ਕਨਸੈਪਟ ਆ, ਉਹ ਉਹਨਾਂ ਦਾ ਦਾਰਸ਼ਨਿਕ ਕਨਸੈਪਟ ਆ, ਦਾਰਸ਼ਨਿਕ ਸੰਕਲਪ ਕਹਿ ਲਓ, ਫਿਲੋਸੋਫੀਕਲ ਕਨਸੈਪਟ ਆ। ਤੇ ਉਹਨਾਂ ਦੀ ਫਿਲੋਸਫੀ ਦੇ ਵਿੱਚ ਉਹ ਇੱਕ ਕਹਿ ਲਓ ਕੀ ਕਨਸੈਪਟ ਆ। ਪਹਿਲ ਤਾਜ਼ਗੀ ਤੋਂ ਭਾਵ ਉਹਨਾਂ ਦਾ ਇਹ ਹੈ ਵੀ ਜਦੋਂ ਗੁਰੂ ਆਪਣੇ ਸਰੀਰਕ ਰੂਪ ਵਿੱਚ ਕਿਸੇ ਕੌਮ ਦੇ ਵਿੱਚ ਮੌਜੂਦ ਹੁੰਦਾ ਹੈ, ਪੈਗੰਬਰ ਜਿਹੜਾ ਕਿਸੇ ਕੌਮ ਦੇ ਵਿੱਚ ਮੌਜੂਦ ਹੁੰਦਾ ਆ, ਤਾਂ ਉਸ ਵੇਲੇ ਜਿਹੜਾ ਉਹਦਾ ਆਭਾ ਮੰਡਲ ਆ, ਜਿਹੜੇ ਉਹਦੀ ਛੋਹ ਦੇ ਨਾਲ
ਟਰਾਂਸਫਾਰਮੇਸ਼ਨ ਵਾਪਰਦੀ ਹੈ ਸਰੀਰਾਂ ਦੇ ਵਿੱਚ, ਸੁਰਤੀਆਂ ਦੇ ਵਿੱਚ, ਅਮਲਾਂ ਦੇ ਵਿੱਚ, ਇਤਿਹਾਸ ਦੇ ਵਿੱਚ, ਉਹ ਸਾਰਾ ਕੁਛ ਜਿਹੜਾ ਆ ਸਮਾਂ ਪੈਣ ਦੇ ਨਾਲ ਉਸ ਤਰ੍ਹਾਂ ਦਾ ਨਹੀਂ ਰਹਿੰਦਾ ਜਿਵੇਂ ਦਾ ਗੁਰੂ ਦੇ ਸਰੀਰਕ ਰੂਪ ਵਿੱਚ ਮੌਜੂਦ ਹੋਣ ਦੇ ਸਮੇਂ ਹੁੰਦਾ ਆ। ਤੋ ਜਿਹੜਾ ਇਤਿਹਾਸ ਹੈ ਉਹਦੇ ਵਿੱਚ ਗੁਰੂ ਦਾ ਇਹ ਸਾਰਾ ਸਰੂਪ ਸਾਂਭਿਆ ਪਿਆ ਹੁੰਦਾ ਆ, ਜਾਂ ਫਿਰ ਸਿੱਖ ਸੁਰਤ ਦੇ ਵਿੱਚ ਗੁਰੂ ਦਾ ਇਹ ਸਾਰਾ ਸਰੂਪ ਜਿਹੜਾ ਆ ਜਦੋਂ ਉਹ ਸਰੀਰਕ ਰੂਪ ਵਿੱਚ ਤੇ ਆਤਮਿਕ ਰੂਪ ਵਿੱਚ ਇਕੱਠੀ ਹੋਂਦ ਰੱਖਦਾ ਹੋਇਆ ਵਿਚਰ ਰਿਹਾ ਹੁੰਦਾ, ਉਹ ਮੌਜੂਦ ਹੁੰਦਾ ਹੈ। ਪਰ ਸਮਾਂ ਲੰਘਣ ਦੇ ਨਾਲ ਕੌਮਾਂ ਦੇ ਵਿੱਚੋਂ ਉਹ ਵਾਲੀ ਜਿਹੜੀ ਤਾਜ਼ਗੀ ਹੈ ਉਹ ਘਟ ਜਾਂਦੀ ਹੈ। ਜਿਵੇਂ ਇੱਕ ਫੁੱਲ ਤਾਜ਼ਾ ਖਿੜਦਾ ਆ ਤੇ ਸਮਾਂ ਪਾ ਕੇ ਉਹਦੀ ਤਾਜ਼ਗੀ ਘਟ ਜਾਂਦੀ ਹੈ। ਇਸੇ ਤਰ੍ਹਾਂ ਨਾਲ ਜਿਵੇਂ ਭਲਵਾਨਾਂ ਦੇ ਪੁੱਤ ਭਲਵਾਨ ਨਹੀਂ ਹੁੰਦੇ ਤੇ ਵੱਡੇ ਗਵਈਆਂ ਦੇ ਪੁੱਤ ਵੱਡੇ ਗਵਈਏ ਨਹੀਂ ਬਣਦੇ, ਕਈ ਵਾਰ ਬਹੁਤ ਵੱਡੇ ਅਫਸਰਾਂ ਦੇ ਪੁੱਤ ਵੱਡੇ ਅਫਸਰ ਨਹੀਂ ਬਣਦੇ, ਇਸੇ ਤਰ੍ਹਾਂ ਹੀ ਸਿੱਖੀ ਜਿਹੜੀ ਆ ਉਹ ਕਿਸੇ ਦੇ ਘਰ ਵਿੱਚ ਜਨਮ ਲੈਣ ਨਾਲ ਨਹੀਂ ਮਿਲਦੀ, ਉਹ ਕਮਾਉਣੀ ਪੈਂਦੀ ਆ। ਉਹਨੂੰ ਇੱਕ ਜੀਵਨ, ਆਤਮਿਕ ਜੀਵਨ ਦੇ ਤੌਰ ਤੇ ਉੱਤੇ ਹਰ ਪਲ, ਜਿਵੇਂ ਪੂਰਨ ਸਿੰਘ ਕਹਿੰਦਾ ਵੀ ਸਿੱਖ ਦੀ ਸੁਰਤ ਖੰਡੇ ਵਰਗੀ ਤਿੱਖੀ ਹੁੰਦੀ ਹੈ, ਤੇ ਉਹਨੂੰ ਹਰ ਪਲ ਆਪਣੇ ਆਪ ਨੂੰ ਜਾਗਰਤ ਹੋ ਕੇ, ਚੇਤਨ ਹੋ ਕੇ ਸਿੱਖੀ ਦੇ ਉੱਤੇ ਪਹਿਰਾ ਦੇਣਾ ਪੈਂਦਾ ਹੈ। ਤਾਂ ਫਿਰ ਹੀ ਉਹਦੇ ਅੰਦਰ ਗੁਰੂ ਦੀ ਸਾਰੀ ਬਰਕਤ ਉਤਰ ਸਕਦੀ ਆ, ਫਿਰ ਹੀ ਉਹਦੇ ਅੰਦਰ ਗੁਰੂ ਦੀ ਉਹ ਪਹਿਲ ਤਾਜ਼ਗੀ ਉਤਰ ਸਕਦੀ ਹੈ। ਤੋ ਕੌਮਾਂ ਦੇ ਵਿੱਚੋਂ ਜਦੋਂ ਉਹ ਵਾਲੀ ਪ੍ਰਚੰਡਤਾ ਨਹੀਂ ਰਹਿੰਦੀ, ਚੇਤਨ ਨਹੀਂ ਰਹਿੰਦੇ ਉਹ ਇੰਨੇ, ਉਹਨਾਂ ਦੀ ਸੁਰਤ ਉਨੀ ਤਿੱਖੀ ਨਹੀਂ ਰਹਿੰਦੀ, ਤਾਂ ਫਿਰ ਬਹੁਤ ਸਾਰੀਆਂ ਚੀਜ਼ਾਂ ਆਪਣੇ ਗੁਰੂਆਂ ਦੀਆਂ, ਆਪਣੇ ਪੈਗੰਬਰਾਂ ਦੀਆਂ ਵਿਸਰ ਜਾਂਦੀਆਂ ਆ। ਉਹ ਉਸ ਕੌਮ ਦੇ ਵਿੱਚੋਂ ਪਹਿਲ ਤਾਜ਼ਗੀ ਹੌਲੀ ਹੌਲੀ ਘਟ ਜਾਂਦੀ ਹੈ, ਤੇ ਉਸ ਪੈਗੰਬਰੀ ਅਜ਼ਮਤ ਦੇ ਨਾਲ ਜਿਹੜੀ ਦਇਆ ਤੇ ਹੋਰ ਚੀਜ਼ਾਂ, ਬੀਰਤਾ ਤੇ ਦੂਰ ਅੰਦੇਸ਼ੀ, ਔਰ ਜਿੰਨੇ ਵੀ ਗੁਣ ਆਪਾਂ ਮੀਰੀ ਗੁਣ ਮੰਨਦੇ ਹਾਂ ਖਾਲਸੇ ਦੇ ਜਾਂ ਪੈਗੰਬਰਾਂ ਵਾਲੀਆਂ ਕੌਮਾਂ ਦੇ, ਉਹ ਹੌਲੀ ਹੌਲੀ ਉਹਨਾਂ ਵਿੱਚੋਂ ਘਟ ਜਾਂਦੇ ਆ। ਕਈ ਤਰ੍ਹਾਂ ਦੀਆਂ ਨਵੀਆਂ ਵਿਆਖਿਆਵਾਂ, ਕਈ ਤਰ੍ਹਾਂ ਦੇ ਨਵੇਂ ਖਿਆਲ ਪ੍ਰਬੰਧ, ਕਈ ਤਰ੍ਹਾਂ ਦੀਆਂ ਸਾਜ਼ਿਸ਼ਾਂ ਉਹ ਕੌਮਾਂ ਨੂੰ ਆਪਣੀ ਪਹਿਲ ਤਾਜ਼ਗੀ ਦੇ ਨਾਲੋਂ ਤੋੜ ਦਿੰਦੀਆਂ ਆ, ਤੇ ਕੌਮਾਂ ਕੋਮਲਤਾ ਤੇ ਹੋਰ ਕਈ ਚੀਜ਼ਾਂ ਨੂੰ ਗਵਾ ਬੈਂਦੀਆਂ ਆ, ਤੇ ਹੌਲੀ ਹੌਲੀ ਕੌਮਾਂ ਦੇ ਵਿੱਚੋਂ ਪਹਿਲ ਤਾਜ਼ਗੀ ਸੁੱਕ ਜਾਂਦੀ ਹੈ। ਤੇ ਉਹਦੇ ਸਪਰਥਾਏ ਮਹਿਬੂਬ ਸਾਹਿਬ ਨੇ ਕਿਹਾ ਸੀ ਕਿ ਕੌਮਾਂ ਨੂੰ ਆਪਣੇ ਗੁਰੂ ਵਾਲੀ ਪਹਿਲ ਤਾਜ਼ਗੀ ਦਾ ਅਹਿਸਾਸ ਕਰਵਾਉਣਾ ਪੈਂਦਾ ਆ। ਇਹ ਗੁਰੂ ਮਿਹਰ ਕਰੇ ਤਾਂ ਪਲਾਂ ਛਿਣਾਂ ਵਿੱਚ ਗੁਰੂ ਕਰ ਸਕਦਾ ਆ, ਨਹੀਂ ਤੇ ਫਿਰ ਇੰਸਟੀਟਿਊਸ਼ਨਲ ਲੈਵਲ ਤੇ ਬਹੁਤ ਵੱਡੇ ਯਤਨ ਕਰਨੇ ਪੈਂਦੇ ਆ। ਤੇ ਕਿਉਂਕਿ ਗੁਰੂ ਦਾ ਜਲਵਾ ਏਡਾ ਆ ਵੀ ਇੱਕ ਗੁਰੂ ਨਾਨਕ ਨੂੰ ਪ੍ਰਗਟ ਹੋਣ ਦੇ ਲਈ 10 ਜਾਮੇ ਚਾਹੀਦੇ ਸੀਗੇ, ਤਾਂ ਫਿਰ ਗੁਰੂ ਦੇ ਇੱਕ ਬਰਕਤ ਨੂੰ ਕਹਿਣ ਦੇ ਲਈ ਸੈਂਕੜੇ ਸਫ਼ਿਆਂ ਦੀਆਂ ਸੈਂਕੜੇ ਕਿਤਾਬਾਂ ਲਿਖਣੀਆਂ ਪੈਂਦੀਆਂ ਆ, ਤੇ ਉਹਨਾਂ ਨੂੰ ਪੜ੍ਹਨ ਵਾਲੇ ਸੈਂਕੜੇ ਵਿਦਿਆਰਥੀ ਪਾਠਕ ਪੈਦਾ ਕਰਨੇ ਪੈਂਦੇ ਆ। ਫਿਰ ਵਿਚਾਰ ਦੀ ਪੱਧਰ ਤੇ, ਅਮਲ ਦੀ ਪੱਧਰ ਤੇ, ਕਈ ਪੱਧਰਾਂ ਤੇ ਫਿਰ ਉਹ ਸਾਰੀ ਬਰਕਤ ਨੂੰ ਇਤਿਹਾਸਕ ਤੌਰ ਤੇ ਆਪਣੀ ਸਭਿਅਤਾ ਦੇ ਵਿੱਚ, ਆਪਣੀ ਜੀਵਨ ਸ਼ੈਲੀ ਦੇ ਵਿੱਚ ਉਤਾਰਨਾ ਪੈਂਦਾ ਆ। ਤੇ ਫਿਰ ਹੀ ਕੋਈ ਕਿਹਾ ਜਾ ਸਕਦਾ ਕਿ ਹਾਂ ਇਹ ਕੌਮ ਆਪਣੇ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲ ਰਹੀ ਆ, ਇਹ ਕੌਮ ਆਪਣੀ ਪੈਗੰਬਰੀ ਅਜ਼ਮਤ ਦੀ ਪਹਿਲ ਤਾਜ਼ਗੀ ਨੂੰ ਜੀ ਰਹੀ ਹੈ। ਤੇ ਹੁਣ ਆਈਏ ਆਪਾਂ ਇਸ ਦੇ ਮੌਜੂਦਾ ਕੌਨਟੈਕਸਟ ਦੇ ਉੱਪਰ। ਮੌਜੂਦਾ ਸਮੇਂ ਜਿਹੜਾ ਮੋਰਚਾ ਆ, ਇਹਦੇ ਵਿੱਚ ਪਹਿਲ ਤਾਜ਼ਗੀ ਦੇ ਕੁਝ ਅੰਸ਼ ਦੇਖਣ ਨੂੰ ਮਿਲਦੇ ਆ। ਇਹਨੂੰ ਮੁਕੰਮਲ ਆਪਾਂ ਕਹੀਏ ਵੀ ਖਾਲਸੇ ਦਾ ਮੁਕੰਮਲ ਜਲਾਉ ਪ੍ਰਗਟ ਹੋ ਗਿਆ ਆ, ਇਹ ਘੱਟੋ ਘੱਟ ਕਹਿਣਾ ਅਜੇ ਬਹੁਤ ਕਾਹਲੀ ਹੋਏਗੀ, ਕਿਉਂਕਿ ਖਾਲਸਾ ਬਹੁਤ ਆਪਣੇ ਜਿਹੜੇ ਉਹਦੇ ਕੌਮੀ ਨਿਸ਼ਾਨੇ ਆ ਉਹਦੇ ਨਾਲੋਂ ਬਹੁਤ ਕਿਸੇ ਛੋਟੇ ਨਿਸ਼ਾਨੇ ਦੇ ਲਈ ਆਪਣੀ ਵੱਡੀ ਤਾਕਤ ਝੋਕ ਰਿਹਾ ਆ। ਕੌਮ ਦਾ ਵੱਡਾ ਨਿਸ਼ਾਨਾ ਜਿਹੜਾ ਆ ਉਹ ਇਸ ਸੰਘਰਸ਼ ਦੇ ਮੁੱਕਣ ਤੋਂ ਬਾਅਦ ਉਹ ਖਾਲਸੇ ਦੇ ਸਾਹਮਣੇ ਮੌਜੂਦ ਰਹੇਗਾ, ਜਿਹਨੂੰ ਪੂਰਾ ਕਰਨ ਦੇ ਲਈ ਕੌਮ ਨੂੰ ਬਹੁਤ ਵੱਡੇ ਸੰਘਰਸ਼ ਚੋਂ ਲੰਘਣਾ ਪਵੇਗਾ। ਜੇ ਮੈਂ ਸ਼ੁਰੂ ਵਿੱਚ ਹੀ ਇਸ਼ਾਰਾ ਮਾਤਰ ਇਹ ਗੱਲ ਕੀਤੀ ਹੈ ਕਿ ਜਿਹੜੇ ਵੱਡੇ ਖਿਡਾਰੀ ਆ ਡੀਪ ਸਟੇਟ ਦੇ, ਉਹਨਾਂ ਦਾ ਇੱਕ ਚੁੱਪ ਦੇ ਵਿੱਚ ਚਲੇ ਜਾਣਾ ਇਹ ਕੋਈ ਕੁਦਰਤੀ ਗੱਲ ਨਹੀਂ ਹੈ। ਇਹਨੂੰ ਧਿਆਨ ਨਾਲ ਦੇਖਣ ਦੀ ਲੋੜ ਹੈ ਕਿ ਪੰਜਾਬ ਦੇ ਲਈ ਤੇ ਸਿੱਖਾਂ ਦੇ ਲਈ ਕੀ ਪਲਾਨ ਬਣ ਰਹੇ ਆ। ਉਸ ਦੇ ਵਿੱਚੋਂ ਕਿਉਂਕਿ ਹੁਣ ਜਿਹੜੀ ਸਿੱਖ ਰਾਜਨੀਤੀ ਦੀ ਸ਼ੁਰੂਆਤ ਹੋ ਚੁੱਕੀ ਆ, ਤੇ ਉਸ ਰਾਜਨੀਤੀ ਨੇ ਪੰਜਾਬ ਦੇ ਭਵਿੱਖ ਦੇ ਪੰਜਾਬ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਆ। ਨਕਸ਼ ਜਿਹੜੇ ਆ ਉਹਨਾਂ ਨੂੰ ਤਰਾਸ਼ਣਾ ਸ਼ੁਰੂ ਕਰ ਦਿੱਤਾ ਆ, ਉਹਦੇ ਦੇ ਉੱਤੇ ਡਿਸਕਸ਼ਨ ਸ਼ੁਰੂ ਹੋ ਗਈਆਂ ਨੇ, ਉਹਦੇ ਸੰਬੰਧੀ ਥਿਊਰੀਜ਼ ਬਣਨੀਆਂ ਸ਼ੁਰੂ ਹੋ ਗਈਆਂ ਨੇ,
ਉਹਦੇ ਲਈ ਕ੍ਰੀਏਟਿਵ ਰਿਸਪੌਂਸ ਆ ਰਿਹਾ ਆ, ਕ੍ਰੀਏਟਿਵ ਐਕਸਪ੍ਰੈਸ਼ਨ ਮਿਲ ਰਿਹਾ ਇਸ ਚੀਜ਼ ਨੂੰ। ਜਿਵੇਂ ਆਪ ਜੀ ਨੇ ਪਹਿਲਾਂ ਵੀ ਗੀਤਾਂ ਬਾਰੇ ਸਵਾਲ ਕੀਤਾ ਸੀਗਾ, ਤੇ ਉਹਦੇ ਵਿੱਚ ਜਿਹੜਾ ਸੈਂਟਰ ਸਟੇਟ ਰਿਲੇਸ਼ਨਸ਼ਿਪ ਆ ਜਾਂ ਫੈਡਰਲ ਸਟਰਕਚਰਸ ਆ, ਉਹਦੀ ਬਹਾਲੀ ਲਈ ਜਿਹੜੀ ਆ ਕ੍ਰੀਏਟਿਵਲੀ ਪੰਜਾਬ ਜਿਹੜਾ ਉਹ ਸੋਚ ਰਿਹਾ ਆ। ਤੇ ਜਦੋਂ ਕੋਈ ਕੌਮ ਇੰਨੀ ਜ਼ਰਖੇਜ਼ੀ ਦੇ ਨਾਲ ਤੁਰ ਪੈਂਦੀ ਆ ਤਾਂ ਫਿਰ ਉਹਦੇ ਲਈ ਕਹਿ ਲਓ ਕਿ ਸੰਭਾਵਨਾਵਾਂ ਵੀ ਬਹੁਤ ਹੁੰਦੀਆਂ ਤੇ ਉਹਦੇ ਲਈ ਔਖੇ ਸਮੇਂ ਵੀ ਬਹੁਤ ਹੁੰਦੇ ਆ। ਤੇ ਸਵਾਲ ਤੁਹਾਡਾ ਮੈਂ ਫਿਰ ਉਹਨੂੰ ਸੰਬੋਧਨ ਕਰਦਾ ਹਾਂ ਕਿ ਅੰਸ਼ਕ ਤੌਰ ਤੇ ਖਾਲਸੇ ਦਾ ਆਪਣੀ ਪਹਿਲ ਤਾਜ਼ਗੀ ਵਿੱਚ ਜਾਣ ਦਾ ਸਾਨੂੰ ਇਹਦੇ ਵਿੱਚੋਂ ਪਰਤੋਅ ਮਿਲਦਾ ਹੈ ਅੰਸ਼ਕ ਤੌਰ ਤੇ, ਪਰ ਪ੍ਰਚੰਡ ਤੌਰ ਤੇ ਖਾਲਸਾ ਜਦੋਂ ਸੰਪੂਰਨ ਤੌਰ ਤੇ ਆਪਣੇ ਆਪ ਨੂੰ ਵੱਡੇ ਸੰਘਰਸ਼ ਦੇ ਵਿੱਚ ਆਪਣੇ ਮਿੱਥੇ ਹੋਏ ਨਿਸ਼ਾਨਿਆਂ ਦੇ ਲਈ ਸ਼ਾਮਲ ਕਰੇਗਾ, ਉਦੋਂ ਫਿਰ ਇਹਦਾ ਜਲਾਓ ਵੱਖਰਾ ਹੀ ਹੋਏਗਾ। ਤੇ ਹੁਣ ਜਿਹੜਾ ਹੈ ਇਹੋ ਹੀ ਨਹੀਂ ਝੱਲਿਆ ਜਾਂਦਾ। ਜਿਹੜਾ ਹੁਣ ਜਲਾਓ ਪ੍ਰਗਟ ਹੋ ਰਿਹਾ, ਇਹਦੀ ਲੋ ਇੰਨੀ ਜ਼ਿਆਦਾ ਆ, ਇਹਦੀ ਪ੍ਰਚੰਡਤਾ ਇੰਨੀ ਜ਼ਿਆਦਾ ਆ, ਇਹਨੂੰ ਹੀ ਮਹਿਸੂਸ ਕਰਕੇ ਕਿਸੇ ਵੱਲੋਂ ਪਚਾ ਲੈਣਾ ਬੜਾ ਔਖਾ ਹੋਇਆ ਪਿਆ ਆ। ਜਿੰਨਾ ਕੁ ਖਾਲਸੇ ਨੇ ਇਹਦੇ ਵਿੱਚ ਆਪਣਾ ਜਾਹੋ ਜਲਾਲ ਤਪ ਤੇਜ ਪਾਇਆ ਆ, ਉਹਨੂੰ ਝੱਲਣਾ ਸਰਕਾਰ ਦੇ ਲਈ, ਤੇ ਜਿਹੜੀਆਂ ਵੀ ਧਿਰਾਂ ਇਹਦੇ ਵਿੱਚੋਂ ਕ੍ਰੈਡਿਟ ਲੈਣਾ ਚਾਹੁੰਦੀਆਂ ਨੇ ਹੋਰ ਖਾਲਸੇ ਤੋਂ ਬਗੈਰ, ਉਹਨਾਂ ਦੇ ਲਈ ਬੜਾ ਔਖਾ ਹੋਇਆ ਪਿਆ ਆ। ਜਿੰਨਾ ਕੋਈ ਅੰਸ਼ਕ ਯੋਗਦਾਨ ਅਸੀਂ ਪਾ ਰਹੇ ਹਾਂ, ਤੇ ਫਿਰ ਵੀ ਇਹ ਕਾਫੀ ਜ਼ਿਆਦਾ ਆ, ਆਮ ਛੋਟੀ ਗੱਲ ਨਹੀਂ ਆ। ਇਹਦੇ ਵਿੱਚ ਪਹਿਲ ਤਾਜ਼ਗੀ ਦੇ ਕੁਝ ਅੰਸ਼ ਜ਼ਰੂਰ ਹੈਗੇ। ਹਾਂਜੀ ਹਾਂਜੀ ਭਾਈ ਸਾਹਿਬ, ਤੁਸੀਂ ਬਹੁਤ ਹੀ ਵਾਈਡ ਕੰਟੈਕਸਟ ਦੇ ਵਿੱਚ ਹਰੇਕ ਗੱਲ ਰੱਖੀ ਹੈ। ਤੇ ਮੇਰਾ ਪਰਸਨਲੀ ਐਵੇਂ ਜੀ ਕਰਦਾ ਹੈ ਕਿ ਸੁਣੀ ਜਾਈਏ, ਸਵਾਲ ਨਾ ਪੁੱਛੀਏ ਕਿ ਤੁਸੀਂ ਬਸ ਬੋਲਦੇ ਜਾਓ। ਤੇ ਮੇਰਾ ਚਲੋ ਅਗਲਾ ਸਵਾਲ ਇਹ ਹੈ ਕਿ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਆਏ ਹਾਂ ਕਿ ਦਿੱਲੀ ਮੋਰਚੇ ਦੇ ਵਿੱਚ ਨਿਸ਼ਾਨ ਸਾਹਿਬ ਦੇ ਉੱਤੇ ਰੋਕ ਲਾਈ ਜਾਂਦੀ ਹੈ, ਤੇ ਕਦੇ ਕਹਿੰਦੇ ਆ ਕਿ ਫਤਿਹ ਨਹੀਂ ਬੁਲਾਉਣੀ ਸਟੇਜ ਤੋਂ। ਤੇ ਪੰਜਾਬ ਦੇ ਵਿੱਚ ਵਿਚਰ ਰਹੀਆਂ ਲਿਬਰਲ ਧਿਰਾਂ ਹੋ ਗਈਆਂ, ਜਾਂ ਕਹਿ ਲਓ ਰਾਸ਼ਟਰਵਾਦੀ ਹੋ ਗਏ ਜਾਂ ਖੱਬੇ ਪੱਖੀ ਹੋ ਗਏ, ਇਹਨਾਂ ਦੇ ਮਨਾਂ ਵਿੱਚ ਸਿੱਖੀ ਪ੍ਰਤੀ ਤੇ ਸਿੱਖ ਰਾਜਨੀਤੀ ਪ੍ਰਤੀ ਕਿਹੋ ਜਿਹੀ ਇਮੇਜ ਤੇ ਕਿਹੋ ਜਿਹੇ ਵਿਊ ਪੁਆਇੰਟ ਬਣੇ ਹੋਏ ਆ ਕਿ ਇਹ ਹਰ ਇੱਕ ਸਾਡੇ ਨੁਕਤੇ ਦੇ ਉੱਪਰ, ਹਰ ਇੱਕ ਸਾਡੇ ਕਹਿ ਲਓ ਵਰਤਾਰੇ ਦੇ ਉੱਪਰ ਉਂਗਲੀਆਂ ਚੱਕਦੇ ਆ, ਭਾਵੇਂ ਉਹ ਲੰਗਰ ਹੋਣ, ਭਾਵੇਂ ਫਤਿਹ ਹੋਵੇ, ਤੇ ਬੇਸ਼ੱਕ ਉਹ ਨਿਸ਼ਾਨ ਸਾਹਿਬ ਹੋਣ। ਇਸ ਸਵਾਲ ਦੇ ਬਾਰੇ ਵਿੱਚ ਮੈਂ ਕੁਝ ਆਪਣੀ ਪਹਿਲਾਂ ਟਿੱਪਣੀ ਦੇਣਾ ਚਾਹੁੰਦਾ, ਮੈਂ ਜਵਾਬ ਫਿਰ ਦੇਵਾਂਗਾ ਇਹਦਾ। ਤੇ ਚਲੋ ਜੇ ਭਾਵੇਂ ਉਹਨੂੰ ਜਵਾਬ ਹੀ ਸਮਝ ਲਿਆ ਜਾਵੇ, ਇਹ ਠੀਕ ਆ। ਇਹ ਮਤਲਬ ਇਹ ਗੱਲਾਂ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਨੇ, ਤੇ ਇਹਨਾਂ ਨੂੰ ਪਹਿਲਾਂ ਤੇ ਆਪਾਂ ਨਿੰਦਿਆ ਹੀ ਕਰਦੇ ਵੀ ਇਹ ਮਾੜੀਆਂ ਹੋਈਆਂ ਨੇ, ਪਰ ਇਹ ਕੋਈ ਪ੍ਰੋਮੀਨੈਂਟ ਗੱਲ ਉੱਥੇ ਨਹੀਂ ਆ। ਉੱਥੇ ਜਦੋਂ ਆਪਾਂ ਮੋਰਚੇ ਦੇ ਵਿੱਚ ਰਹਿੰਦੇ ਹਾਂ ਤਾਂ ਉੱਥੇ ਇਹ ਸਵਾਲ ਦੇ ਉੱਤੇ ਕੋਈ ਬਹੁਤ ਵੱਡੀ ਬਹਿਸ ਨਹੀਂ ਚੱਲਦੀ, ਉੱਥੇ ਇਸ ਸਵਾਲ ਨੂੰ ਦੁਹਰਾਇਆ ਨਹੀਂ ਜਾਂਦਾ, ਉੱਥੇ ਇਹ ਸਵਾਲ ਹੈ ਹੀ ਨਹੀਂ। ਇਹ ਸਵਾਲ ਜਦੋਂ ਕਿਸੇ ਦੇ ਮੂੰਹੋਂ ਕੋਈ ਗੱਲ ਨਿਕਲ ਜਾਂਦੀ ਹੈ, ਫਿਰ ਸੋਸ਼ਲ ਮੀਡੀਆ 'ਚ ਆ ਜਾਂਦੀ ਹੈ, ਫਿਰ ਉਹਦੇ ਉੱਤੇ ਜਿਹੜੇ ਬੰਦੇ ਸੋਸ਼ਲ ਮੀਡੀਆ 'ਤੇ ਐਕਟਿਵ ਹੁੰਦੇ ਆ ਉਹ ਆਪਣੇ ਐਕਸ਼ਨ ਰਿਐਕਸ਼ਨ ਦੇਣੇ ਸ਼ੁਰੂ ਕਰ ਦਿੰਦੇ ਆ। ਤੋ ਇਹ ਥੋੜ੍ਹੀ ਜਿਹੀ ਇਸ ਤਰ੍ਹਾਂ ਦੀ ਗੱਲ ਹੈ ਕਿ ਸੋਸ਼ਲ ਮੀਡੀਆ 'ਤੇ ਜ਼ਿਆਦਾ ਆ। ਅਦਰਵਾਈਜ਼ ਜੇ ਮੈਂ ਤੁਹਾਨੂੰ ਜਿਵੇਂ ਦੱਸ ਕੇ ਹਟਿਆ, ਪਹਿਲਾਂ ਵੀ ਬੇਨਤੀ ਕੀਤੀ ਆ ਕਿ ਜਿਹੜਾ ਉਹ ਮੋਰਚਾ ਆ ਉਹਦਾ ਇੱਕ ਆਪਣਾ ਹੀ ਆਭਾ ਮੰਡਲ ਆ। ਉਹ ਮੋਰਚਾ ਈਸਟਰਨ ਪੈਰੀਫਰਲ ਵੇ ਤੋਂ ਸ਼ੁਰੂ ਹੁੰਦਾ ਹੈ, ਸੋਨੀਪਤ ਤੋਂ ਅੱਗੇ ਜਾ ਕੇ। ਜਦੋਂ ਤੁਸੀਂ ਈਸਟਰਨ ਪੈਰੀਫਰਲ ਵੇ ਜਿਹੜਾ ਆ ਉਹਦੇ ਤੋਂ ਅੱਗੇ ਐਂਟਰ ਕਰ ਜਾਂਦੇ ਹੋ ਕੁੰਡਲੀ ਵੱਲ ਨੂੰ, ਸ਼ੰਭੂ ਵੱਲ ਨੂੰ, ਸਿੰਘੂ ਵੱਲ ਨੂੰ, ਤਾਂ ਫਿਰ ਤੁਹਾਡੇ ਉੱਤੇ ਇੱਕ ਅਸਰ ਹੋਣਾ ਸ਼ੁਰੂ ਹੋ ਜਾਂਦਾ ਆ ਖਾਲਸਾਈ ਰਹਿਤ ਦਾ ਜਾਂ ਉਸ ਮੋਰਚੇ ਦੇ ਆਭਾ ਮੰਡਲ ਦਾ। ਤੇ ਉਹਦੇ ਵਿੱਚ ਫਿਰ ਇਹੋ ਜਿਹੀਆਂ ਕੋਈ ਚੀਜ਼ਾਂ, ਸ਼ਿਕਵੇ ਸ਼ਿਕਾਇਤਾਂ ਜਿਹੜੀਆਂ ਨੇ ਉਹ ਮੁੱਕ ਜਾਂਦੀਆਂ ਨੇ, ਕਿਉਂਕਿ ਉੱਥੇ ਜਿਹੜੀ ਵੱਡੀ ਸ਼ਕਤੀ ਆ ਜਾਂ ਜਿਹੜੀ ਪ੍ਰੋਮੀਨੈਂਟ ਧਿਰ ਆ ਉਹ ਖਾਲਸਾ ਆ, ਤੇ ਖਾਲਸੇ ਦੀਆਂ ਰਵਾਇਤਾਂ ਆ। ਜੇ ਉੱਥੇ ਲੰਗਰ ਲੱਗੇ ਆ, ਜੇ ਉੱਥੇ ਸੇਵਾ ਹੋ ਰਹੀ ਆ, ਜੇ ਉੱਥੇ ਐਸਟ ਲੱਗਾ ਆ, ਖਾਲਸਾ ਏਡ ਆ, ਖਾਲਸਾ ਏਡ ਨੂੰ ਪੈਸਾ ਸਿੱਖ ਦਿੰਦੇ ਆ, ਉਹ ਕਿਸੇ ਵੀ ਲਿਬਰਲ ਤੇ ਹੋਰ ਜਿਹੜੀਆਂ ਸੈਕੂਲਰ ਤੇ ਜਾਂ ਜਿਹੜੀਆਂ ਲੈਫਟਿਸਟ ਧਿਰਾਂ ਨੇ ਉਹਨਾਂ ਦੇ ਕੋਲੋਂ ਖਾਲਸਾ ਏਡ ਨੂੰ ਕੋਈ ਪੈਸਾ ਨਹੀਂ ਮਿਲਦਾ। ਜੇ ਉੱਥੇ ਕਿਸੇ ਕਿਸਮ ਦੇ ਕਾਰ ਸੇਵਾ ਤੇ ਲੰਗਰ ਲੱਗੇ ਆ ਤਾਂ ਕਾਰ ਸੇਵਾ ਨੂੰ ਇਹਨਾਂ ਧਿਰਾਂ ਵੱਲੋਂ ਕੋਈ ਪੈਸਾ ਨਹੀਂ ਮਿਲਦਾ। ਜੇ ਉੱਥੇ ਕੋਈ ਵੀ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਸਿੱਖਾਂ ਨੇ ਖੜੀਆਂ ਕੀਤੀਆਂ ਨੇ ਉਹ ਲੱਗੀਆਂ ਹੋਈਆਂ ਨੇ ਤਾਂ ਉਹ ਮੁੱਖ ਤੌਰ ਤੇ ਸਿੱਖਾਂ ਦੇ ਐਸੈਟ ਨਾਲ ਚੱਲਦੀਆਂ ਨੇ। ਤਾਂ ਦੂਜੀ ਪਹਿਲੀ ਗੱਲ ਤਾਂ ਆਪਾਂ ਇਹ ਕਹਿਣਾ ਚਾਹੁੰਦਾ ਵੀ ਹਾਂ, ਇਹ ਮੇਰੀ ਟਿੱਪਣੀ ਹੈ ਇਹਦੇ ਉੱਤੇ ਵੀ ਇਹ ਸਵਾਲ ਉੱਥੇ ਹਕੀਕੀ ਰੂਪ ਵਿੱਚ ਨਹੀਂ ਹੈ, ਪਰ ਕਿਉਂਕਿ ਇਹ ਸਵਾਲ ਜਦੋਂ ਉੱਥੋਂ ਆ ਜਾਂਦਾ ਹੈ ਤੇ ਫਿਰ ਸਿੱਖਾਂ ਨੂੰ ਇਹਦੀ ਤਕਲੀਫ ਵੱਧ ਹੁੰਦੀ ਹੈ ਵੀ ਜਦੋਂ ਇੰਨਾ ਕੁਝ ਸਿੱਖ ਕਰ ਰਹੇ ਆ ਤੇ ਫਿਰ ਸਿੱਖਾਂ ਦਾ ਝੰਡਾ ਵੀ ਬਰਦਾਸ਼ਤ ਨਹੀਂ ਹੁੰਦਾ ਇਹਨਾਂ ਕੋਲ। ਝੰਡਾ ਅਸਲ ਵਿੱਚ ਹੁੰਦਾ ਹੀ ਬੜੀ ਵੱਡੀ ਚੀਜ਼ ਹੈ। ਜਿਹੜੀ
ਝੰਡੇ ਦੀ ਫਿਲਾਸਫੀ ਆ ਤੇ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਉਹ ਫਲਸਫਾ ਹੈ ਬੜਾ ਵੱਡਾ। ਮਹਾਰਾਜ ਨੇ ਵੀ ਇਹਦੀ ਇੰਪੋਰਟੈਂਸ ਨੂੰ ਸਮਝਿਆ, ਇਸ ਕਰਕੇ ਮਹਾਰਾਜ ਨੇ ਸਿੱਖਾਂ ਨੂੰ ਝੰਡਾ ਦਿੱਤਾ। ਤੇ ਜਿਹੜਾ ਜੋ ਝੰਡਾ ਆ ਸਿੱਖਾਂ ਦੇ ਲਈ, ਉਹੋ ਹੀ ਹਰ ਇੱਕ ਮੁਲਕ ਦੇ ਵਿੱਚ ਰਾਜਨੀਤਿਕ ਝੰਡੇ ਦਾ ਥਾਂ ਆ, ਉਹੀ ਹਰ ਇੱਕ ਖਿਡਾਰੀ ਦੇ ਲਈ ਮੈਡਲ ਦਾ ਥਾਂ ਆ, ਉਹੀ ਕਹਿ ਲਓ ਕਿ ਉਹ ਇੱਕ ਅਣਖ, ਇੱਕ ਇੱਜ਼ਤ, ਇੱਕ ਸ਼ਾਨ, ਉਹਦਾ ਇੱਕ ਪ੍ਰਤੀਕ ਹੁੰਦਾ ਹੈ ਝੰਡਾ। ਤੇ ਜਦੋਂ ਦੋ ਟੀਮਾਂ ਲੜਦੀਆਂ ਆ ਫੁੱਟਬਾਲ ਦੇ ਵਿੱਚ, ਤਾਂ ਫਿਰ ਉਹ ਜਿਹੜਾ ਮੈਡਲ ਆ ਜਿਹਦੇ ਲਈ ਉਹ ਲੜ ਰਹੀਆਂ ਆ, ਜਾਂ ਉਹ ਨਿਸ਼ਾਨ ਜਿਹੜਾ ਉਹਨਾਂ ਨੂੰ ਇਨਾਮ ਮਿਲਣਾ ਹੈ ਜਿੱਤ ਦੇ ਵਿੱਚ, ਉਹ ਉਹਨਾਂ ਦੀ ਸਰੀਰਕ ਲੋੜ ਨਹੀਂ ਆ, ਉਹ ਉਹਨਾਂ ਦੀ ਇੱਕ ਸਵੈ-ਮਾਨ ਨਾਲ ਜੁੜੀ ਹੋਈ ਚੀਜ਼ ਹੈ ਜਿਹਦੇ ਲਈ ਉਹ ਲੜਦੇ ਆ। ਤੇ ਇਸ ਤਰ੍ਹਾਂ ਹੀ ਜਾਨਵਰਾਂ ਦੇ ਵਿੱਚ ਵੀ ਇਹ ਲੜਾਈ ਹੁੰਦੀ ਆ, ਹੋਰ ਵੀ ਪੋਲੀਟੀਕਲ ਧਿਰਾਂ ਵੀ ਲੜਦੀਆਂ ਨੇ ਆਪਣੇ ਸਵੈ-ਮਾਨ ਲਈ, ਆਪਣੇ ਸਨਮਾਨ ਦੇ ਲਈ। ਤੇ ਉਹ ਥਿੰਕਿਸ਼ਨੈਸ ਜਿਹੜੀ ਆ ਉਹਦੇ ਉਤੋਂ ਅੱਗੇ ਹੁੰਦਾ ਹੈ, ਜਿਹਦੇ ਮਾਸਟਰ ਸਲੇਵ ਡਾਇਲੈਕਟਿਕਸ ਦੇ ਵਿੱਚ ਹੀਗਲ ਨੇ ਬਹੁਤ ਵੱਡਾ ਇਹਦਾ ਫਲਸਫਾ ਦਿੱਤਾ ਹੋਇਆ ਝੰਡੇ ਦਾ। ਤੇ ਉਹ ਜਿਹੜੀ ਜੇਤੂ ਧਿਰ ਹੁੰਦੀ ਆ, ਜਾਂ ਕਿਸੇ ਸੰਘਰਸ਼ ਦੇ ਵਿੱਚੋਂ ਜਦੋਂ ਜਿੱਤਣਾ ਹੁੰਦਾ ਆ, ਤਾਂ ਫਿਰ ਉੱਥੇ ਜਦੋਂ ਜਿੱਤ ਦੇ ਝੰਡੇ ਝੂਲਦੇ ਆ, ਤੇ ਉਹ ਇੱਕ ਬਹੁਤ ਵੱਡਾ ਕਹਿ ਲਓ ਕਿ ਸਿੰਬੋਲਿਕ ਵਰਤਾਰਾ ਹੁੰਦਾ ਆ, ਉਹਦਾ ਇਤਿਹਾਸ ਦੇ ਵਿੱਚ ਅੱਗੇ ਚੱਲ ਕੇ ਵੱਡੀਆਂ ਵਿਆਖਿਆਵਾਂ ਲੈਣੀਆਂ ਹੁੰਦੀਆਂ। ਤੋਂ ਜਦੋਂ ਇਹ ਕੁਝ ਹੋਰ ਐਸੀਆਂ ਸ਼ਕਤੀਆਂ ਜਿਹੜੀਆਂ ਇਸ ਸੰਘਰਸ਼ ਵਿੱਚ ਸ਼ਾਮਲ ਹਨ, ਤੇ ਅਸੀਂ ਆਪਣੀ ਤਕਨੀਕੀ ਲੋੜਾਂ ਕਰਕੇ ਉਹਨਾਂ ਨੂੰ ਅੱਗੇ ਰੱਖਿਆ ਹੋਇਆ ਨੋਜ਼ਲ ਦੇ ਤੌਰ ਤੇ, ਉਹ ਤੇ ਫਿਰ ਉਹਨਾਂ ਨੂੰ ਵੀ ਇਹ ਲੱਗਦਾ ਆ ਕਿ ਜੇ ਅਸੀਂ ਤਕਨੀਕੀ ਲੋੜ ਕਰਕੇ, ਜਾਂ ਕਿਸੇ ਮਜਬੂਰੀ ਕਰਕੇ, ਜਾਂ ਕਿਸੇ ਵੀ ਕਾਰਨ ਕਰਕੇ ਅੱਜ ਅਸੀਂ ਅੱਗੇ ਆ, ਤੇ ਫਿਰ ਇਸ ਸੰਘਰਸ਼ ਦੀ ਜਿੱਤ ਦਾ ਜਿਹੜਾ ਸਾਰਾ ਕ੍ਰੈਡਿਟ ਆ ਉਹ ਸਾਡੇ ਧੜੇ ਨੂੰ ਮਿਲਣਾ ਚਾਹੀਦਾ। ਇਸ ਕਰਕੇ ਉਹਨਾਂ ਨੂੰ ਥੋੜੀ ਜਿਹੀ ਖਾਲਸਾਈ ਝੰਡਿਆਂ ਤੋਂ ਤਕਲੀਫ ਵੀ ਹੁੰਦੀ ਹੈ। ਪਰ ਇਹ ਗੱਲ ਜਿਹੜੇ ਬੰਦੇ ਨੇ ਵੀ ਕਹੀ ਆ, ਉਹਨਾਂ ਨੇ ਇਹਨੂੰ ਕਹਿ ਲਓ ਕਿ ਕਰੈਕਟ ਕੀਤਾ ਆ, ਫਿਰ ਉਹਨਾਂ ਨੇ ਇਹਦੀ ਮਾਫੀ ਮੰਗੀ ਆ। ਪਰ ਉਸ ਤੋਂ ਬਾਅਦ ਕਈ ਦਿਨ ਹੋ ਗਏ ਸਟੇਜ ਲੱਗ ਰਹੀ ਹੈ, ਤੇ ਉੱਥੇ ਫਤਿਹ ਵੀ ਬੁਲਾਈ ਜਾਂਦੀ ਹੈ, ਉੱਥੇ ਜਕਾਰੇ ਵੀ ਲੱਗਦੇ ਆ, ਤੇ ਉੱਥੇ ਸਾਰਾ ਕੁਝ ਜਿਹੜਾ ਉਸੇ ਖਾਲਸਾਈ ਰੰਗਤ ਦੇ ਵਿੱਚ ਚੱਲ ਰਿਹਾ। ਬਹੁਤੀ ਵਾਰੀ ਤੇ ਇੱਕ ਦਿਨ ਦੇ ਵਿੱਚ ਬਹੁਤੇ ਘੰਟੇ ਇਹੋ ਜਿਹੇ ਹੁੰਦੇ ਆ, ਜਿਹੜੀ ਮੁੱਖ ਸਟੇਜ ਆ ਉਹ ਕਈ ਵਾਰ ਕਿਸੇ ਸਿੱਖ ਦੀਵਾਨ ਦਾ ਝਲਕਾਰਾ ਦੇਣ ਲੱਗ ਪੈਂਦੀ ਆ। ਤੇ ਉੱਥੇ ਇਸ ਤਰ੍ਹਾਂ ਨਹੀਂ ਲੱਗ ਰਿਹਾ ਹੁੰਦਾ ਕਿ ਇਹ ਕੋਈ ਜਿਹੜਾ ਕਹਿ ਲਓ ਕਿ ਐਜੀਟੇਸ਼ਨ ਆ, ਉੱਥੇ ਇੰਝ ਲੱਗ ਰਿਹਾ ਹੁੰਦਾ ਜਿਵੇਂ ਕੋਈ ਮੱਸਿਆ ਪੁੰਨਿਆ ਦਾ ਦੀਵਾਨ ਹੈ, ਤੇ ਕੋਈ ਧਾਰਮਿਕ ਦੀਵਾਨ ਆ, ਜਾਂ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਆਪਣੇ ਇਤਿਹਾਸ ਗਾਇਨ ਦੇ ਹੋਰ ਚੀਜ਼ਾਂ ਦੇ ਦੀਵਾਨ ਲੱਗਦੇ ਆ। ਬਹੁਤੀਆਂ ਗੱਲਾਂ ਜਿਹੜੀਆਂ ਨੇ, ਜਾਂ ਉਹਦੀ ਮਾਤਰਾ ਕੱਢ ਲਈ ਜਾਵੇ ਤਾਂ ਬਹੁਤੀਆਂ ਗੱਲਾਂ ਜਿਹੜੀਆਂ ਸਿੱਖ ਇਤਿਹਾਸ ਬਾਰੇ ਹੋ ਰਹੀਆਂ ਹੁੰਦੀਆਂ। ਤੇ ਜੇ ਮੈਂ ਹੁਣ ਆਵਾਂ ਇਹਦੀ ਕਨਕਲੂਜਨ ਵਾਲੇ ਪਾਸੇ, ਤਾਂ ਠੀਕ ਆ, ਜਿਹੜੇ ਬੰਦੇ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ, ਹਿੰਦੁਸਤਾਨ ਦੀ ਜਿਹੜੀ ਸਟੇਟ ਆ ਉਹਦੇ ਇਸ ਵੇਲੇ ਦੋ ਰੂਪ ਆ। ਪਹਿਲਾ ਰੂਪ ਜਿਹੜਾ ਪੁਰਾਣਾ ਸੀਗਾ ਕਾਂਗਰਸ ਵਾਲਾ, ਉਹ 'ਚ ਲਿਬਰਲ, ਸੈਕੂਲਰ ਤੇ ਲੈਫਟ, ਇਹ ਕਾਂਗਰਸ ਦੇ ਨਾਲ ਰਲ ਕੇ ਚੱਲਦੇ ਸੀਗੇ। ਉਸ ਤੋਂ ਬਾਅਦ ਦੂਜੀ ਜਿਹੜੀ ਸੈਕੰਡ ਸਟੇਟ ਬਣੀ ਆ, ਇੰਡੀਅਨ ਸਟੇਟ ਜਿਹੜੀ ਸੈਕੰਡ ਸਟੇਟ ਆ, ਜਿਹਦੇ ਵਿੱਚ ਹਿੰਦੂਤਵਾ ਏਜੰਡਾ ਲੈ ਕੇ ਜਿਹੜੀ RSS, BJP, ਸ਼ਿਵ ਸੈਨਾ, ਇਹ ਵੱਖਰੀ ਤਰ੍ਹਾਂ ਦਾ ਏਜੰਡਾ ਲੈ ਕੇ ਅੱਗੇ ਆ ਰਹੇ ਨੇ। ਇਹਦੇ ਵਿੱਚੋਂ ਫਿਰ ਇੱਕ ਹੋਰ ਏਜੰਡਾ ਨਿਕਲਿਆ, ਜਿਹੜਾ ਗੁਜਰਾਤੀ ਸਾਰੇ ਕਾਰੋਬਾਰੀਆਂ ਦਾ, ਤੇ ਇਹਨਾਂ ਦਾ ਸਾਰਾ ਅੱਗੇ ਏਜੰਡਾ ਨਿਕਲਿਆ ਕਿ ਹਿੰਦੁਸਤਾਨ ਨੂੰ ਇੱਕ ਕਾਰੋਬਾਰੀ ਮੰਡੀ ਦੇ ਤੌਰ ਤੇ ਦੇਖ ਰਹੇ ਆ, ਤੇ ਇਹਦੀਆਂ ਜਿਹੜੀਆਂ ਹੋਰ ਸੰਭਾਵਨਾਵਾਂ ਆ ਕਲਚਰਲ, ਹਿਸਟੋਰੀਕਲ ਬੈਕਗਰਾਊਂਡ ਵਾਲੀਆਂ, ਤੇ ਹੋਰ ਜਿਹੜੀਆਂ ਉਹਨਾਂ ਸਾਰਿਆਂ ਦਾ ਉਹ ਗਲਾ ਘੁੱਟ ਰਿਹਾ, ਤੇ ਇਹਨੂੰ ਅਥੋਰੀਟੇਰੀਅਨ ਤੇ ਸੈਂਟਰਲਾਈਜੇਸ਼ਨ ਵਾਲੇ ਰਾਹ ਤੇ ਬੜੇ ਜ਼ੋਰ ਨਾਲ ਉਹ ਚਲਾ ਰਹੇ ਆ। ਤੇ ਉਹਦੇ ਸਾਹਮਣੇ ਜੇ ਆਪਾਂ ਕਹੀਏ ਵੀ ਉਹਨਾਂ ਨੂੰ ਖਾਲਸੇ ਦਾ ਝੰਡਾ ਚੁੱਭਦਾ ਆ, ਤੇ ਇਹ ਸੱਚ ਆ ਕਿ ਉਹਨਾਂ ਨੂੰ ਚੁੱਭਦਾ ਆ, ਪਰ ਇਹਦੇ ਨਾਲ ਖਾਲਸੇ ਦੇ ਝੰਡੇ ਨੂੰ ਕੀ ਫਰਕ ਪੈਂਦਾ ਆ? ਇੰਪੋਰਟੈਂਟ ਗੱਲ ਇਹ ਆ, ਖਾਲਸੇ ਦੇ ਝੰਡੇ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਤੇ ਜਿੱਥੇ ਵੀ ਉੱਚੀ ਥਾਂ ਤੇ ਤੁਸੀਂ ਦੇਖੋਗੇ ਲੱਗਾ ਹੋਇਆ ਉਹ ਖਾਲਸੇ ਦਾ ਝੰਡਾ ਤੁਹਾਨੂੰ ਦਿਖੇਗਾ। ਤੇ ਜਦੋਂ ਇਹ ਸ਼ਹਾਦਤਾਂ ਹੋਣਗੀਆਂ ਉਦੋਂ ਫਿਰ ਪਤਾ ਲੱਗੇਗਾ ਕਿ ਜਦੋਂ ਸ਼ਹੀਦੀਆਂ ਦੇ ਝੰਡੇ ਲੱਗਣਗੇ ਉਦੋਂ ਪਤਾ ਲੱਗੇਗਾ ਕਿ ਕੌਣ ਕਿੱਥੇ ਖੜਾ ਆ। ਉਸ ਤੋਂ ਬਾਅਦ ਫਿਰ ਝੰਡਿਆਂ ਦੇ ਫੈਸਲੇ ਵੀ ਹੋਣਗੇ ਕਿ ਕਿਹੜੇ ਧਿਰ ਦੇ ਕਿੰਨੇ ਬੰਦੇ ਲੇਖੇ ਲੱਗੇ ਤੇ ਕਿਹਨਾਂ ਦਾ ਝੰਡਾ ਫਿਰ ਉੱਚਾ ਹੋਣਾ ਚਾਹੀਦਾ। ਇਹ ਸਮਾਂ ਜ਼ਰੂਰ ਸਵਾਲ ਪੁੱਛੇਗਾ ਵੀ ਤੇ ਇਹਦਾ ਜਵਾਬ ਦੇਏਗਾ ਵੀ। ਭਾਈ ਸਾਹਿਬ, ਜਦੋਂ ਆਪਾਂ ਹੁਣ ਸਮੇਂ ਮੁਤਾਬਿਕ ਆਪਾਂ ਆਪਣੇ ਆਖਰੀ ਸਵਾਲ ਵੱਲ ਪਹੁੰਚ ਰਹੇ ਹਾਂ, ਆਪਾਂ ਜਦੋਂ ਮੋਰਚੇ ਨੂੰ ਵੇਖਦੇ ਹਾਂ, ਤੁਸੀਂ ਵੀ ਅੱਜ ਕਈ ਗੱਲਾਂ
ਦੱਸੀਆਂ ਨੇ ਵੀ ਜਿਵੇਂ ਕਿ ਉੱਥੇ ਜਿਸ ਹਿਸਾਬ ਨਾਲ ਖਾਲਸੇ ਦੇ ਜਿਹੜੇ ਸੰਗਤ ਹੈਗੀ ਆ ਉਹ ਜਿਸ ਹਿਸਾਬ ਨਾਲ ਸੇਵਾ ਉੱਥੇ ਕਰ ਰਹੇ ਨੇ ਮੋਰਚੇ ਦੇ ਵਿੱਚ ਵੀ, ਜਿਵੇਂ ਕਈ ਜਿਹੜੇ ਸੇਵਾਦਾਰ ਹੈਗੇ ਨੇ ਜਿਹੜੇ ਉੱਥੇ ਝਾੜੂ ਦੀ ਸੇਵਾ ਵੀ ਕਰ ਰਹੇ ਆ, ਉਹ ਕਈ ਆਗੂਆਂ ਤੋਂ ਵੀ ਕਿਤੇ ਕਹਿ ਲਓ ਵੀ ਜ਼ਿਆਦਾ ਕਾਬਿਲ ਨੌਜਵਾਨ ਹੈਗੇ ਜਿਹੜੇ ਲੱਗੇ ਹੋਏ ਨੇ ਉੱਥੇ ਸੇਵਾ ਨਿਭਾਉਣ। ਤੋ ਜਦੋਂ ਆਪਾਂ ਪੂਰੇ ਮੋਰਚੇ ਨੂੰ ਦੇਖਦੇ ਹਾਂ, ਕਈ ਵਾਰ ਕਿਹਾ ਜਾਂਦਾ ਵੀ ਇਹ ਮੋਰਚੇ ਚੋਂ ਥੋੜੀ ਝਲਕ ਦਿਖਦੀ ਹੈ ਖਾਲਸੇ ਰਾਜ ਦੀ ਜਾਂ ਬੇਗਮਪੁਰੇ ਦੀ। ਤੋ ਇਹ ਜਿਹੜਾ ਇੰਨਾ ਮੋਮੈਂਟਮ ਇਸ ਸਮੇਂ ਤੁਰ ਰਿਹਾ ਹੈਗਾ ਆ ਤੇ ਆਪਾਂ ਨੂੰ ਇੰਨੀ ਕਹਿ ਲਓ ਵੀ ਰੂਹਾਨੀਅਤ ਦੀ ਇੰਨੀ ਝਲਕ ਆ ਰਹੀ ਹੈਗੀ ਆ ਵਿੱਚੋਂ, ਇਹ ਆਪਾਂ ਮੋਮੈਂਟਮ ਨੂੰ ਕਿਵੇਂ ਕੈਰੀ ਫਾਰਵਰਡ ਤੁਹਾਡੇ ਸਾਹਮਣੇ ਕੀਤਾ ਜਾ ਸਕਦਾ ਹੈ? ਕਿਉਂਕਿ ਜਿਵੇਂ ਤੁਸੀਂ ਆਖਿਆ ਸੀਗਾ ਅਸਲੀ ਜਿਹੜੀ ਜੰਗ ਦਾ ਐਲਾਨ ਹੁਣ ਹੋ ਚੁੱਕਾ, ਲੇਕਿਨ ਉਹ ਜੰਗ ਜਿਹੜੀ ਹੈਗੀ ਆ ਉਹ ਚੱਲੇਗੀ ਇਸ ਮੋਰਚੇ ਤੋਂ ਬਾਅਦ ਤੋਂ ਆਪਾਂ ਉਸ ਜੰਗ ਵਾਸਤੇ ਜਾਂ ਗਾਹਾਂ ਤੁਰਨ ਲੱਗੇ ਤਾਂ ਆਪਾਂ ਇਸ ਮੋਮੈਂਟਮ ਨੂੰ ਕਿਵੇਂ ਜਾਰੀ ਰੱਖ ਸਕਦੇ ਹੈਗੇ? ਹਾਂਜੀ, ਜਿਵੇਂ ਸਦੀਆਂ ਤੋਂ ਰੱਖਿਆ ਜੀ ਉਵੇਂ ਰੱਖਾਂਗੇ। ਤੇ ਪਹਿਲਾ ਇਹਦਾ ਬੇਸ ਹੈ, ਜਿਹੜਾ ਬੇਸ ਨਾਮ ਸਿਮਰਨ ਵਿੱਚ ਪਿਆ ਆ, ਅਰਦਾਸ ਵਿੱਚ ਪਿਆ ਆ, ਸਿਦਕ ਵਿੱਚ ਪਿਆ ਆ, ਕਿਰਤ ਵਿੱਚ ਪਿਆ ਆ, ਇਮਾਨਦਾਰੀ ਵਿੱਚ, ਅਖਲਾਕ ਵਿੱਚ ਪਿਆ ਆ। ਉਸ ਤੋਂ ਬਾਅਦ ਫਿਰ ਉਹਦਾ ਇਤਿਹਾਸਕ ਤੌਰ ਤੇ ਜੋ ਸਾਨੂੰ ਪ੍ਰਮਾਣ ਦੇਣਾ ਪਵੇਗਾ, ਜਿਵੇਂ ਦੇਣਾ ਪਏਗਾ, ਖਾਲਸਾ ਉਹਦੇ ਲਈ ਤਿਆਰ ਆ ਤੇ ਤਿਆਰ ਬਰ ਤਿਆਰ ਹੈ, ਕੋਈ ਗੱਲ ਨਹੀਂ, ਚੜ੍ਹਦੀ ਕਲਾ ਆ। ਇਹ ਸਾਨੂੰ ਸਮਝ ਲੈਣਾ ਚਾਹੀਦਾ ਆ ਕਿ ਇਹ ਜਿਹੜਾ ਹੁਣ ਦਾ ਫੇਜ਼ ਆ ਇਹ ਹੁਣ ਓਵਰ ਹੋਣ ਜਾ ਰਿਹਾ ਆ। ਇਹ ਸੰਘਰਸ਼ ਨੇ ਕੁਝ ਹੀ ਦਿਨਾਂ ਦੇ ਵਿੱਚ ਕੋਈ ਨਵਾਂ ਰੂਪ ਲੈ ਲੈਣਾ ਹੈ ਤੇ ਇਹ ਜੋ ਵੀ ਰੂਪ ਲੈਂਦਾ ਆ, ਭਾਵੇਂ ਇਹਦੀ 100% ਜੋ ਮਿੱਥੇ ਹੋਏ ਨਿਸ਼ਾਨੇ ਆ ਉਹਨਾਂ ਦੀ ਪੂਰਤੀ ਹੋ ਜਾਵੇ, ਭਾਵੇਂ ਅੰਸ਼ਕ ਪੂਰਤੀ ਹੋ ਜਾਵੇ, ਤੇ ਭਾਵੇਂ ਜ਼ੁਲਮ ਸਿਤਮ ਦੇ ਨਾਲ, ਤੱਦੀ ਦੇ ਨਾਲ ਇਹ ਮੋਰਚਾ ਜਿਹੜਾ ਉਹਨੂੰ ਖਦੇੜ ਦਿੱਤਾ ਜਾਵੇ, ਕੁਛ ਵੀ ਹੋ ਜਾਵੇ। ਉਸ ਤੋਂ ਬਾਅਦ ਸਾਡੇ ਲਈ ਪੰਜਾਬ ਪੰਥ ਤੇ ਜਿੰਨਾ ਵੀ ਸਾਡਾ ਖਾਲਸੇ ਦਾ ਪਸਾਰ ਦੁਨੀਆ ਤੇ ਹੋ ਚੁੱਕਾ ਹੈ, ਉਹਦੇ ਲਈ ਜਿਹੜੀ ਅਗਲੀ ਸਥਿਤੀ ਆ ਉਹ ਓਪਨ ਹੋਏਗੀ ਤੇ ਉਹਦੇ ਲਈ ਸਾਨੂੰ ਪੂਰੇ ਜਾਗੋ ਜਲਾਲ ਦੇ ਨਾਲ ਨਿੱਠ ਕੇ ਲੱਕ ਬੰਨ ਕੇ ਤੁਰਨਾ ਪਏਗਾ। ਬੇਸਿਕ ਚੀਜ਼ਾਂ ਨੂੰ ਅਸੀਂ ਕਦੇ ਨਹੀਂ ਛੱਡਾਂਗੇ, ਬੇਸਿਕ ਚੀਜ਼ਾਂ ਦੀ ਅਸੀਂ ਪ੍ਰੈਕਟਿਸ ਵਧਾਵਾਂਗੇ ਔਰ ਜੋ ਵੀ ਸਥਿਤੀਆਂ ਬਣਨਗੀਆਂ, ਕਿਉਂਕਿ ਸਥਿਤੀਆਂ ਜਿਹੜੀਆਂ ਨੇ ਘਟਨਾਵਾਂ ਨੂੰ ਜਨਮ ਦਿੰਦੀਆਂ ਨੇ, ਘਟਨਾਵਾਂ ਜਿਹੜੀਆਂ ਅੱਗੇ ਹਨ ਅਗਲੀਆਂ ਘਟਨਾਵਾਂ ਨੂੰ ਜਨਮ ਦਿੰਦੀਆਂ ਨੇ, ਤੇ ਇਸ ਤਰ੍ਹਾਂ ਜਿਹੜੀ ਘਟਨਾਵਾਂ ਦੀ ਇੱਕ ਲੜੀ ਚੱਲਦੀ ਆ ਉਹ ਫਿਰ ਇਤਿਹਾਸ ਦਾ ਇੱਕ ਵਹਿਣ ਬਣ ਜਾਂਦੀ ਆ। ਉਹਦੇ ਵਿੱਚ ਜਿਹੜੀ ਕੇਂਦਰੀ ਗਤੀ ਆ, ਜਿਹੜੀ ਕੇਂਦਰੀ ਸ਼ਕਤੀ ਆ, ਜਿਹੜੀ ਇਤਿਹਾਸ ਨੂੰ ਸਾਜਦੀ ਆ, ਉਹ ਖਾਲਸੇ ਦੀ ਹੋਏਗੀ, ਜਿੱਤ ਖਾਲਸੇ ਦੀ ਹੋਏਗੀ, ਇਹਦਾ ਸਾਨੂੰ ਯਕੀਨ ਹੈ। ਤੇ ਉਹਦੇ ਲਈ ਕੀ ਕਰਨਾ ਪਏਗਾ? ਉਹਦੇ ਲਈ ਜਿੰਨੇ ਵੀ ਸਾਡੇ ਇੰਸਟੀਟਿਊਸ਼ਨਸ ਹੈਗੇ ਆ ਉਹਨਾਂ ਨੂੰ, ਜਿਹੜੇ ਵੀ ਸਾਡੇ ਵਾਈਟਲ ਆਰਗਨ ਸੀਗੇ ਜਿਹੜੇ ਬੰਦ ਹੋ ਗਏ ਆ ਜਾਂ ਤਬਾਹ ਹੋ ਗਏ ਆ ਜਾਂ ਕਿਸੇ ਤਰ੍ਹਾਂ ਕਰਪਟ ਹੋ ਗਏ ਆ, ਉਹਨਾਂ ਨੂੰ ਰਿਵਾਈਵ ਕਰਨਾ ਪਏਗਾ। ਤੇ ਜਿਹੜਾ ਵੀ ਇਤਿਹਾਸ ਸਾਡੇ ਅੰਦਰ ਰਗਾਂ ਦੇ ਵਿੱਚ ਗੇੜੇ ਮਾਰ ਰਿਹਾ ਆ ਲਹੂ ਬਣ ਕੇ, ਉਹਨੂੰ ਮਹਿਸੂਸ ਕਰਨਾ ਪਏਗਾ। ਤੇ ਉਹ ਜਿੰਨੇ ਵੀ ਬੰਦੇ ਹਾਲੇ ਤੱਕ ਕੰਢੇ ਤੇ ਬੈਠੇ ਆ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਉਸ ਸੰਘਰਸ਼ ਦੇ ਵਿੱਚ, ਇਸ ਸੰਘਰਸ਼ ਤੋਂ ਬਾਅਦ ਅਗਲਾ ਸੰਘਰਸ਼ ਆ ਉਹਦੇ ਵਿੱਚ ਨਿੱਤਰ ਕੇ ਆਉਣਾ ਪਵੇਗਾ। ਕਿਉਂਕਿ ਇੱਥੇ ਜਿਹੜੀ ਸਾਡੇ ਸਾਹਮਣੇ ਸਥਿਤੀ ਹੈਗੀ ਆ ਉਹ ਹੈਗੀ ਆ ਕਿ ਅਸੀਂ ਕਿਸੇ ਹੋਰ ਨਿਸ਼ਾਨੇ ਦੀ ਪੂਰਤੀ ਲਈ ਆਪਣੀ ਸ਼ਕਤੀ ਲਾ ਰਹੇ ਹਾਂ, ਤੇ ਇਸ ਕਰਕੇ ਅਸੀਂ ਇਹਦੇ ਵਿੱਚ ਕਹਿ ਲਓ ਕਿ ਕਈ ਕਿਸਮ ਦੀਆਂ ਖੁੱਲਾਂ ਵੀ ਲਈਆਂ ਹੋਈਆਂ ਆ, ਕਈ ਕਿਸਮ ਦੀਆਂ ਅਸੀਂ ਛੋਟਾਂ ਲਈਆਂ ਹੋਈਆਂ ਆ, ਤੇ ਅਸੀਂ ਇਹਦੇ 'ਚ 100% ਆਪਣਾ ਨਹੀਂ ਪਾ ਰਹੇ। ਪਰ ਜਦੋਂ ਇਹ ਲੜਾਈ ਖਾਲਸੇ ਦੇ ਕੌਮੀ ਨਿਸ਼ਾਨੇ ਵਾਲੀ ਬਣ ਜਾਏਗੀ, ਫਿਰ ਹੁਣ ਤੱਕ ਜਿਹੜੇ ਬੰਦੇ ਖਾਲਸੇ ਦੇ ਨਾਂ ਤੇ ਆਪਣੀ ਹੋਂਦ ਹਸਤੀ ਰੱਖ ਰਹੇ ਆ, ਸਿੱਖਾਂ ਦੇ ਨੁਮਾਇੰਦੇ ਬਣ ਕੇ ਵਿਚਰ ਰਹੇ ਆ, ਕੋਈ ਮਾਣ ਸਨਮਾਨ ਹਾਸਲ ਕੀਤਾ ਆ ਜਾਂ ਕਿਸੇ ਨੇ ਕੋਈ ਤੰਗੀ ਸਹੀ ਆ, ਜ਼ੁਲਮ ਸਿਆ ਆ, ਉਹਨਾਂ ਸਾਰਿਆਂ ਦੇ ਲਈ ਫਿਰ 100% ਆਪਣਾ ਜਿਹੜਾ ਯੋਗਦਾਨ ਆ ਉਹ ਪਾਉਣਾ ਜ਼ਰੂਰੀ ਹੋ ਜਾਏਗਾ। ਫਿਰ ਉਹ ਪਾਸੇ ਤੇ ਨਹੀਂ ਬਹਿ ਸਕਣਗੇ, ਜਿਹੜੇ ਉਸ ਸਮੇਂ ਪਾਸੇ ਤੇ ਬੈਠੇ ਰਹਿਣਗੇ ਉਹ ਫਿਰ ਕੌਮ ਤੋਂ ਅਲੱਗਾ ਹੋ ਜਾਣਗੇ, ਉਹ ਮੁੱਖ ਧਾਰਾ ਵਿੱਚ ਕਦੇ ਨਹੀਂ ਸ਼ਾਮਲ ਹੋ ਸਕਣਗੇ। ਤਾਂ ਇਸ ਲਈ ਇਹ ਜਿਹੜਾ ਆਉਣ ਵਾਲਾ ਸਮਾਂ ਆ ਉਹ ਸਾਡੇ ਲਈ ਹੋਰ ਜ਼ਿਆਦਾ ਮਹੱਤਵਪੂਰਨ ਸਮਾਂ ਹੋਏਗਾ। ਤੇ ਮੈਨੂੰ ਇਸ ਤਰ੍ਹਾਂ ਦੀ ਆਸ ਆ ਕਿ ਇਹਦੇ ਵਿੱਚੋਂ ਜ਼ਰੂਰ ਹੀ ਬਹੁਤ ਵੱਡੀ ਚੜ੍ਹਦੀ ਕਲਾ ਤੇ ਬਹੁਤ ਵੱਡੀਆਂ ਪ੍ਰਾਪਤੀਆਂ ਹੋਣਗੀਆਂ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਤੇ ਆਪਾਂ ਇੱਥੇ ਹੀ ਅੱਜ ਦਾ ਪ੍ਰੋਗਰਾਮ ਜੋ ਹੈ ਉਸ ਦੀ ਸਮਾਪਤੀ ਕਰਾਂਗੇ। ਆਪਾਂ ਸੰਗਤਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਵੀ ਇਹ ਜੋ ਦਿੱਲੀ ਦੀ ਘੇਰਾਬੰਦੀ ਦਾ ਪ੍ਰੋਗਰਾਮ ਹੈ, ਸੀਰੀਜ਼ ਹੈ, ਚੱਲਦੀ ਰਹੇਗੀ ਤੇ ਆਪਾਂ ਹੋਰ ਹੀ ਬੁਲਾਰਿਆਂ ਨਾਲ ਇਸੇ ਤਰ੍ਹਾਂ ਜੁੜਦੇ ਰਹਾਂਗੇ। ਭਾਈ ਸਾਹਿਬ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਧੰਨਵਾਦ।